हाँ जी, सत श्री अकाल बाई सारिਆਂ ਨੂੰ। बच्चे सक्सैस ट्री पंजाब के यूट्यूब चैनल पर स्वागत है तुहाडा सारिਆਂ ਦਾ। ਆਪਾਂ रोज़ दोपहरे 12 वजे अपने यूट्यूब चैनल पर जुड़ते हैं सिलैक्शन गाइड सीरीज़ ਦੇ ਵਿੱਚ, जिथे कि आप रोज़ लगभग गल भी करते हैं कि पंजाब के साढ़े अगले समय जिन्ने एग्जाम्स आने ने ਉਹਦੇ ਵਿੱਚ ਚਾਹੇ ਉਹ ਕੋਆਪਰੇਟਿਵ ਇੰਸਪੈਕਟਰ ਦਾ ਐਗਜ਼ਾਮ ਹੈ 20 ਨਵੰਬਰ ਉਹਦੀ ਡੇਟ ਅਨਾਉਂਸ ਹੋ ਚੁੱਕੀ ਹੈ। ਸੀਨੀਅਰ ਅਸਿਸਟੈਂਟ ਦੀਆਂ ਭਰਤੀਆਂ ਨਿਕਲੀਆਂ ਨੇ, ਅੱਗੇ ਪਿੱਛੇ ਉਹਦਾ ਐਗਜ਼ਾਮ ਵੀ ਦੇਖਾਂਗੇ। ਕੁਛ ਸਾਡੇ ਐਗਜ਼ਾਮ PSSS ਵੀ ਕੰਡਕਟ ਕਰਨੇ, ਜਿਹਦੇ ਵਿੱਚ ਸਾਡਾ ਐਕਸਾਈਜ਼ ਇੰਸਪੈਕਟਰ ਦਾ ਸਭ ਤੋਂ ਇੰਪੋਰਟੈਂਟ ਐਗਜ਼ਾਮ ਹੈ, ਵੀਡੀਓ ਦਾ ਐਗਜ਼ਾਮ ਹੈ, ਕੋਆਪਰੇਟਿਵ ਬੈਂਕ ਦਾ ਪੇਪਰ ਹੋਣਾ, PSSS ਦੀਆਂ ਕਲਰਕ ਦੀਆਂ ਭਰਤੀਆਂ ਨਿਕਲੀਆਂ ਹੋਈਆਂ ਨੇ। ਇਸ ਤੋਂ ਬਿਨਾ ਹੋਰ ਜਿਹੜੇ ਸਾਡੇ ਅਗਲੇ ਸਮੇਂ ਦੇ ਵਿੱਚ ਐਗਜ਼ਾਮਸ ਨਿਕਲਣਗੇ ਤੇ ਗਾਹਾਂ ਜਾ ਕੇ ਆਪਾਂ ਉਹਨਾਂ ਦੇ ਪੇਪਰ ਦੇਖਾਂਗੇ, ਤਾਂ ਇਹਨਾਂ 'ਚੋਂ ਕੋਈ टारगेट सैट करके आप एग्जाम क्लीयर कर सकीए ਉਹਦੇ ਲਈ ਪਹਿਲਾਂ ਆਪਾਂ ਪੂਰੇ ਦਾ ਪੂਰਾ ਸਿਲੇਬਸ ਕਵਰ ਕੀਤਾ। अपना सक्सैस ट्री ਤੇ ਵੀ ਮਾਸਟਰ ਕੋਰਸ ਦਾ ਬੈਚ ਚੱਲ ਰਿਹਾ, ਜਿਹਦੇ ਵਿੱਚ ਆਪਾਂ ਹਰ ਇੱਕ ਸਬਜੈਕਟ ਦਾ ਪੂਰਾ ਸਿਲੇਬਸ ਕਵਰ ਕਰ ਰਹੇ ਹਾਂ ਤੇ ਉਸ ਸਿਲੇਬਸ ਨੂੰ ਫਰਦਰ ਆਪਾਂ ਹੋਰ ਜ਼ਿਆਦਾ ਪੋਲਿਸ਼ ਕਰ ਸਕੀਏ, ਉਹਨੂੰ ਆਪਾਂ ਹੋਰ ਜ਼ਿਆਦਾ ਉਹਦੀ ਪ੍ਰੈਕਟਿਸ ਕਰ ਸਕੀਏ। ਤੇ ਖਾਸ ਕਰਕੇ ਜਿਹੜੀ ਮੈਂ ਗੱਲ ਕਹਿਣਾ ਕਿ ਭਾਈ ਜਿਹੜਾ ਸਾਡਾ ਨੈਬ ਦੇ ਪੇਪਰ 'ਚ ਤਜਰਬਾ ਹੋਇਆ कि सारा सिलेबस कवर करने तो बाद बेसिक्स देखे, कंसैप्ट्स देखे, ਉਹਦੇ बावजूद भी 4-6 सवालों ने सानू तंग किया। तो पढ़े होए दे विचों भी जे सानू सवाल तंग कर रहे हैं, ਇਹਦਾ मतलब सानू प्रैक्टिस का लैवल रेज करना पैना है। तो जो साडा नैब के पेपर का लैवल सी घट्टो घट्ट असीं उस लैवल नूं डिफीट कर सकीए, उस तो ज़्यादा चंगी प्रैक्टिस कर सकीए। तो आपां सिलैक्शन गाइड दे विच हर एक सबजैक्ट की उवें प्रैक्टिस कर रहे हैं। तो मैथ की अज अपनी 6वीं क्लास है, जिहदे विच आपां टाइम एंड वर्क कवर करांगे। इस तो पहला आपां सिंपल ते कंपाउंड इंटरस्ट कर चुके हैं, उस तो पहला एजिस पार्टनरशिप कीता सी, परसेंटेज ते रेशियो कीता सी। तो अपने 6-7 चैप्टर हो गए। गाहां अज अपनी टाइम एंड वर्क की क्लास है। तो अज की क्लास दे विच भी कुल 24-25 क्वेश्चन करांगे। ਉਹਨਾਂ 24-25 ਦੇ ਵਿੱਚੋਂ ਸਿਰਫ 2 ਕੁਐਸਚਨ ਨੇ ਜਿਹੜੇ ਮੈਂ ਪੇਡ ਬੈਚ ਦੇ ਵਿੱਚ ਜਿਹੜੀ ਪੂਰੀ ਦੀ ਪੂਰੀ ਫਾਈਲ ਕਰਾਈ ਸੀ, ਉਹਦੇ ਵਿੱਚੋਂ 2 ਕੁਐਸਚਨ ਪਿਕ ਕੀਤੇ ਨੇ। ਬਾਕੀ ਸਾਰੇ ਦੇ ਸਾਰੇ ਕੁਐਸਚਨ ਕੀ ਹੈ ਕਿ ਕੁਝ ਐਕਸਟ੍ਰੀਮ ਲੈਵਲ ਦੇ, ਹਾਈ ਲੈਵਲ ਦੇ ਕੁਐਸਚਨਸ ਨੇ, ਕੁਝ ਇਹੋ ਜਿਹੇ ਕੁਐਸਚਨ ਜਿਹੜੇ ਦੇਖਣ ਸਾਰ ਸਾਨੂੰ ਤੰਗ ਕਰਨਗੇ, ਅਸੀਂ ਕਿਹੜਾ ਅੱਖਾਂ ਦੀ ਅੱਡੀਆਂ ਰਹਿ ਜਾਣਗੇ ਆਪਣੀਆਂ ਕਿ ਭਾਈ ਇਹ ਕੁਐਸਚਨ ਬਣ ਕਿਵੇਂ ਗਿਆ। ਤਾਂ ਇਹੋ ਜਿਹੇ ਕੁਐਸਚਨਸ ਦੀ ਪ੍ਰੈਕਟਿਸ ਕਰਾਂਗੇ। ਤੇ ਜਿਹੜੀ ਮੈਂ ਗੱਲ ਕਹਿਣਾ ਹੁੰਨਾ ਕਿ ਭਾਈ ਕੱਲ ਨੂੰ ਕਿਸੇ ਪੇਪਰ ਦੇ ਵਿੱਚ टाइम एंड वर्क का औखा क्वेश्चन आ गया, तो आप ਜਿਹੜੀਆਂ ਚੀਜ਼ਾਂ ਨਾਲ ਅੱਜ ਟੱਕਰਾਂ ਜੀਆਂ ਮਾਰਾਂਗੇ ਇਹਦੇ ਵਿੱਚੋਂ ਆਊਗਾ, ਇਹ ਦਾਅਵੇ ਨਾਲ ਮੈਂ ਕਹਿਣਾ। ਤਾਂ ਅੱਜ ਦਾ ਆਪਾਂ ਸੈਸ਼ਨ ਸਟਾਰਟ ਕਰਦੇ ਹਾਂ। ਜਿੰਨੇ ਸਟੂਡੈਂਟਸ जुड़ चुके ने बाई बन के सैशन ਨੂੰ लाइक ਤੇ शेयर कर दो। सैशन स्टार्ट करते हैं। पहला क्वेश्चन की है बच्चे अपना, पहला क्वेश्चन है A and B alone can complete a piece of work in 12 days and 18 days respectively। A कल्ला किसी काम ਨੂੰ 12 ਦਿਨਾਂ 'ਚ ਕਰਦਾ, B कल्ला उसे काम ਨੂੰ 18 ਦਿਨਾਂ 'ਚ ਕਰਦਾ। They started doing the work together but after some days A had to leave। ਕਹਿੰਦੇ ਇਕੱਠਿਆਂ ਨੇ ਕੰਮ ਸ਼ੁਰੂ ਕੀਤਾ ਪਰ ਕੁਝ ਦਿਨ ਕੰਮ ਕਰਕੇ A ਨੂੰ ਛੱਡ ਕੇ ਜਾਣਾ ਪੈ ਗਿਆ। ਕੰਮ A ਤੇ B ਨੇ ਸ਼ੁਰੂ ਕੀਤਾ, ਕੁਝ ਦਿਨ ਬਾਅਦ A ਨੂੰ ਜਾਣਾ ਪੈ ਗਿਆ, ਯਾਨੀ ਕਿ B ਤਾਂ ਹਲੇ ਹੈਗਾ, ਬਚਿਆ ਹੋਇਆ ਕੰਮ B ਨੇ ਕਰਨਾ। ਸੋ B ਅਲੋਨ ਕੰਪਲੀਟਡ ਦਾ ਰਿਮੇਨਿੰਗ ਵਰਕ ਇਨ 8 ਡੇਜ਼। ਤਾਂ B ਨੇ ਜਿਹੜਾ ਬਚ ਗਿਆ ਸੀ ਕੰਮ A ਦੇ ਜਾਣ ਤੋਂ ਬਾਅਦ ਵੀ ਜਿਹੜਾ ਕੰਮ ਬਚਿਆ ਹੋਇਆ ਸੀ ਉਹ B ਨੇ ਇਕੱਲੇ ਨੇ 8 ਦਿਨਾਂ 'ਚ ਨਿਬੇੜਤਾ। ਐਗਜ਼ਾਮੀਨਰ ਕਹਿੰਦਾ ਆਫਟਰ ਹਾਊ ਮੈਨੀ ਡੇਜ਼ A ਲੈਫਟ ਦਾ ਵਰਕ। ਤਾਂ A ਕਿੰਨੇ ਦਿਨ ਬਾਅਦ ਕੰਮ ਛੱਡ ਕੇ ਗਿਆ, ਆਪਾਂ ਇਹ ਦੱਸਣਾ। ਤਾਂ ਬੱਚੇ ਕੰਮ ਦੇਖੋ, A ਇਕੱਲਾ ਕਰਦਾ 12 ਦਿਨਾਂ ਦੇ ਵਿੱਚ। ਬੱਚੇ ਤੁਹਾਨੂੰ ਡੇਜ਼ ਵੀ ਲਿਖਣ ਦੀ ਲੋੜ ਨਹੀਂ ਹੈਗੀ, ਇਕੱਲਾ 12 ਲਿਖ ਸਕਦੇ ਹੋ। B ਇਕੱਲਾ ਕਰਦਾ ਉਹੀ ਕੰਮ 18 ਦਿਨਾਂ ਦੇ ਵਿੱਚ। ਤਾਂ ਬੱਚੇ ਕੰਮ ਕਿੰਨਾ ਹੈ? ਕੰਮ ਲਈ ਆਪਾਂ ਹਮੇਸ਼ਾ 12 ਤੇ 18 ਦਾ ਐਲਸੀਐਮ ਲੈਣੇ ਆ। 12 ਤੇ 18 ਦਾ ਐਲਸੀਐਮ ਕਿੰਨਾ ਆ ਗਿਆ? 36। ਤਾਂ ਤੁਸੀਂ ਟੋਟਲ ਵਰਕ ਅਜ਼ਿਊਮ ਕਰ ਲਓ 36 ਟੌਫੀਆਂ। ਤਾਂ ਇਹ 12 ਦਿਨਾਂ 'ਚ 36 ਟੌਫੀਆਂ ਖਾਂਦਾ। ਐਫੀਸ਼ੀਐਂਸੀ ਹੁੰਦੀ ਹੈ 1 ਦਿਨ ਦਾ ਕੰਮ। ਤਾਂ ਜਿਹੜਾ ਬੰਦਾ 12 ਦਿਨਾਂ 'ਚ 36 ਟੌਫੀਆਂ ਖਾਂਦਾ, ਡੇਲੀ 3 ਖਾਂਦਾ ਹੋਊਗਾ, ਤਾਂ A ਦੀ ਐਫੀਸ਼ੀਐਂਸੀ ਆ ਗਈ 3। ਉਸੇ ਤਰ੍ਹਾਂ B 18 ਦਿਨਾਂ 'ਚ 36 ਟੌਫੀਆਂ ਖਾਂਦਾ, ਉਹ ਡੇਲੀ 2 ਟੌਫੀਆਂ ਖਾਂਦਾ ਹੋਊਗਾ, B ਦੀ ਐਫੀਸ਼ੀਐਂਸੀ ਆ ਗਈ ਬੱਚੇ 2। ਕੰਮ ਕੀਤਾ ਕਿਵੇਂ? ਕੰਮ ਕੀਤਾ ਇਕੱਠਿਆਂ ਨੇ ਸ਼ੁਰੂ ਕੀਤਾ, ਕੁਛ ਦਿਨ ਬਾਅਦ A ਛੱਡ ਕੇ ਚੱਲ ਗਿਆ, ਬਚਿਆ ਹੋਇਆ ਕੰਮ B ਨੇ 8 ਦਿਨਾਂ 'ਚ ਨਿਬੇੜਤਾ। ਤਾਂ ਬੱਚੇ ਇਕੱਠਿਆਂ ਨੇ ਕਿੰਨੇ ਦਿਨ ਕੰਮ ਕੀਤਾ ਉਹ ਤਾਂ ਸਾਨੂੰ ਨਹੀਂ ਪਤਾ। ਆਹ ਇਕੱਠਿਆਂ ਨੇ ਕੰਮ ਕੀਤਾ, ਫਿਰ ਬਚਿਆ ਹੋਇਆ ਕੰਮ B ਨੇ ਇਕੱਲੇ ਨੇ 8 ਦਿਨਾਂ ਦੇ ਵਿੱਚ ਨਿਬੇੜਤਾ। ਸਾਨੂੰ ਨਹੀਂ ਪਤਾ ਆਹ ਕਿੰਨੇ ਦਿਨ ਨੇ। ਜਦੋਂ A ਤੇ B ਨੇ ਇਕੱਠਿਆਂ ਨੇ ਕੰਮ ਕੀਤਾ, ਇੱਥੇ A ਛੱਡ ਕੇ ਚੱਲ ਗਿਆ, ਫਿਰ B ਇਕੱਲਾ ਰਹਿ ਗਿਆ, ਉਹਨੇ 8 ਦਿਨਾਂ 'ਚ ਕੰਮ ਨਿਬੇੜਤਾ। ਤਾਂ ਕੰਮ ਬੱਚੇ 36 ਦੀਆਂ 36 ਟੌਫੀਆਂ ਇੱਥੋਂ ਸ਼ੁਰੂ ਹੋ ਕੇ ਇੱਥੇ ਲਿਆ ਕੇ ਆਪਾਂ ਨਿਬੇੜਤੀਆਂ। ਤਾਂ ਆਪਾਂ ਇਹ ਦੱਸਣਾ A ਤੇ B ਇਕੱਠੇ ਕਿੰਨੇ ਦਿਨ ਕੰਮ ਕਰਦੇ ਨੇ। ਜਦੋਂ A ਛੱਡ ਗਿਆ, ਬੇਸਿਕਲੀ ਇੱਕੋ ਗੱਲ ਹੈ। ਫਿਰ ਉਸ ਤੋਂ ਬਾਅਦ B ਨੇ 8 ਦਿਨਾਂ 'ਚ ਕੰਮ ਨਿਬੇੜਤਾ, ਉਹ ਸਾਡੇ ਸਾਹਮਣੇ ਹੈ। ਤਾਂ ਬੱਚੇ ਜਿਹੜੀ ਚੀਜ਼ ਸ਼ੋਰ ਹੈ ਉਹ ਚੱਕੋ, B ਨੇ 8 ਦਿਨ ਕੰਮ ਕੀਤਾ। ਬੱਚੇ ਡੇਲੀ 2 ਟੌਫੀਆਂ ਖਾਣ ਵਾਲਾ ਬੰਦਾ 8 ਦਿਨਾਂ ਦੇ ਵਿੱਚ ਕਿੰਨੀਆਂ ਟੌਫੀਆਂ ਖਾ ਜੂ? 16 ਟੌਫੀਆਂ ਖਾ ਜੂ। ਉਹਨਾਂ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ 36 ਟੌਫੀਆਂ ਖਾਧੀਆਂ ਨੇ, ਜਿਹਦੇ ਵਿੱਚੋਂ 16 ਟੌਫੀਆਂ B ਨੇ 8 ਦਿਨਾਂ 'ਚ ਖਾਧੀਆਂ। ਤਾਂ ਬੱਚੇ ਸ਼ੁਰੂ 'ਚ ਕਿੰਨੀਆਂ ਟੌਫੀਆਂ ਹੋਣਗੀਆਂ? 36 ਦੇ ਵਿੱਚੋਂ 16 ਉੱਥੇ ਖਾਣੀਆਂ ਨੇ, ਤਾਂ ਇੱਥੇ 20 ਟੌਫੀਆਂ ਹੋਣਗੀਆਂ। ਇਹ 20 ਟੌਫੀਆਂ ਕਿੰਨੇ ਖਾਧੀਆਂ?
A ਤੇ B ਨੇ ਰਲ ਕੇ, ਤਾਂ A ਤੇ B ਰਲ ਕੇ ਡੇਲੀ 5 ਟੌਫੀਆਂ ਖਾਂਦੇ ਨੇ, ਤਾਂ 5 ਟੌਫੀਆਂ ਖਾ ਕੇ ਕਿੰਨੇ ਦਿਨਾਂ ਦੇ ਵਿੱਚ 20 ਟੌਫੀਆਂ ਖਾ ਜਾਣਗੇ? ਤਾਂ ਬੱਚੇ 4 ਦਿਨਾਂ ਦੇ ਵਿੱਚ। ਤਾਂ ਇਹਦਾ ਮਤਲਬ A ਤੇ B ਨੇ ਰਲ ਕੇ 4 ਦਿਨ ਕੰਮ ਕੀਤਾ, ਯਾਨੀ ਕਿ 4 ਦਿਨ ਬਾਅਦ A ਛੱਡ ਕੇ ਗਿਆ। ਤਾਂ ਇਸ ਕੁਐਸਚਨ ਦਾ ਬੱਚੇ ਆਨਸਰ ਤੁਹਾਡਾ ਕੀ ਆਜੂ? C ਆਪਸ਼ਨ, 4 ਦਿਨ ਬਾਅਦ A ਛੱਡ ਕੇ ਗਿਆ। ਕਿੰਨੇ ਦਿਨ ਬਾਅਦ A ਛੱਡ ਕੇ ਗਿਆ, ਉਹਦਾ ਸਿੱਧਾ ਸੰਬੰਧ ਹੈ ਕਿ A ਤੇ B ਨੇ ਇਕੱਠਿਆਂ ਨੇ ਕਿੰਨੇ ਦਿਨ ਕੰਮ ਕੀਤਾ। ਜਿੰਨੇ ਦਿਨ ਇਕੱਠਿਆਂ ਨੇ ਕੰਮ ਕੀਤਾ ਉਨੇ ਦਿਨ ਬਾਅਦ A ਛੱਡ ਗਿਆ, ਬਾਕੀ ਤਾਂ ਮਗਰ B ਰਹਿ ਗਿਆ 8 ਦਿਨ। ਉਹ ਆਪਾਂ ਦੇਖ ਲਿਆ 16 ਟੌਫੀਆਂ ਟੋਟਲ ਚ 16 ਕੱਢ ਕੇ 20 ਇਹਨਾਂ ਨੇ ਮੂਹਰੇ ਖਾਧੀਆਂ ਹੋਣਗੀਆਂ ਪਹਿਲਾਂ, ਤਾਂ ਉਹ 20 ਟੌਫੀਆਂ ਡੇਲੀ 5 ਦੇ ਹਿਸਾਬ ਨਾਲ 4 ਦਿਨਾਂ ਦੇ ਵਿੱਚ ਖਾ ਗਏ। ਬੱਚੇ ਇਹ ਕੁਐਸਚਨ ਸੀ ਆਪਣਾ। ਅਗਲਾ ਕੁਐਸਚਨ ਦੇਖੋ, ਅਗਲਾ ਕੁਐਸਚਨ ਹੈ A, B and C, 3 ਜਣੇ ਦੇ ਉੱਤੇ ਕੁਐਸਚਨ ਹੈ। A, B and C can do a piece of work in 36, 54 and 72 days respectively. They started the work together but A left 8 days before the completion of the work. ਬੱਚੇ A ਕਦੋਂ ਛੱਡ ਕੇ ਗਿਆ? 8 ਦਿਨ ਪਹਿਲਾਂ, before the completion of the work, and B left 12 days before the completion of the work. ਬੱਚੇ A, B ਤੇ C ਕਿਸੇ ਕੰਮ ਨੂੰ 36, 54, 72 ਦਿਨਾਂ 'ਚ ਨਿਬੇੜਦੇ ਆ ਕੱਲੇ ਕੱਲੇ। ਇਕੱਠਿਆਂ ਨੇ ਕੰਮ ਸ਼ੁਰੂ ਕੀਤਾ, ਕੰਮ ਕਰਦੇ ਗਏ, A ਛੱਡ ਕੇ ਜਾਂਦਾ ਹੈ। ਕਦੋਂ ਛੱਡ ਕੇ ਜਾਂਦਾ ਹੈ? 8 days before the completion of the work। ਬੱਚੇ ਮੈਂ ਪੇਡ ਬੈਚ ਦੇ ਵਿੱਚ ਵੀ ਪੜਾਇਆ ਸੀਗਾ, ਅਕਸਰ ਵੀ ਜਦੋਂ ਇਹ ਕੁਐਸਚਨ ਕਰਦੇ ਮੈਂ ਦੱਸਦਾ ਹੁੰਨਾ ਕਿ ਜਦੋਂ ਕਿਸੇ ਕੁਐਸਚਨ 'ਚ ਕੋਈ ਬੰਦਾ ਕੰਮ ਐ ਛੱਡ ਕੇ ਜਾਵੇ ਬਿਫੋਰ ਦਾ ਕੰਪਲੀਸ਼ਨ ਆਫ ਦਾ ਵਰਕ, ਇੱਥੇ ਤਾਂ A ਵੀ ਐਂ ਛੱਡ ਕੇ ਜਾ ਰਿਹਾ 8 days ਬਿਫੋਰ ਦਾ ਕੰਪਲੀਸ਼ਨ ਆਫ ਦਾ ਵਰਕ, B ਵੀ ਐਂ ਛੱਡ ਕੇ ਜਾ ਰਿਹਾ 12 days ਬਿਫੋਰ ਦਾ ਕੰਪਲੀਸ਼ਨ ਆਫ ਦਾ ਵਰਕ। ਕੰਮ ਖਤਮ ਹੋਣ ਤੋਂ 8 ਦਿਨ ਪਹਿਲਾਂ, ਕੰਮ ਖਤਮ ਹੋਣ ਤੋਂ 12 ਦਿਨ ਪਹਿਲਾਂ। ਤਾਂ ਉਹ ਪੁੱਛਦਾ ਇਨ ਵਟ ਟਾਈਮ ਦਾ ਹੋਲ ਵਰਕ ਵਿਲ ਬੀ ਕੰਪਲੀਟਡ। ਤਾਂ ਕੰਮ ਕਿੰਨੇ ਦਿਨਾਂ 'ਚ ਖਤਮ ਹੋਊਗਾ, ਪੂਰੇ ਦਾ ਪੂਰਾ ਕੰਮ ਕਿੰਨੇ ਦਿਨਾਂ 'ਚ ਖਤਮ ਹੋਊਗਾ, ਇਹ ਦੱਸਣਾ ਹੈ। ਤਾਂ ਬੱਚੇ ਜਦੋਂ ਵੀ ਕਿਸੇ ਕੁਐਸਚਨ 'ਚ ਕੰਮ ਇਸ ਤਰ੍ਹਾਂ ਛੱਡਿਆ ਜਾਵੇ, ਤੁਸੀਂ ਹੋਰ ਕੁਝ ਨਹੀਂ ਕਰਨਾ, ਤੁਸੀਂ ਡੰਡੇ ਦੇ ਜ਼ੋਰ ਤੇ ਉਹ ਬੰਦੇ ਬਿਠਾ ਕੇ ਰੱਖਣੇ ਨੇ, ਹੋਰ ਕੁਝ ਨਹੀਂ ਕਰਨਾ। ਮੈਂ ਸਮਝਾਉਣਾ ਕਿਵੇਂ ਬਿਠਾ ਕੇ ਰੱਖਣੇ ਆ। ਤਾਂ ਬੱਚੇ ਪਹਿਲਾਂ ਤਾਂ ਬੇਸਿਕ ਡਿਟੇਲਸ ਲਿਖ ਲਓ ਕਿ A ਪਰਸਨ ਕਿਸੇ ਕੰਮ ਨੂੰ 36 ਦਿਨਾਂ 'ਚ ਕਰਦਾ ਹੈ, B ਪਰਸਨ ਉਸੇ ਕੰਮ ਨੂੰ 54 ਦਿਨਾਂ 'ਚ ਕਰਦਾ ਹੈ, C ਪਰਸਨ ਉਸੇ ਕੰਮ ਨੂੰ 72 ਦਿਨਾਂ 'ਚ ਕਰਦਾ ਹੈ। ਤਾਂ ਬੱਚੇ ਟੋਟਲ ਵਰਕ ਕਿੰਨਾ? ਟੋਟਲ ਆ ਗਿਆ 36, 54, 72 ਦਾ ਐਲਸੀਐਮ, 36, 54, 72 ਦਾ ਐਲਸੀਐਮ ਆ ਗਿਆ 216। ਤਾਂ 216 ਟੌਫੀਆਂ ਨੇ। A ਦੀ ਐਫੀਸ਼ੀਐਂਸੀ 36 ਦਿਨਾਂ 'ਚ 216 ਟੌਫੀਆਂ ਡੇਲੀ 6, B 54 ਦਿਨਾਂ 'ਚ 216 ਡੇਲੀ 4, C 72 ਦਿਨਾਂ 'ਚ 216 ਡੇਲੀ 3। ਤਾਂ ਬੱਚੇ ਐਫੀਸ਼ੀਐਂਸੀ ਆ ਗਈ। ਕੰਮ ਕੀਤਾ ਕਿਵੇਂ? ਕੰਮ ਬੱਚੇ ਇਕੱਠਿਆਂ ਨੇ ਸ਼ੁਰੂ ਕੀਤਾ। ਆਹ A ਹੈ, ਆਹ B ਹੈ, ਆਹ C ਹੈ। ਕੰਮ ਇਕੱਠਿਆਂ ਨੇ ਸ਼ੁਰੂ ਕੀਤਾ ਤੇ A ਛੱਡ ਕੇ ਚਲ ਗਿਆ। A ਬੱਚੇ ਕਦੋਂ ਛੱਡ ਕੇ ਚਲ ਗਿਆ? A ਛੱਡ ਕੇ ਚਲ ਗਿਆ 8 days ਬਿਫੋਰ ਦਾ ਕੰਪਲੀਸ਼ਨ ਆਫ ਦਾ ਵਰਕ। ਕੰਮ ਖਤਮ ਹੋਣ ਤੋਂ 8 ਦਿਨ ਪਹਿਲਾਂ ਛੱਡ ਗਿਆ। ਤੇ B ਕਦੋਂ ਛੱਡ ਗਿਆ? B ਛੱਡ ਗਿਆ ਕੰਮ ਖਤਮ ਹੋਣ ਤੋਂ 12 ਦਿਨ ਪਹਿਲਾਂ। B left 12 days before the completion of the work। ਤਾਂ ਬੱਚੇ ਇਸ ਤਰ੍ਹਾਂ ਛੱਡ ਗਏ। ਆ ਜਿਹੜੀਆਂ ਸਟ੍ਰੇਟ ਲਾਈਨਸ ਨੇ, ਵਾਈਟ ਕਲਰ ਦੀਆਂ ਸਟ੍ਰੇਟ ਲਾਈਨਸ ਨੇ, ਇਹ ਇਹਨਾਂ ਨੇ ਟੌਫੀਆਂ ਖਾਧੀਆਂ ਹੋਈਆਂ ਨੇ। C ਸ਼ੁਰੂ ਤੋਂ ਲੈ ਕੇ ਅਖੀਰ ਤੱਕ ਡਟਿਆ ਰਿਹਾ। ਤਾਂ ਬੱਚੇ ਇਹ ਕੁੱਲ 216 ਟੌਫੀਆਂ ਨੇ। ਮੈਂ ਕਿਹਾ ਸੀ ਕਿ ਜਦੋਂ ਕੋਈ ਬੰਦਾ ਇਸ ਤਰ੍ਹਾਂ, ਜਦੋਂ ਕਿਸੇ ਵੀ ਸਵਾਲ 'ਚ ਕੰਮ ਇਸ ਤਰ੍ਹਾਂ ਛੱਡਿਆ ਜਾਵੇ ਇੰਨੇ ਡੇਜ਼ ਬਿਫੋਰ ਦਾ ਕੰਪਲੀਸ਼ਨ ਆਫ ਦਾ ਵਰਕ, ਉਦੋਂ ਹੋਰ ਕੁਝ ਨਹੀਂ ਕਰਨਾ, ਧੱਕੇ ਨਾਲ ਬਿਠਾ ਕੇ ਰੱਖੋ। A ਨੂੰ 8 ਦਿਨ ਬਿਠਾਓ, B ਨੂੰ 12 ਦਿਨ ਬਿਠਾਓ। ਤਾਂ ਬੱਚੇ ਜੇ A ਨੂੰ 8 ਦਿਨ ਬਿਠਾਵਾਂਗੇ, A ਵੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹੋ ਗਿਆ। B ਨੂੰ 12 ਦਿਨ ਬਿਠਾਵਾਂਗੇ, B ਵੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹੋ ਗਿਆ। C ਆਲਰੇਡੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹੈ। ਤਾਂ ਪਰ A ਨੂੰ ਜਦੋਂ ਆਪਾਂ ਧੱਕੇ ਨਾਲ 8 ਦਿਨ ਲਈ ਬਿਠਾਵਾਂਗੇ, ਭੁੱਖਾ ਤਾਂ ਬਿਠਾਉਂਦੇ ਨਹੀਂ, ਕੁਛ ਤਾਂ ਖਵਾਵਾਂਗੇ ਨਾ। ਕੀ ਖਵਾਵਾਂਗੇ? A ਡੇਲੀ 6 ਟੌਫੀਆਂ ਖਾਂਦਾ ਹੈ, ਤਾਂ 8 ਦਿਨਾਂ 'ਚ 48 ਟੌਫੀਆਂ ਖਾਊਗਾ। ਤਾਂ ਬੱਚੇ ਉਹ 48 ਟੌਫੀਆਂ ਇਹਦੇ ਵਿੱਚੋਂ ਨਹੀਂ ਮਿਲਣਗੀਆਂ। ਚਿੱਟੇ ਰੰਗ 'ਚ 216 ਜਿਹੜੀਆਂ ਟੌਫੀਆਂ ਲਿਖੀਆਂ ਨੇ ਉਹ ਚਿੱਟੀ ਲਾਈਨ ਹੈ। ਜਿਹੜੀਆਂ ਇਹਨੂੰ ਧੱਕੇ ਨਾਲ ਆਪਾਂ 8 ਦਿਨ ਬਿਠਾਉਣਾ ਤੇ ਉਹ 8 ਦਿਨਾਂ ਦੀਆਂ 48 ਟੌਫੀਆਂ ਖਵਾਵਾਂਗੇ ਡੇਲੀ 6 ਦੇ ਹਿਸਾਬ ਨਾਲ। ਉਹ ਬਾਹਰੋਂ ਲੈ ਕੇ ਆਵਾਂਗੇ ਤੇ 48 ਇਹਦੇ ਵਿੱਚ ਜੋੜਾਂਗੇ। B ਨੂੰ 12 ਦਿਨ ਧੱਕੇ ਨਾਲ ਬਿਠਾਉਣਾ ਹੈ, ਤਾਂ B ਡੇਲੀ 4 ਟੌਫੀਆਂ ਖਾਂਦਾ ਹੈ, ਤਾਂ 12 ਦਿਨਾਂ ਦੀਆਂ 48 ਟੌਫੀਆਂ ਉਹਨੂੰ ਵੀ ਖਵਾਉਣੀਆਂ ਨੇ, ਉਹਦੀਆਂ ਵੀ 48 ਟੌਫੀਆਂ ਬਾਹਰੋਂ ਲੈ ਕੇ ਆਵਾਂਗੇ। ਤਾਂ ਬੱਚੇ ਟੋਟਲ ਟੌਫੀਆਂ ਕਿੰਨੀਆਂ ਹੋ ਗਈਆਂ? 312। 216 'ਚ 96 ਜੋੜਿਆ ਤਾਂ 312। ਤਾਂ ਬੱਚੇ ਟੋਟਲ ਐਕਚੁਅਲ ਦੇ ਵਿੱਚ 216 ਸੀ, ਪਰ ਜਦੋਂ ਆਪਾਂ A ਨੂੰ 8 ਦਿਨ ਤੇ B ਨੂੰ 12 ਦਿਨ ਧੱਕੇ ਨਾਲ ਬਿਠਾਇਆ, ਤਾਂ A ਨੇ 8 ਦਿਨ 6 ਦੇ ਹਿਸਾਬ ਨਾਲ 48, B ਨੇ 12 ਦਿਨ 4 ਦੇ ਹਿਸਾਬ ਨਾਲ 48 ਟੌਫੀਆਂ ਖਾਣੀਆਂ ਨੇ। ਤਾਂ ਉਹ ਬਾਹਰੋਂ ਲੈ ਕੇ ਆਵਾਂਗੇ ਤਾਂ ਕੁੱਲ ਟੌਫੀਆਂ ਹੋ ਗਈਆਂ 312। ਤੇ 312 ਟੌਫੀਆਂ ਕਿੰਨੇ ਖਾਣੀਆਂ ਨੇ? A, B ਤੇ C ਨੇ ਪਹਿਲੇ ਦਿਨ ਤੋਂ ਆਖਰੀ ਦਿਨ ਤੱਕ ਇਕੱਠੇ ਕੰਮ ਕਰਨਾ। ਤਾਂ ਇਕੱਠੇ ਕੰਮ ਕਰਦੇ ਆ ਬੱਚੇ 6 4 10 3 13 ਟੌਫੀਆਂ ਡੇਲੀ ਖਾਂਦੇ ਨੇ। ਤਾਂ 312 ਟੌਫੀਆਂ ਕਿੰਨੇ ਦਿਨਾਂ 'ਚ ਖਾਣਗੇ? 312/13। 13 × 2 26,
5 ਬਚ ਗਿਆ 52, 13 × 4 52, ਤਾਂ ਬੱਚੇ 24 ਦਿਨਾਂ ਦੇ ਵਿੱਚ ਪੂਰੇ ਦਾ ਪੂਰਾ ਕੰਮ ਨਿਬੜਿਆ। ਤਾਂ 24 ਡੇਜ਼ ਬੱਚੇ ਆਨਸਰ ਆ ਗਿਆ ਸੈਕਿੰਡ ਆਪਸ਼ਨ। ਤਾਂ ਇਹ ਬੱਚੇ ਆਪਣਾ ਕੁਐਸਚਨ ਸੀ, ਹਮੇਸ਼ਾ ਯਾਦ ਰੱਖਣਾ ਜਦੋਂ ਕੋਈ ਬੰਦਾ ਕੰਮ ਐ ਛੱਡ ਕੇ ਜਾਵੇ ਬਿਫੋਰ ਦਾ ਕੰਪਲੀਸ਼ਨ ਆਫ ਦਾ ਵਰਕ, ਚੁੱਪ ਕਰਕੇ ਧੱਕੇ ਨਾਲ ਬਿਠਾ ਲਓ, ਹੋਰ ਕੁਝ ਨਹੀਂ ਕਰਨਾ ਹੈਗਾ। ਇਹ ਕੁਐਸਚਨ ਸੀ ਬੱਚੇ। ਇਸ ਤੋਂ ਬਾਅਦ ਅੱਗੇ ਆ ਜਾਓ। ਅਗਲਾ ਕੁਐਸਚਨ ਕੀ ਹੈ, A, B and C can finish a piece of work in 10, 12 and 15 days respectively. A and B started working together. ਬੱਚੇ ਡਾਟਾ 3 ਜਣਿਆਂ ਦੇ ਦਿੱਤਾ ਕਿ A ਕਿਸੇ ਕੰਮ ਨੂੰ 10 ਦਿਨਾਂ 'ਚ, B 12 ਦਿਨਾਂ 'ਚ, C 15 ਦਿਨਾਂ 'ਚ ਕਰਦੇ ਆ, ਪਰ ਕੰਮ ਕਰਨ ਕਿਵੇਂ ਆਏ? A and B started working together after working for 1 day. ਸਿਰਫ ਇੱਕ ਦਿਨ ਕੰਮ ਕੀਤਾ। A ਤੇ B ਆਏ, C ਨਹੀਂ ਆਇਆ। A ਤੇ B ਆਏ, ਇੱਕ ਦਿਨ ਕੰਮ ਕੀਤਾ। ਇੱਕ ਦਿਨ ਬਾਅਦ A ਛੱਡ ਕੇ ਚਲ ਗਿਆ, C ਨੇ ਜੁਆਇਨ ਕਰ ਲਿਆ। ਕਹਿਣ ਦਾ ਮਤਲਬ ਪਹਿਲੇ ਦਿਨ A ਤੇ B ਨੇ ਕੰਮ ਕੀਤਾ, ਅਗਲੇ ਦਿਨ A ਚਲ ਗਿਆ, B ਹੈਗਾ, C ਆ ਗਿਆ, ਤਾਂ ਦੂਜੇ ਦਿਨ B ਤੇ C ਹੈ। ਆਫਟਰ 2 days 2 ਦਿਨ ਬਾਅਦ B ਲੈਫਟ ਦਾ ਵਰਕ ਵਾਈਲ A ਜੁਆਇਨਸ, ਤੇ A ਨੇ ਜੁਆਇਨ ਕਰ ਲਿਆ। ਦੂਜੇ ਦਿਨ B ਤੇ C ਸੀਗੇ, ਤੀਜੇ ਦਿਨ B ਚਲ ਗਿਆ, A ਆ ਗਿਆ, ਯਾਨੀ ਕਿ ਤੀਜੇ ਦਿਨ A ਤੇ C ਨੇ। ਤਾਂ ਪਹਿਲੇ ਦਿਨ AB, ਦੂਜੇ ਦਿਨ BC, ਤੀਜੇ ਦਿਨ AC। ਉਸ ਤੋਂ ਬਾਅਦ देयर इज हॉलीडे ऑन द 4th डे, ਚੌਥੇ ਦਿਨ ਛੁੱਟੀ ਹੈ। ਐਂਡ ਦੈਨ ਦਾ ਸੇਮ ਪ੍ਰੋਸੈਸ ਇਜ਼ ਰਿਪੀਟਡ ਟਿਲ ਦਾ ਵਰਕ ਇਜ਼ ਫਿਨਿਸ਼ਡ। ਤੇ ਉਹ ਜਿਹੜਾ ਪਹਿਲੇ 3 ਦਿਨ ਦਾ ਪ੍ਰੋਸੈਸ ਸੀਗਾ, ਪਹਿਲੇ ਦਿਨ AB, ਦੂਜੇ ਦਿਨ BC, ਤੀਜੇ ਦਿਨ AC, ਚੌਥੇ ਦਿਨ ਛੁੱਟੀ, ਉਹ ਕਹਿੰਦੇ ਪ੍ਰੋਸੈਸ ਐਂ ਚੱਲੀ ਗਿਆ, ਕੰਮ ਖਤਮ ਹੋਣ ਤੱਕ ਉਹੀ ਪ੍ਰੋਸੈਸ ਚੱਲੀ ਗਿਆ। ਤਾਂ ਐਗਜ਼ਾਮੀਨਰ ਕਹਿੰਦਾ ਇਨ ਹਾਊ ਮੈਨੀ ਡੇਜ਼ ਵਰਕ ਵੁੱਡ ਬੀ ਫਿਨਿਸ਼ਡ, ਕੰਮ ਕਿੰਨੇ ਦਿਨਾਂ 'ਚ ਨਿਬੜੂਗਾ? ਬੱਚੇ ਕੰਮ ਦੇਖੋ ਕੀ ਹੈ, A ਪਰਸਨ ਕਿਸੇ ਕੰਮ ਨੂੰ 10 ਦਿਨਾਂ ਦੇ ਵਿੱਚ ਕਰਦਾ, B ਉਹੀ ਕੰਮ ਨੂੰ 12 ਦਿਨਾਂ ਦੇ ਵਿੱਚ ਕਰਦਾ, ਤੇ C ਪਰਸਨ ਉਸੇ ਕੰਮ ਨੂੰ 15 ਦਿਨਾਂ ਦੇ ਵਿੱਚ ਕਰਦਾ। ਇਹ ਤਾਂ ਸਾਨੂੰ ਟੋਟਲ ਦਿੱਤਾ ਹੋਇਆ ਇਹਨਾਂ ਦਾ। ਤਾਂ ਬੱਚੇ ਟੋਟਲ ਵਰਕ ਕਿੰਨਾ ਅਸਿਊਮ ਕਰਾਂਗੇ? ਟੋਟਲ ਵਰਕ ਹਮੇਸ਼ਾ LCM 10, 12, 15 ਦਾ LCM ਆ ਗਿਆ 60 ਟੋਫੀਆਂ। ਤਾਂ A ਦੀ ਐਫੀਸ਼ੀਐਂਸੀ 10 ਦਿਨਾਂ 'ਚ 60 ਟੋਫੀਆਂ ਡੇਲੀ 6, B 12 ਦਿਨਾਂ 'ਚ 60 ਟੋਫੀਆਂ ਖਾਂਦਾ, ਡੇਲੀ 5 ਖਾਂਦਾ ਹੋਊਗਾ, C 15 ਦਿਨਾਂ 'ਚ 60 ਟੋਫੀਆਂ ਖਾਂਦਾ, ਤਾਂ ਡੇਲੀ 4 ਟੋਫੀਆਂ ਖਾਂਦਾ ਹੋਊਗਾ। ਇਹ ਤਾਂ ਇੱਥੇ ਤੱਕ ਐਫੀਸ਼ੀਐਂਸੀ ਹਰ ਕੁਐਸਚਨ 'ਚ ਕੱਢਣੀ ਆ। ਫਿਰ ਕੰਮ ਕੀਤਾ ਕਿਵੇਂ? ਬੱਚੇ ਕੰਮ ਕੀਤਾ ਪਹਿਲੇ ਦਿਨ A ਤੇ B, ਦੂਜੇ ਦਿਨ A ਚਲ ਗਿਆ, ਉਹਦੀ ਜਗ੍ਹਾ C ਆ ਗਿਆ, ਯਾਨੀ ਕਿ B ਤਾਂ ਹੈਗਾ, B ਦੇ ਨਾਲ ਹੁਣ C ਆ ਗਿਆ। ਤੀਜੇ ਦਿਨ B ਚਲ ਗਿਆ, ਆਫਟਰ 2 days ਦਾ ਮਤਲਬ ਤੀਜੇ ਦਿਨ A ਆ ਗਿਆ, ਤਾਂ A ਤੇ C ਹੋ ਗਏ। ਚੌਥੇ ਦਿਨ ਖਾਲੀ ਛੁੱਟੀ ਆ। ਪੰਜਵੇਂ ਦਿਨ ਫੇਰ ਉਹੀ ਪ੍ਰੋਸੈਸ ਰਿਪੀਟ ਹੋਈ ਗਿਆ, BC AC ਛੁੱਟੀ। ਤਾਂ ਇਹ ਪ੍ਰੋਸੈਸ ਚੱਲੀ ਜਾਊਗਾ। ਆ ਬੱਚੇ ਇੱਕ ਪੂਰੇ ਦਾ ਪੂਰਾ ਦਿਨ ਕਾਊਂਟ ਕਰਨਾ ਹੈ, ਆ ਵੀ ਜਿਹੜੀ ਛੁੱਟੀ ਹੈ ਪੂਰੇ ਦਾ ਪੂਰਾ ਦਿਨ ਕਾਊਂਟ ਕਰਨਾ ਹੈ। ਤੇ ਇਦਾਂ ਕੋਈ ਕੰਮ ਨਹੀਂ ਹੋਇਆ, ਜ਼ੀਰੋ ਕੰਮ ਹੋਇਆ, ਕੋਈ ਟੌਫੀ ਨਹੀਂ ਖਾਧੀ ਗਈ, ਇਹ ਗਿਣਨਾ। ਤਾਂ ਇਸ ਤਰ੍ਹਾਂ ਬੱਚੇ ਕੰਮ ਕਿੰਨੇ ਦਿਨਾਂ 'ਚ ਨਿਬੜੂਗਾ? ਪਹਿਲੇ ਦਿਨ AB, A ਤੇ B 6 ਤੇ 5 11 ਟੌਫੀਆਂ ਖਾ ਗਏ। ਦੂਜੇ ਦਿਨ BC 5 ਤੇ 4 9 ਟੌਫੀਆਂ ਖਾ ਗਏ। ਤੀਜੇ ਦਿਨ AC 6 ਤੇ 4 10 ਟੌਫੀਆਂ ਖਾ ਗਏ। ਚੌਥੇ ਦਿਨ ਕੋਈ ਟੌਫੀ ਨਹੀਂ। ਤਾਂ ਬੱਚੇ ਜਿਹੜੀ ਰੈਪੀਟੀਸ਼ਨ ਹੈ, ਰੈਪੀਟੀਸ਼ਨ ਕੀ ਕਹਿ ਰਹੀ ਆ? 11 ਤੇ 9 20 ਤੇ 10 30 ਟੌਫੀਆਂ 4 ਦਿਨਾਂ 'ਚ, 3 ਦਿਨਾਂ 'ਚ 30 ਟੌਫੀਆਂ, ਪਰ ਚੌਥੇ ਦਿਨ ਛੁੱਟੀ ਸੀ, ਦਿਨ ਪੂਰਾ ਲੰਘਿਆ, ਤਾਂ 4 ਦਿਨਾਂ 'ਚ 30 ਟੌਫੀਆਂ। ਪੰਜਵੇਂ ਦਿਨ 11, 6ਵੇਂ ਦਿਨ 9, 7ਵੇਂ ਦਿਨ 10, 11 ਤੇ 9 20 ਤੇ 10 30, ਇੱਥੇ 30 ਟੌਫੀਆਂ ਹੋ ਗਈਆਂ। ਕੁੱਲ 60 ਟੌਫੀਆਂ ਬਣਾਉਣੀਆਂ ਨੇ, ਤਾਂ 30 ਟੌਫੀਆਂ ਹੋ ਗਈਆਂ 4 ਦਿਨਾਂ 'ਚ, ਤਾਂ 60 ਟੌਫੀਆਂ ਨੂੰ ਬੱਚੇ 8 ਦਿਨ ਨਾ ਕਹਿ ਦਿਓ। ਜੇ 30 ਟੌਫੀਆਂ ਤੁਹਾਡੀਆਂ ਬੱਚੇ 4 ਦਿਨਾਂ ਦੇ ਵਿੱਚ ਖਾਧੀਆਂ ਜਾ ਰਹੀਆਂ ਨੇ, ਹੱਥ ਜੋੜ ਕੇ ਬੇਨਤੀ ਹੈ 60 ਟੌਫੀਆਂ 8 ਦਿਨਾਂ 'ਚ ਨਹੀਂ ਕਹਿਣੀਆਂ। ਪੰਜਵਾਂ, ਛੇਵਾਂ ਤੇ 7ਵਾਂ ਦਿਨ ਇੱਥੇ 60 ਟੌਫੀਆਂ ਹੋ ਗਈਆਂ। ਜੇ 60 ਟੌਫੀਆਂ 4 ਤੇ 3 7 ਦਿਨਾਂ 'ਚ ਖਾਧੀਆਂ ਗਈਆਂ, ਤਾਂ ਜਿਹੜਾ 8ਵੇਂ ਦਿਨ ਕੋਈ ਟੌਫੀ ਨਹੀਂ ਖਾਧੀ ਜਾਣੀ, ਉਹ ਗਿਣਨਾ ਹੀ ਨਹੀਂ ਹੈਗਾ, ਕਿਉਂਕਿ 7 ਦਿਨਾਂ 'ਚ ਕੰਮ ਨਿਬੜ ਗਿਆ। ਸੋ ਇਸ ਕਰਕੇ ਬੱਚੇ ਤੁਹਾਡਾ ਆਨਸਰ ਕੀ ਆਊਗਾ ਇਸ ਕੁਐਸਚਨ ਦਾ? 7 ਡੇਜ਼। ਤਾਂ ਕਿਸੇ ਨੇ ਬੱਚੇ ਇਸ ਕੁਐਸਚਨ ਦਾ ਆਨਸਰ 8 ਡੇਜ਼ ਨਹੀਂ ਮਾਰਕ ਕਰਨਾ, 7 ਡੇਜ਼ ਆਨਸਰ ਆਊਗਾ ਇਸ ਕੁਐਸਚਨ ਦਾ। ਤਾਂ ਇਹ ਬੱਚੇ ਆਪਣਾ ਕੁਐਸਚਨ ਸੀਗਾ। ਅਗਲੇ ਕੁਐਸਚਨ ਤੇ ਆ ਜਾਓ। ਮੈਂ ਫਿਰ ਉਹੀ ਗੱਲ ਕਹਿ ਰਿਹਾ ਕਿ ਬੱਚੇ ਆਪਾਂ ਵੈਸੇ ਹਰ ਇੱਕ ਚੈਪਟਰ ਦੇ ਵਿੱਚ, ਤਾਂ ਅੱਜ ਜਦੋਂ ਟਾਈਮ ਐਂਡ ਵਰਕ ਕਰ ਰਹੇ ਹਾਂ, ਤਾਂ ਟਾਈਮ ਐਂਡ ਵਰਕ ਸਾਰੇ ਦਾ ਸਾਰਾ ਚੈਪਟਰ ਉਹ ਹਿੱਸਾ ਪੜਾਂਗੇ ਜਿਹੜਾ ਆਪਾਂ ਕਹਿੰਦੇ ਕਿ ਆਮ ਤੌਰ ਤੇ ਕਲਾਸਾਂ 'ਚ ਨਹੀਂ ਪੜ੍ਹਦੇ ਹੈਗੇ। ਸੌਖਾ ਕੁਐਸਚਨ ਜਦੋਂ ਨਹੀਂ ਬਣਦਾ ਕਿਸੇ ਚੈਪਟਰ ਦੇ ਵਿੱਚ, ਔਖਾ ਕੁਐਸਚਨ ਆ ਜਾਂਦਾ, ਤਾਂ ਔਖੇ ਕੁਐਸਚਨ ਕਿਹੋ ਜਿਹੇ ਹੁੰਦੇ ਆ ਪੇਪਰ ਦੇ ਵਿੱਚ, ਔਖੀਆਂ ਸਟੇਟਮੈਂਟਸ ਕਿਹੋ ਜਿਹੀਆਂ ਹੁੰਦੀਆਂ ਨੇ, ਲੈਂਥੀ ਸਟੇਟਮੈਂਟਸ ਕਿਹੋ ਜਿਹੀਆਂ ਹੁੰਦੀਆਂ ਨੇ, ਉਹ ਦੇਖਾਂਗੇ। ਤਾਂ ਹਲੇ ਤਾਂ ਆਪਾਂ ਕੋਈ ਔਖੀਆਂ ਸਟੇਟਮੈਂਟਸ ਨਹੀਂ ਦੇਖਿਆ। ਅਗਲੇ ਕੁਐਸਚਨਸ ਦੇ ਵਿੱਚ ਤੁਸੀਂ ਦੇਖੋਗੇ ਜਿੱਥੇ ਧੂਆਂ ਕੱਢੂ, ਮਤਲਬ ਪੂਰੇ ਦਾ ਪੂਰਾ ਕੁਐਸਚਨ ਤੁਹਾਡਾ ਧੂਆਂ ਕੱਢ ਕੇ ਰੱਖ ਦੂਗਾ। ਤੁਸੀਂ ਕਹੋਗੇ ਸਾਰਾ ਚੈਪਟਰ ਕੀਤਾ ਸੀਗਾ, ਫਿਰ ਵੀ ਆ ਕੁਐਸਚਨ ਕਿਉਂ ਨਹੀਂ ਹੋ ਰਿਹਾ? ਕੁਐਸਚਨ ਹੋ ਨਹੀਂ ਰਿਹਾ ਵੀ ਦੂਜੀ ਗੱਲ ਹੈ, ਕੁਐਸਚਨ ਸਮਝ ਕਿਉਂ ਨਹੀਂ ਆ ਰਿਹਾ? ਤਾਂ ਇਹੋ ਜਿਹੀਆਂ ਸਟੇਟਮੈਂਟਸ ਤੱਕ ਆਪਾਂ ਪੂਰੇ ਦਾ ਪੂਰਾ ਚੈਪਟਰ ਸੋਲਵ ਕਰਾਂਗੇ ਅੱਜ ਦਾ ਸੈਸ਼ਨ। ਜਿੰਨੇ ਸਟੂਡੈਂਟਸ ਜੁੜ ਚੁੱਕੇ ਨੇ, ਬਾਈ ਬਣ ਕੇ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਕਰਦੇ ਜਾਇਆ ਕਰੋ। ਤੇ ਅਗਲੇ ਕੁਐਸਚਨ ਤੇ ਆ ਜਾਓ ਬੱਚੇ। ਅਗਲਾ ਕੁਐਸਚਨ ਕੀ ਹੈ? A ਸਟਾਰਟਡ ਅ ਵਰਕ ਐਂਡ ਲੈਫਟ ਆਫਟਰ ਵਰਕਿੰਗ ਫॉर 4 ਡੇਜ਼। ਕਹਿੰਦੇ A ਨੇ ਕੰਮ ਸ਼ੁਰੂ ਕੀਤਾ
4 दिन बाद छड्ड के चल गया, तो ए ने 4 दिन कीता। दैन बी वॉज कॉल्ड एंड ही फिनिश द वर्क इन 18 डेज। कहते ए ने कोई काम शुरू किया, सिर्फ 4 दिन करके चल गया, काम हले बचा होया, वो बचा होया काम बी ने 18 दिन किया। अगे कहते हैड ए लैफ्ट द वर्क आफ्टर वर्किंग फॉर 6 डेज। कहते जे किते ए जिन्हें शुरू च काम 4 दिन बाद छड्डता सी, 4 की जगह 6 दिन बाद छड्ड के जांदा, दैन बी वुड हैव फिनिश द रिमेनिंग वर्क इन 12 डेज। तो बी ने जिहड़ा काम 18 च निबेड़िया सी, हुण उहदे 12 ही दिन लगदे। तो 2 केस देते एग्जामिनर ने किसी सेम काम नूं करन दे लई कि जे तां ए आया ते 4 दिन बाद छड्ड के चल गया, तां बचिया होया काम बी 18 दिन च करदा है। पर एग्जामिनर कहंदा जे किते ए 6 की जगह 4 दिन बाद छड्ड के चल जांदा तां बी नूं सॉरी 4 की जगह 6 दिन बाद छड्ड के जांदा तां बी नूं 12 दिन लगदे। इन्नी स्टेटमेंट दी, कहते इन हाउ मैनी डेज ए अलोन, आपां ए फाइंड करना है। तो बच्चे पहले केस च एग्जामिनर कहंदा ए ते बी ने काम किवें कीता। पहले केस च ए ते बी ने काम कीता, ए 4 दिन काम करदा तां बी नूं लगे 18 दिन। दूजे केस च एग्जामिनर कहंदा ए 4 की जगह किते 6 दिन काम करे तां बी 12 दिन च बचा होया काम निबेड़ दो। तो बच्चे आ 2 केस दिते हुए ने। तो पहले केस च देखो ए नूं लगे 4 दिन तो बी नूं 18 दिन लग रहे ने। एग्जामिनर कहंदा ए किते 4 की जगह 6 दिन लवे, यानी कि 2 दिन एक्सट्रा ले ले, तो बी दा किन्ने दिन का काम बच गया, बी दा सीधा 6 दिन का काम बच गया। ए किते 2 दिन वध ले ले, ए 2 दिन च कुछ वध काम कर जे तो बी दे सीधे 6 दिन दे 6 दिन बच रहे ने। तो एदा मतलब की है, ए ने 2 दिन च उन्ना ही काम करना जिन्ना बी ने 6 दिन च करना है। तो बच्चे एदा मतलब टाइम की रेशियो की आ गई तुहाडी 2:6। 2:6 नूं तुसीं की लिख सकते हो 1:3। तो बच्चे दोने पासे डिफरेंस ले लो, ए दे 2 दिन वध लगे तो बी दे 6 दिन घट लगे, यानी कि ए ने 2 दिन जिन्ना फालतू काम कर देना सी बी दे सीधे 6 दिन बच जाते उहदे नाल, तो इन्ना ही काम बी ने 6 दिन च करना सी। तो टाइम की रेशियो आ गई 2:6, यानी कि 1 ते 3। तो एफिशिएंसी की रेशियो की आजू, एफिशिएंसी जिन्होंने मैं बार बार कह रहा डेली किन्नियां टॉफियां खादियां जा रही ने, तो एफिशिएंसी आ गई बच्चे तुहाडी चिट्टे रंग च लिखती 3:1। ए डेली 3 टॉफियां खाता, बी डेली 1 टॉफी खाता। तो बच्चे टोटल वर्क कितना है, मैं ऊपर लिखा हुआ है टोटल वर्क हमेशा किहदे बराबर, एफिशिएंसी इनटू टाइम। तो बच्चे टाइम कोई भी केस चक लो, ए 4 दिन बी 18 दिन, तो ए डेली 3 के हिसाब नाल 4 दिन 12 टॉफियां खा गया, बी डेली 1 के हिसाब नाल 18 दिन 18 टॉफियां खा गया। तो एदा मतलब टोटल वर्क कितना है, 30 टॉफियां। टोटल वर्क तुहाडा कितना आ गया, एफिशिएंसी इनटू टाइम करके, ए दा एफिशिएंसी इनटू टाइम 12, बी दा एफिशिएंसी इनटू टाइम 18, तो टोटल 30 टॉफियां। चाहे तुसी दूजा केस चक लो जिहदे विच काम पूरा हो रहा, 3 दिन 6 के हिसाब नाल 18, 1 दिन 12 के हिसाब नाल, सॉरी 1 टॉफी 12 दिनां दे विच 12, तो 18 ते 12 भी 30 आ जाता। तो टोटल वर्क 30 आ गया। आपां की फाइंड करना, ए कल्ला किन्ने दिनां च निबेड़ू, ए जिहड़ा डेली 3 टॉफियां खांदा है ਉਹ 30 ਟੌਫੀਆਂ ਕਿੰਨੇ ਦਿਨਾਂ ਚ ਨਿਬੇੜੂ ਬੱਚੇ, 30/3 10 ਦਿਨਾਂ ਦੇ ਵਿੱਚ। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਤੁਹਾਡਾ ਕਿੰਨਾ ਆ ਗਿਆ, 10 ਡੇਜ਼। ਤੇ ਜੇ ਸਾਨੂੰ ਬੀ ਅਲੋਨ ਪੁੱਛਿਆ ਹੁੰਦਾ ਤਾਂ 30 ਟੌਫੀਆਂ 1 ਦੇ ਹਿਸਾਬ ਨਾਲ 30 ਦਿਨ ਆਨਸਰ ਆ ਜਾਂਦਾ। ਹੁਣ ਸਾਡਾ 10 ਡੇਜ਼ ਆਨਸਰ ਆਊਗਾ ਬੱਚੇ ਫਸਟ ਆਪਸ਼ਨ। ਤਾਂ ਆ ਜਿਹੜਾ ਮੈਂ ਬੇਸਿਕ ਜਿਹਾ ਕੁਐਸਚਨ ਲੈ ਕੇ ਆਇਆ, ਇਹਦੇ ਨਾਲ ਦੇ ਦੇਖਿਓ, ਇਹ ਮੈਂ ਲਿਟਰਲੀ ਕਹਿ ਰਿਹਾ ਕਿ ਹੋ ਸਕਦਾ ਕੁਝ ਬੱਚਿਆਂ ਨੇ ਕੁਐਸਚਨ ਨਾ ਦੇਖਿਆ ਹੋਵੇ, ਕਾਫੀ ਬੱਚਿਆਂ ਤੋਂ ਮੈਂ ਉਮੀਦ ਕਰਦਾ ਕਿ ਕੁਐਸਚਨ ਦੇਖਿਆ ਹੋਊਗਾ। ਇਹ ਬਹੁਤ ਬੇਸਿਕ ਕੁਐਸਚਨ ਲੈ ਕੇ ਆਇਆ। इस तरह के मतलब पूरे धुआं कढ़ क्वेश्चन तुसीं अगले 6-7 क्वेश्चनों के देखोगे कि इस तरह के इस कंसैप्ट ते बेस्ड किन्ने औखे क्वेश्चन बन सकते हैं। अगले सवालों के देखोगे बच्चे तुसीं। अगला क्वेश्चन देखो, अगला क्वेश्चन है ए एंड बी टुगैदर कंप्लीट अ वर्क इन 10 डेज। कहते ए ते बी रल के कट्ठे किसी काम नूं 10 दिनों च निबेड़ दिंदे ने। काम कीता किवें, ए अलोन वर्क्स फॉर 2.5 दिन एंड बी अलोन वर्क्स फॉर 8.5 दिन, दैन हाफ ऑफ द वर्क वॉज कंप्लीटेड। एग्जामिनर कहता कि वैसे तो पहली लाइन च लिखता कि ए ते बी कट्ठे किसी काम नूं 10 दिनों च निबेड़ते हैं। बच्चे अगे ना पढ़ो, मैं इस लाइन का मतलब समझावां। पहली लाइन की है कि ए ते बी रल के किसी काम नूं 10 दिनों च खत्म करते हैं। एदा मतलब ए ते बी ने 10 दिन काम किया, ਉਹਦਾ ਅਸਲ 'ਚ मतलब ਇਹ ਨਿਕਲਦਾ ਕਿ ए ने 10 दिन ਕੰਮ ਕੀਤਾ, B ने 10 दिन ਕੰਮ ਕੀਤਾ। ਜਿਵੇਂ ਪਿਛਲੇ ਕੁਐਸਚਨ ਦੇ ਵਿੱਚ ਕੀ ਸੀਗਾ, ਕੋਈ ਇੱਕ ਕੇਸ ਚੱਕ ਲਓ ਕਿ A ਨੇ 4 ਦਿਨ ਕੰਮ ਕੀਤਾ, B ਨੇ 18 ਦਿਨ ਕੰਮ ਕੀਤਾ। ਜਿਹੜਾ ਉੱਥੇ ਲਿਖਿਆ ਹੋਇਆ ਅਗਲੇ ਕੁਐਸਚਨ 'ਚ ਕਿ A ਤੇ B 10 ਦਿਨਾਂ 'ਚ ਕੰਮ ਖਤਮ ਕਰਦੇ ਆ, मतलब 10 ਦਿਨ A ਨੇ ਕੀਤਾ, 10 ਦਿਨ B ਨੇ ਕੀਤਾ। ਫਿਰ ਉਹ ਕਹਿੰਦੇ ਜੇ ਕੱਲਾ A 2.5 ਦਿਨ ਕੰਮ ਕਰੇ ਤੇ ਕੱਲਾ B 8.5 दिन ਕੰਮ करे ਤਾਂ ਹਾਫ ਆਫ ਦਾ ਵਰਕ ਹੈਜ਼ ਬੀਨ ਕੰਪਲੀਟਡ। ਸੋ ਇਨ ਹਾਊ ਮਚ ਟਾਈਮ B ਅਲੋਨ ਫਾਈਂਡ ਕਰਨਾ ਹੈ। ਤਾਂ ਬੱਚੇ ਪਹਿਲਾ ਕੇਸ
ਕੀ ਹੈ ਕਿ A ਤੇ B ਰਲ ਕੇ 10 ਦਿਨਾਂ 'ਚ ਕੰਮ ਖਤਮ ਕਰਦੇ ਆ, ਤਾਂ ਇਹਦਾ ਮਤਲਬ 10 ਦਿਨ A 10 ਦਿਨ B ਪੂਰਾ ਕੰਮ ਹੋ ਗਿਆ। ਪਰ ਅਗਲੇ ਕੇਸ 'ਚ ਕਹਿੰਦੇ ਜੇ A 2.5 ਦਿਨ ਕੰਮ ਕਰੇ, ਮੈਂ 2.5 ਲਿਖ ਵੀ ਦਿੰਨਾ, ਤੇ B 8.5 ਦਿਨ ਕੰਮ ਕਰੇ, 8.5 ਲਿਖ ਦਿੰਨਾ, ਤਾਂ ਅੱਧਾ ਕੰਮ ਹੋ ਜਾਂਦਾ। ਹਾਫ ਆਫ ਦਾ ਵਰਕ ਹੈਜ਼ ਬੀਨ ਕੰਪਲੀਟਡ। ਬੱਚਿਆ 10-10 ਦਿਨਾਂ 'ਚ ਪੂਰਾ ਕੰਮ ਕਰ ਰਹੇ ਨੇ, ਤਾਂ ਇੱਥੇ ਵੀ ਪੂਰਾ ਕੇਸ ਚਾਹੀਦਾ। ਪੂਰਾ ਕੇਸ ਕੀ ਹੋਊਗਾ ਬੱਚੇ? ਸਾਡਾ ਪੂਰਾ ਹੋਊਗਾ ਜੇ ਆਪਾਂ ਅੱਧੇ ਦਾ 2 ਗੁਣਾ ਕਰ ਦਾਂਗੇ। ਤਾਂ ਅੱਧੇ ਦਾ 2 ਗੁਣਾ ਕਰਨ ਲਈ ਪੂਰੀ ਦੀ ਪੂਰੀ ਇਕੁਏਸ਼ਨ ਹੀ 2 ਗੁਣਾ ਹੋ ਜੂਗੀ। ਤਾਂ ਇਹ ਬੱਚੇ ਸਾਡਾ 2.5 ਤੋਂ ਕੀ ਬਣ ਜੂਗਾ? 2 ਗੁਣਾ ਕਰਕੇ 5। ਇਹ ਸਾਡਾ 8.5 ਤੋਂ ਕੀ ਬਣ ਜੂਗਾ? 17। ਤੇ ਕੰਮ ਕੀ ਹੋ ਜੂਗਾ? ਪੂਰਾ। ਸਮਝ ਆ ਗਿਆ ਜੀ ਸਾਰਿਆਂ ਨੂੰ? ਜਿਹੜਾ 2.5 ਦਿਨ A 8.5 ਦਿਨ B ਕੰਮ ਕਰਦੇ ਆ ਤੇ ਅੱਧਾ ਕੰਮ ਹੋ ਰਿਹਾ, ਤਾਂ ਪੂਰਾ ਕਰਨ ਲਈ ਦੁੱਗਣਾ ਕਰਨਾ। 5 ਦਿਨ A 17 ਦਿਨ B ਪੂਰਾ ਕੰਮ ਹੋ ਗਿਆ। ਤਾਂ ਬੱਚੇ ਪੂਰਾ ਕੰਮ ਕਿਵੇਂ ਹੋ ਰਿਹਾ? 10 ਦਿਨ A ਕਰਦਾ, 10 ਦਿਨ B ਕਰਦਾ, ਤਾਂ ਵੀ ਪੂਰਾ। ਜੇ A 10 ਦੀ ਜਗ੍ਹਾ 5 ਦਿਨ ਕਰੇ ਤਾਂ B 10 ਦੀ ਜਗ੍ਹਾ 17 ਦਿਨ ਕਰੂ, ਤਾਂ ਵੀ ਪੂਰਾ। ਤਾਂ ਬੱਚੇ A ਦੇ ਕਿੰਨੇ ਦਿਨ ਘਟੇ? A ਦੇ ਘਟੇ 5 ਦਿਨ। ਤਾਂ ਉਧਰ B ਦੇ ਕਿੰਨੇ ਵੱਧ ਗਏ? B ਦੇ ਵੱਧ ਗਏ 7 ਦਿਨ। ਤਾਂ ਇਹਦਾ ਮਤਲਬ A ਤੇ B ਦੇ ਟਾਈਮ ਦੀ ਰੇਸ਼ੋ ਕੀ ਆ ਗਈ? 5:7। ਜੇ ਟਾਈਮ ਦੀ ਰੇਸ਼ੋ ਬੱਚੇ 5:7 ਹੈ, ਤਾਂ ਇਹਦਾ ਮਤਲਬ ਐਫੀਸ਼ੀਐਂਸੀ 7:5 ਹੋਊਗੀ। ਐਫੀਸ਼ੀਐਂਸੀ ਕੀ ਆ ਗਈ? 7:5। ਤਾਂ ਪਹਿਲਾਂ ਤਾਂ ਟੋਟਲ ਵਰਕ ਕੱਢੋ ਜੀ। A ਤੇ B ਰਲ ਕੇ 12 ਟੋਫੀਆਂ ਖਾਂਦੇ ਨੇ। A ਤੇ B ਇਕੱਠੇ 12 ਟੋਫੀਆਂ ਖਾਂਦੇ ਆ ਤੇ 10 ਦਿਨਾਂ 'ਚ ਕੰਮ ਨਿਬੜ ਗਿਆ। ਤਾਂ ਟੋਟਲ ਵਰਕ ਕੀ ਹੈ? 12 ਟੋਫੀਆਂ 10 ਦਿਨਾਂ 'ਚ ਕੰਮ ਨਿਬੜ ਗਿਆ। 120 ਟੋਫੀਆਂ ਨੇ ਜੀ ਟੋਟਲ, ਤੇ ਉਹ 120 ਟੋਫੀਆਂ ਟੋਟਲ ਕਿਹਦੇ ਤੋਂ ਖਵਾਉਣੀਆਂ ਨੇ? ਆਪਾਂ B ਅਲੋਨ ਫਾਈਂਡ ਕਰਨਾ, ਜਿਹੜਾ ਡੇਲੀ 5 ਟੋਫੀਆਂ ਖਾਂਦਾ। ਤਾਂ 120 ਟੋਫੀਆਂ 5 ਦੇ ਹਿਸਾਬ ਨਾਲ 24 ਦਿਨਾਂ ਦੇ ਵਿੱਚ ਬੱਚੇ ਕੰਮ ਨਿਬੜ ਜੂਗਾ। ਤਾਂ ਇਸ ਕੁਐਸਚਨ ਦਾ ਆਨਸਰ ਤੁਹਾਡਾ ਕੀ ਆ ਜੂ? 24 ਡੇਜ਼, C ਆਪਸ਼ਨ। ਤਾਂ ਬੱਚੇ ਇਹ ਕੁਐਸਚਨ ਸੀਗਾ। ਥੋੜਾ ਜਿਹਾ ਇੰਟਰਸਟਿੰਗ ਕੁਐਸਚਨ ਹੈ। ਇਹਦੇ ਵਿੱਚ ਬਸ ਦੇਖਣ ਨੂੰ ਪਿਛਲੇ ਕੁਐਸਚਨ ਤੋਂ ਬਹੁਤਾ ਫਰਕ ਨਹੀਂ ਹੈਗਾ। ਦੇਖਣ ਨੂੰ ਬਸ ਇਹੀ ਹੈ ਕਿ A 2.5 ਦਿਨਾਂ ਦੇ ਵਿੱਚ ਤੇ B 8.5 ਦਿਨਾਂ ਦੇ ਵਿੱਚ ਅੱਧਾ ਕੰਮ ਕਰ ਦਿੰਦੇ ਆ। ਤਾਂ ਪੂਰੇ ਕੰਮ ਲਈ ਦੁੱਗਣਾ ਕਰਾਂਗੇ। A ਦੇ 5 ਬਣ ਗਏ, B ਦੇ 17 ਬਣ ਗਏ, ਪੂਰਾ ਕੰਮ। ਜਾਂ 10 ਤੇ 10 'ਚ ਪੂਰਾ ਕੰਮ, ਜਾਂ 5 ਤੇ 17 'ਚ ਪੂਰਾ ਕੰਮ। ਤਾਂ ਉਹ 10 ਤੋਂ 5 ਕੀ ਹੈ? A ਜੇ 5 ਦਿਨ ਘੱਟ ਕੰਮ ਕਰੇ ਤਾਂ B ਨੂੰ 10 ਦੀ ਜਗ੍ਹਾ 7 ਦਿਨ ਫਾਲਤੂ ਕੰਮ ਕਰਨਾ ਪੈਂਦਾ। ਯਾਨੀ ਕਿ A ਨੇ 5 ਦਿਨਾਂ 'ਚ ਜਿੰਨਾ ਕੰਮ ਕਰਨਾ ਸੀ, B ਦਾ ਉਹ 17 ਦਿਨ 7 ਦਿਨ ਵੱਧ ਦਾ ਕੰਮ ਹੈ। A ਦਾ 5 ਦਿਨ ਦਾ ਕੰਮ B ਦਾ 7 ਦਿਨ 'ਚ ਹੋ ਰਿਹਾ। ਤਾਂ ਟਾਈਮ ਆ ਗਿਆ 5:7। ਜੇ ਟਾਈਮ 5:7 ਹੈ ਤਾਂ ਐਫੀਸ਼ੀਐਂਸੀ 7:5। ਬਾਕੀ ਸਾਰਾ ਕੁਐਸਚਨ ਸਿਮਿਲਰ ਜਿਹੇ ਜਿਹੇ ਆਪਾਂ ਕੁਐਸਚਨਸ ਬੇਸਿਕਲੀ ਕਰਦੇ ਆਏਗੇ। ਤਾਂ ਬੱਚੇ ਇਹ ਕੁਐਸਚਨ ਹੈ ਆਪਣਾ। ਇਹਦੇ ਨਾਲ ਦੇ ਹੋਰ ਕੁਐਸਚਨਸ ਦੇਖੋ। A and B together complete a work in 14 days। A ਤੇ B ਰਲ ਕੇ ਬੱਚੇ ਬਿਲਕੁਲ ਸਿਮਿਲਰ ਕੁਐਸਚਨ ਹੈ ਜਿਹੜਾ ਕਰਕੇ ਆਏ ਆ। ਜਿਹੜੇ ਬੱਚੇ ਥੋੜਾ ਜਿਹਾ ਐਕਟਿਵਲੀ ਕਲਾਸ ਨੂੰ ਦੇਖ ਰਹੇ ਨੇ ਤੇ ਚੀਜ਼ਾਂ ਸਮਝ ਰਹੇ ਨੇ, ਬਾਈ ਬਣ ਕੇ ਇਸ ਕੁਐਸਚਨ 'ਚ ਪਹਿਲਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ। ਮੈਂ ਤਾਂ ਡਿਟੇਲ 'ਚ ਸਮਝਾਊਂਗਾ, ਤੁਸੀਂ ਸਿੱਧਾ ਆਨਸਰ ਕਮੈਂਟ ਸੈਕਸ਼ਨ 'ਚ ਕਰੋ। A and B together complete a work in 14 days। ਓਕੇ, A alone works for 3.5 ਦਿਨ and B alone works for 11.5 ਦਿਨ। ਤਾਂ half of the work has been completed। ਐਗਜ਼ਾਮੀਨਰ ਕਹਿੰਦਾ in what time B alone will complete the work। ਤਾਂ ਬੱਚੇ ਕੰਮ ਕਿਵੇਂ ਹੋ ਰਿਹਾ? ਇਕੱਠੇ 14 ਦਿਨਾਂ 'ਚ ਕੰਮ ਖਤਮ ਕਰਦੇ, ਯਾਨੀ ਕਿ 14 ਦਿਨ A ਕੰਮ ਕਰਦਾ, 14 ਦਿਨ B ਕੰਮ ਕਰਦਾ ਤੇ ਕੰਮ ਪੂਰਾ ਹੋ ਗਿਆ। ਫਿਰ ਕਹਿੰਦੇ ਜੇ A 3.5 ਦਿਨ ਕੰਮ ਕਰੇ ਤੇ B 11.5 ਦਿਨ ਕੰਮ ਕਰੇ ਤਾਂ ਅੱਧਾ ਕੰਮ ਨਿਬੜ ਜਾਂਦਾ। ਤਾਂ ਅੱਧਾ ਕੰਮ ਜੇ ਨਿਬੜਦਾ, ਪੂਰਾ ਕਰਨ ਲਈ ਦੁੱਗਣਾ ਸਮਾਂ 7 ਦਿਨ ਹੋ ਗਿਆ ਇੱਧਰ A ਦਾ, 23 ਦਿਨ ਹੋ ਗਿਆ B ਦਾ। 3.5 ਤੇ 11.5 ਨੂੰ ਦੁੱਗਣਾ ਕਰਕੇ A 7 ਦਿਨ ਕਰੇ, B 23 ਦਿਨ ਕਰੇ, ਤਾਂ ਪੂਰਾ ਕੰਮ ਇੱਧਰ ਹੋ ਜਾਊਗਾ। ਤਾਂ ਬੱਚੇ ਪਹਿਲੇ ਕੇਸ 'ਚ ਪੂਰਾ ਕੰਮ ਹੁੰਦਾ ਜੇ A 14 ਦਿਨ ਤੇ B 14 ਦਿਨ ਕਰੇ। ਦੂਜੇ ਕੇਸ 'ਚ ਕਹਿੰਦੇ ਜੇ A 7 ਦਿਨ ਕਰੇ, B 23 ਦਿਨ ਕਰੇ, ਤਾਂ ਵੀ ਪੂਰਾ ਹੋ ਜਾਂਦਾ। ਤਾਂ ਬੱਚੇ A ਦੇ ਕਿੰਨੇ ਦਿਨ ਘਟ ਗਏ? 7 ਦਿਨ ਘਟ ਗਏ। ਉਹਦੇ ਲਈ B ਨੂੰ ਕੀ ਕਰਨਾ ਪਿਆ? 9 ਦਿਨ ਵੱਧ ਕੰਮ ਕਰਨਾ ਪਿਆ। A ਨੇ ਜੇ 7 ਦਿਨ ਘੱਟ ਕੰਮ ਕੀਤਾ ਤਾਂ B ਨੂੰ 9 ਦਿਨ ਜ਼ਿਆਦਾ ਕੰਮ ਕਰਨਾ ਪਿਆ। ਡਿਫਰੈਂਸ ਲੈ ਲੈਣਾ। ਤੇ ਉਹ ਡਿਫਰੈਂਸ ਕੀ ਹੈ? ਇਹਨਾਂ ਦੇ ਟਾਈਮ ਦੀ ਰੇਸ਼ੀਓ। ਜੇ ਟਾਈਮ ਦੀ ਰੇਸ਼ੀਓ ਬੱਚੇ ਤੁਹਾਡੀ 7:9 ਹੈ ਤਾਂ ਇਹਦਾ ਮਤਲਬ ਐਫੀਸ਼ੀਐਂਸੀ 9:7 ਹੋਊਗੀ। ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਹੈ। ਐਫੀਸ਼ੀਐਂਸੀ 9:7। ਤਾਂ ਪਹਿਲਾਂ ਟੋਟਲ ਵਰਕ ਕੱਢਾਂਗੇ। ਟੋਟਲ ਵਰਕ ਹੁੰਦਾ ਐਫੀਸ਼ੀਐਂਸੀ ਇਨਟੂ ਟਾਈਮ। ਤਾਂ ਬੱਚੇ ਐਫੀਸ਼ੀਐਂਸੀ ਬਣ ਗਈ 16, ਟਾਈਮ ਹੈ 14। ਤਾਂ ਟੋਟਲ ਵਰਕ ਆ ਗਿਆ ਤੁਹਾਡਾ 16 × 14। ਟੋਟਲ ਵਰਕ ਬੱਚੇ ਐਫੀਸ਼ੀਐਂਸੀ ਇਨਟੂ ਟਾਈਮ, ਐਫੀਸ਼ੀਐਂਸੀ ਬਣ ਗਈ 16, ਟੋਟਲ ਸਮਾਂ ਲੱਗਦਾ 14। ਤਾਂ 16 × 14 ਵਰਕ ਆ ਗਿਆ। ਉਹੀ ਕੰਮ B ਤੋਂ ਕੱਲੇ ਤੋਂ ਕਰਾਉਣਾ ਹੈ ਤਾਂ B ਕੱਲਾ 7 ਟੋਫੀਆਂ ਖਾਂਦਾ, ਤਾਂ 7 ਦੇ ਹਿਸਾਬ ਨਾਲ ਕਿੰਨੇ ਦਿਨਾਂ 'ਚ ਨਿਬੇੜ ਜੂਗਾ? 7 ਤੇ 14 ਆ ਗਿਆ 2, 16 × 2 32 ਦਿਨ ਆਨਸਰ ਆ ਗਿਆ ਬੱਚੇ ਇਸ ਕੁਐਸਚਨ 'ਚ। ਇਸ ਕੁਐਸਚਨ 'ਚ ਤੁਹਾਡਾ ਆਨਸਰ ਕੀ ਆ ਗਿਆ? 32 ਡੇਜ਼। ਤਾਂ ਇਹ ਕੁਐਸਚਨ ਬੱਚੇ ਬਿਲਕੁਲ ਪਿਛਲੇ ਕੁਐਸਚਨ ਦੇ ਨਾਲ ਦਾ ਮਿਲਦਾ ਜੁਲਦਾ ਕੁਐਸਚਨ ਸੀਗਾ।
ਸੇਮ ਕੁਐਸਚਨ ਕੀਤਾ ਅਗਲੇ ਅੱਗੇ ਹੋਰ ਇਹਦੇ ਨਾਲ ਦੇ ਕੁਐਸਚਨਸ ਦੇਖਾਂਗੇ ਜਿਹੜੇ ਹੋਰ ਜ਼ਿਆਦਾ ਔਖੇ ਹੋ ਜਾਣਗੇ। ਮਤਲਬ ਉਹਦੇ ਵਿੱਚ ਪਤਾ ਨਹੀਂ ਕੀ ਕੁਝ ਗਿਵਨ ਹੈ ਤੇ ਕੀ ਕੁਝ ਫਾਈਂਡ ਕਰਨਾ, ਤੁਸੀਂ ਦੇਖਦੇ ਜਾਓਗੇ। ਬਾਈ ਬਣ ਕੇ ਸਿਦਕ ਜੇ ਨਾਲ ਬੈਠੇ ਰਹੋ, ਸੈਸ਼ਨ ਅੱਧ 'ਚ ਨਾ ਛੱਡਿਓ। ਕੁਐਸਚਨਸ ਬਹੁਤ ਨਵੇਂ, ਮੈਂ ਦਾਅਵੇ ਨਾਲ ਕਹਿਣਾ ਕਿ ਯਾਰ ਅੱਧੀ ਤੋਂ ਜ਼ਿਆਦਾ ਕਲਾਸ, ਹਾਲਾਂਕਿ ਆਨਲਾਈਨ ਕਲਾਸਾਂ ਦੇ ਵਿੱਚ ਟੀਚਰ ਸਟੂਡੈਂਟਸ ਨੂੰ ਨਹੀਂ ਜਾਣਦਾ ਹੁੰਦਾ ਕਿ ਕੌਣ-ਕੌਣ ਲੈਕਚਰ ਦੇਖ ਰਿਹਾ, ਫਿਰ ਵੀ ਮੈਂ ਦਾਅਵੇ ਨਾਲ ਕਹਿਣਾ ਤੁਸੀਂ ਮਗਰੋਂ ਕਮੈਂਟ ਸੈਕਸ਼ਨ 'ਚ ਵੀ ਦੱਸ ਦਿਓ ਕਿ ਮੈਜੋਰਿਟੀ ਆਫ ਦਾ ਕੁਐਸਚਨਸ ਇਹੋ ਜਿਹੇ ਹੋਣਗੇ ਜਿਹੜੇ ਤੁਸੀਂ ਨਹੀਂ ਦੇਖੇ ਹੋਣੇ ਕਦੇ। ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਦੇਖੇ ਹੋਣਗੇ, ਕੀਤੇ ਨਹੀਂ, ਤੁਸੀਂ ਦੇਖੇ ਵੀ ਨਹੀਂ ਹੋਣੇ। ਸੋ ਇਸ ਕਰਕੇ ਬਾਈ ਬਣ ਕੇ ਬੈਠੇ ਰਹੋ। ਤੇ ਮੈਂ ਤਾਂ ਹੀ ਦਾਅਵੇ ਨਾਲ ਕਹਿਣਾ ਕਿ ਯਾਰ ਕੱਲ ਨੂੰ ਕਿਸੇ ਪੇਪਰ ਦੇ ਵਿੱਚ ਕਦੇ ਟਾਈਮ ਐਂਡ ਵਰਕ 'ਚ ਔਖਾ ਕੁਐਸਚਨ ਆ ਗਿਆ ਤਾਂ ਤੁਹਾਨੂੰ ਆ ਚੀਜ਼ਾਂ ਯਾਦ ਹੋਣਗੇ ਵੀ ਯਾਰ ਇਹੋ ਜਿਹਾ ਕੁਝ ਪੜ੍ਹ ਕੇ ਆਏ ਸੀਗੇ। ਸੋ ਇਸ ਕਰਕੇ ਅੱਗੇ ਆ ਜਾਓ। ਅਗਲਾ ਕੁਐਸਚਨ ਕੀ ਆ? ਅਗਲਾ ਕੁਐਸਚਨ ਬੱਚੇ, ਅਭੇ ਸਟਾਰਟਡ ਅ ਵਰਕ ਐਂਡ ਲੈਫਟ ਆਫਟਰ 12 ਡੇਜ਼। ਅਭੇ ਨੇ ਕੰਮ ਸ਼ੁਰੂ ਕੀਤਾ, 12 ਦਿਨ ਬਾਅਦ ਛੱਡ ਕੇ ਚਲ ਗਿਆ। ਦੈਨ ਦਾ ਰਿਮੇਨਿੰਗ ਵਰਕ ਇਜ਼ ਕੰਪਲੀਟਡ ਬਾਈ ਨੇਹਾ ਇਨ 15 ਡੇਜ਼। ਅਭੇ ਨੇ ਕੰਮ ਸ਼ੁਰੂ ਕੀਤਾ, 12 ਦਿਨ ਉਹਨੇ ਕੀਤਾ, ਬਚਿਆ ਹੋਇਆ ਕੰਮ ਨੇਹਾ 15 ਦਿਨਾਂ 'ਚ ਕਰਦੀ ਹੈ। ਉਹ ਕਹਿੰਦੇ ਹੈਡ ਅਭੇ ਲੈਫਟ ਦਾ ਵਰਕ 2 ਡੇਜ਼ ਅਰਲੀਅਰ, ਜੇ ਅਭੇ 2 ਦਿਨ ਪਹਿਲਾਂ ਛੱਡ ਕੇ ਚਲ ਜਾਂਦਾ, 12 ਦੀ ਜਗ੍ਹਾ 10 ਦਿਨ ਬਾਅਦ ਛੱਡ ਕੇ ਚਲ ਜਾਂਦਾ, ਦੈਨ ਦਾ ਰੈਸਟ ਆਫ ਦਾ ਵਰਕ ਵੁੱਡ ਹੈਵ ਬੀਨ ਡਨ ਬਾਈ ਨੇਹਾ ਇਨ 18 ਡੇਜ਼। ਤਾਂ ਨੇਹਾ ਨੂੰ ਜੋ ਪਹਿਲਾਂ 15 ਲੱਗੇ ਤਾਂ ਹੁਣ 18 ਦਿਨ ਲੱਗਦੇ। If Abhay increases his efficiency by 50%, ਨਵੀਂ ਚੀਜ਼ ਇੰਟਰੋਡਿਊਸ ਹੋ ਗਈ ਕਿ ਉੱਪਰਲਾ ਜਿਹੜਾ ਡਾਟਾ ਗਿਵਨ ਆ ਉਹ ਤਾਂ ਬੱਚੇ ਜਿਹੜੇ ਪਿਛਲੇ 3-4 ਕੁਐਸਚਨ ਕੀਤੇ ਸੇਮ ਹੀ ਹੈ ਕਿ ਭਾਈ A ਇੰਨੇ ਦਿਨ ਕੰਮ ਕਰਦਾ, B ਇੰਨੇ ਦਿਨ ਕੰਮ ਕਰਦਾ, ਨਿਬੜ ਗਿਆ ਕੰਮ। ਜੇ A ਇੰਨੇ ਦਿਨ ਕਰਦਾ ਤਾਂ B ਨੂੰ ਇੰਨੇ ਦਿਨ ਲੱਗਦੇ, ਫਿਰ ਨਿਬੜ ਜਾਂਦਾ। ਇਹ ਤਾਂ ਆਪਾਂ ਸਿਚੁਏਸ਼ਨ ਡਿਸਕਸ ਕਰਦੇ ਆਏ ਆਂਗੇ। ਅਭੇ ਤੇ ਨੇਹਾ ਦੇ ਵਿੱਚ ਵੀ ਉਹੀ ਹੈ ਕਿ ਅਭੇ ਨੇ 12 ਦਿਨ ਕੰਮ ਕੀਤਾ ਤਾਂ ਨੇਹਾ ਨੇ ਬਚਿਆ ਹੋਇਆ ਕੰਮ 15 ਦਿਨਾਂ 'ਚ ਕੀਤਾ। ਅਭੇ ਜੇ 2 ਦਿਨ ਪਹਿਲਾਂ ਛੱਡ ਕੇ ਚੱਲ ਜਾਂਦਾ ਤਾਂ ਨੇਹਾ ਨੂੰ 18 ਦਿਨ ਲੱਗਦੇ। ਸੇਮ ਸਿਚੁਏਸ਼ਨ। ਪਰ ਅੱਗੇ ਪੁੱਛਿਆ ਕੀ ਆ? ਉਹ ਕਹਿੰਦੇ ਅਭੇ ਜੇ ਆਪਣੀ ਐਫੀਸ਼ੀਐਂਸੀ 50% ਇਨਕਰੀਜ਼ ਕਰ ਲੇ ਤੇ ਨੇਹਾ ਆਪਣੀ ਐਫੀਸ਼ੀਐਂਸੀ 25% ਡਿਕਰੀਜ਼ ਕਰ ਲੇ, ਦੋਵਾਂ ਦੀਆਂ ਨਵੀਆਂ ਐਫੀਸ਼ੀਐਂਸੀਜ਼ ਆ ਜਾਣ, ਦੈਨ ਇਨ ਹਾਊ ਮੈਨੀ ਡੇਜ਼ ਕੈਨ ਦੇ ਟੁਗੇਦਰ ਕੰਪਲੀਟ ਦਾ ਵਰਕ। ਤਾਂ ਹੁਣ ਉਹੀ ਕੰਮ ਕਿੰਨੇ ਦਿਨਾਂ 'ਚ ਨਿਬੇੜਨਗੇ ਇਹ ਨਵੀਂ ਐਫੀਸ਼ੀਐਂਸੀ ਦੇ ਹਿਸਾਬ ਨਾਲ? ਤਾਂ ਬੱਚੇ ਅਭੇ ਤੇ ਨੇਹਾ, ਅਭੇ ਕਿਸੇ ਕੰਮ ਨੂੰ 12 ਦਿਨਾਂ 'ਚ ਕਰਦਾ ਤਾਂ ਨੇਹਾ ਉਹ ਕੰਮ ਬਚਿਆ ਹੋਇਆ 15 ਦਿਨਾਂ 'ਚ ਨਿਬੇੜਦੀ ਆ। ਅਭੇ ਜੇ 2 ਦਿਨ ਪਹਿਲਾਂ ਛੱਡ ਕੇ ਚੱਲ ਜਾਂਦਾ, ਮੈਂ ਜੇ ਰੱਬ ਕਰਕੇ ਬੱਚੇ ਥੋੜ੍ਹਾ ਜਿਹਾ ਇੱਧਰ ਲਿਖਦਾ, ਮੈਨੂੰ ਥੋੜ੍ਹੀ ਜਿਹੀ ਸਪੇਸ ਚਾਹੀਦੀ ਹੋਊਗੀ ਪਰਲੇ ਪਾਸੇ। ਅਭੇ ਤੇ ਨੇਹਾ, ਅਭੇ ਕਿਸੇ ਕੰਮ ਨੂੰ 12 ਦਿਨਾਂ 'ਚ ਕਰਦਾ ਤਾਂ ਨੇਹਾ ਬਚਿਆ ਹੋਇਆ ਕੰਮ 15 ਦਿਨਾਂ 'ਚ ਕਰਦੀ ਹੈ। ਅਭੇ ਜੇ 2 ਦਿਨ ਪਹਿਲਾਂ ਛੱਡ ਜੇ ਤਾਂ ਨੇਹਾ ਨੂੰ 18 ਦਿਨ ਲੱਗਣਗੇ। ਤਾਂ ਬੱਚੇ ਤੁਸੀਂ ਕੁਛ ਨਹੀਂ ਕਰਨਾ, ਡਿਫਰੈਂਸ ਲੈ ਲੈਣਾ। ਇੱਧਰ ਡਿਫਰੈਂਸ ਆ ਗਿਆ 2 ਦਿਨ ਦਾ, ਇੱਧਰ ਡਿਫਰੈਂਸ ਆ ਗਿਆ 3 ਦਿਨ ਦਾ। ਤਾਂ ਟਾਈਮ ਦੀ ਰੇਸ਼ੋ ਆ ਗਈ 2:3। ਤਾਂ ਐਫੀਸ਼ੀਐਂਸੀ ਕੀ ਆ ਜੂਗੀ? ਰੇਸ਼ੋ ਨੂੰ ਉਲਟਾ ਕਰ ਦਿਓ, ਐਫੀਸ਼ੀਐਂਸੀ ਆ ਗਈ 3:2। ਤਾਂ ਅਭੇ ਡੇਲੀ 3 ਟੌਫੀਆਂ ਖਾਂਦਾ, ਨੇਹਾ ਡੇਲੀ 2 ਟੌਫੀਆਂ ਖਾਂਦੀ ਹੈ। ਇੱਥੇ ਤੱਕ ਕਹਾਣੀ ਨਿਬੜ ਗਈ। ਟੋਟਲ ਵਰਕ ਕੱਢ ਲਓ ਜੀ। ਟੋਟਲ ਵਰਕ ਪਹਿਲਾ ਕੇਸ ਚੱਕ ਲਓ। ਅਭੇ 12 ਦਿਨ 3 ਦੇ ਹਿਸਾਬ ਨਾਲ 36 ਟੌਫੀਆਂ, 12 ਦਿਨਾਂ 'ਚ 3 ਦੇ ਹਿਸਾਬ ਨਾਲ 36 ਟੌਫੀਆਂ। ਨੇਹਾ 15 ਦਿਨਾਂ 'ਚ 2 ਦੇ ਹਿਸਾਬ ਨਾਲ 30 ਟੌਫੀਆਂ, 15 ਦਿਨਾਂ 'ਚ 2 ਦੇ ਹਿਸਾਬ ਨਾਲ 30 ਟੌਫੀਆਂ। ਤਾਂ 36 ਤੇ 30 66 ਟੌਫੀਆਂ ਬੱਚੇ ਤੁਹਾਡਾ ਟੋਟਲ ਵਰਕ ਆ ਗਿਆ 66। ਟੋਟਲ ਵਰਕ ਤਾਂ 66 ਨਿਕਲਿਆ ਆ, ਪਰ ਉਹ 66 ਵਰਕ ਕਿਹਦੇ ਤੋਂ ਕਰਵਾਉਣਾ ਆਪਾਂ? ਕਰਵਾਉਣਾ ਤਾਂ ਅਭੇ ਤੇ ਨੇਹਾ ਤੋਂ ਹੀ ਆ, ਪਰ ਅਭੇ ਦੀ ਐਫੀਸ਼ੀਐਂਸੀ 50% ਵੱਧ ਗਈ, ਨੇਹਾ ਦੀ ਐਫੀਸ਼ੀਐਂਸੀ 25% ਡਿਕਰੀਜ਼ ਹੋ ਗਈ। ਤਾਂ ਅਭੇ ਦੀ ਨਵੀਂ ਐਫੀਸ਼ੀਐਂਸੀ ਕਿੰਨੀ ਹੋ ਗਈ ਬੱਚੇ? 3 ਨੂੰ ਜੇ 50% ਇਨਕਰੀਜ਼ ਕਰ ਦਾਂਗੇ, 50% ਇਨਕਰੀਜ਼ ਹੁੰਦਾ 3/2, ਤਾਂ 3 ਦਾ 3/2 ਯਾਨੀ ਕਿ 9/2, ਉਹਨੂੰ ਆਪਾਂ 4.5 ਲਿਖ ਲਾਂਗੇ। ਨੇਹਾ ਦੀ ਨਵੀਂ ਐਫੀਸ਼ੀਐਂਸੀ 25% ਘਟ ਗਈ, 25% ਡਿਕਰੀਜ਼ ਕੀ ਹੈ? 1/4 ਘਟ ਜਾਣਾ, 3/4 ਰਹਿ ਜਾਣਾ। ਤਾਂ 2 ਦਾ 3/4 ਰਹਿ ਗਿਆ, ਉਹ ਬੱਚੇ ਬਣ ਗਿਆ ਤੁਹਾਡਾ 1.5। ਤਾਂ ਅਭੇ ਦੀ ਨਵੀਂ ਐਫੀਸ਼ੀਐਂਸੀ 4.5, ਨੇਹਾ ਦੀ ਨਵੀਂ ਐਫੀਸ਼ੀਐਂਸੀ 1.5, ਤਾਂ ਕੁੱਲ ਐਫੀਸ਼ੀਐਂਸੀ ਹੋ ਗਈ 6। ਤਾਂ 66 ਟੌਫੀਆਂ 6 ਦੇ ਹਿਸਾਬ ਨਾਲ ਖਾਣਗੇ ਤਾਂ 11 ਦਿਨਾਂ ਦੇ ਵਿੱਚ ਕੰਮ ਨਿਬੜ ਜੂਗਾ। ਬੱਚੇ ਇਸ ਕੁਐਸਚਨ ਦਾ ਆਨਸਰ ਤੁਹਾਡਾ ਕੀ ਆ ਜੂ? 11 ਡੇਜ਼। ਸੀ ਆਪਸ਼ਨ ਆ ਗਿਆ 11 ਡੇਜ਼। ਆ ਬੱਚੇ ਪਰਸੈਂਟੇਜ ਦੇ ਫੰਕਸ਼ਨ ਨੇ ਸਿੱਧੇ, ਇਨਕਰੀਜ਼ਸ ਬਾਈ 50%, ਡਿਕਰੀਜ਼ਸ ਬਾਈ 25%। ਉਹ ਸਿੱਧੇ ਫਰੈਕਸ਼ਨ ਦੇ ਵਿੱਚ ਲਾ ਦਾਂਗੇ। ਨਵੀਆਂ ਐਫੀਸ਼ੀਐਂਸੀਜ਼ ਆ ਗਈਆਂ, ਅਭੇ ਦੀ 4.5, ਨੇਹਾ ਦੀ 1.5, ਕੁੱਲ 6 ਬਣ ਗਈ। 66 ਟੌਫੀਆਂ 6 ਦੇ ਹਿਸਾਬ ਨਾਲ ਖਾਣਗੇ ਤਾਂ 11 ਦਿਨਾਂ 'ਚ ਕੰਮ ਨਿਬੜ ਜੂਗਾ। ਬੱਚੇ ਇਹ ਆਪਣਾ ਕੁਐਸਚਨ ਸੀਗਾ। ਅਗਲੇ ਕੁਐਸਚਨਸ ਤੇ ਆ ਜਾਓ। ਹਾਂਜੀ, ਅਗਲਾ ਕੁਐਸਚਨ ਬੱਚੇ, A ਐਂਡ B ਕੈਨ ਫਿਨਿਸ਼ ਏ ਵਰਕ। ਬੱਚੇ ਇੱਕ ਤਾਂ ਪੰਜਾਬ ਦੇ ਵਿੱਚ ਜਿਹੜਾ ਵੱਡਾ ਵਿਆਹ ਹੋ ਰਿਹਾ, ਵਿਆਹ ਦੀਆਂ ਮੁਬਾਰਕਾਂ ਸਾਰਿਆਂ ਨੂੰ। ਬਣਦਾ ਤਾਂ ਇਹ ਸੀਗਾ ਕਿ ਵਿਆਹ ਕਰਕੇ ਛੁੱਟੀ ਕਰ ਦਿੱਤੀ ਜਾਵੇ, ਪਰ ਗੱਲ ਇਹ ਹੈ ਕਿ ਵਿਆਹ ਵੀ ਤਾਂ ਹੀ ਹੋ ਰਿਹਾ ਕਿ ਮੁੰਡੇ ਦੀ ਸਰਕਾਰੀ ਨੌਕਰੀ ਲੱਗੀ ਸੀ, ਸਾਰੀ ਉਮਰ ਕੈਸਟਾ ਕੱਢੀ ਗਿਆ, ਵਿਆਹ ਨਹੀਂ ਚੱਜ ਨਾਲ ਹੋਇਆ, ਟਿਕਿਆ ਨਹੀਂ ਹੈਗਾ। ਸਰਕਾਰੀ ਨੌਕਰੀ ਤੋਂ ਬਾਅਦ ਚੰਗੀ ਤਰ੍ਹਾਂ ਵਿਆਹ ਹੋ ਰਿਹਾ ਹੈਗਾ, ਤਾਂ ਇਸ ਕਰਕੇ ਤੁਹਾਡੀ ਵੀ ਸਰਕਾਰੀ ਨੌਕਰੀ ਲੱਗ ਸਕੇ, ਤੁਹਾਡੀਆਂ ਵੀ ਮਾਵਾਂ ਨੇ ਜਿਹੜੇ DC ਆ, ਮਤਲਬ ਡਿਪਟੀ DC ਬਣਨ ਦੇ ਸੁਪਨੇ ਲਏ ਨੇ, ਉਹ ਸੁਪਨੇ ਪੂਰੇ ਹੋ ਜਾਣ। ਇਸ ਕਰਕੇ ਆਪਾਂ ਅੱਜ ਛੁੱਟੀ ਨਹੀਂ ਕੀਤੀ ਹੈਗੀ।
ਦੂਜੀ ਗੱਲ, ਸੈਸ਼ਨ ਜਿਹੜੇ ਸਟੂਡੈਂਟਸ ਨੂੰ ਸਮਝ ਆ ਰਿਹਾ ਬਾਈ ਬਣ ਕੇ ਸੈਸ਼ਨ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਜਾਓ। ਅਗਲੇ ਕੁਐਸਚਨ ਤੇ ਆ ਜਾਓ। ਅਗਲਾ ਕੁਐਸਚਨ ਕੀ ਹੈ ਬੱਚੇ ਆਪਣਾ, A and B can finish a work working on alternate days। ਬੱਚੇ alternate days ਦਾ ਕਨਸੈਪਟ ਮੈਂ ਉਮੀਦ ਕਰਦਾ ਸਾਰਿਆਂ ਨੇ ਪੜਿਆ ਹੋਊਗਾ। A ਤੇ B ਕਹਿੰਦੇ ਜਦੋਂ alternate days ਤੇ ਕੰਮ ਕਰਦੇ ਆ ਤਾਂ 19 ਦਿਨਾਂ 'ਚ ਕੰਮ ਨਿਬੜਦਾ when A works on the first day, ਜਦੋਂ A ਪਹਿਲੇ ਦਿਨ ਕੰਮ ਕਰਦਾ। However, they can finish the work working on alternate days in 19/5/6 days when B works on the first day। ਤਾਂ ਬੱਚੇ ਸਾਨੂੰ A ਤੇ B ਦੋਨਾਂ ਦਾ ਹੀ alternate days ਦਾ ਸਮਾਂ ਦਿੱਤਾ ਹੈ ਕਿ alternate days ਤੇ ਕੰਮ ਕਰਦੇ ਆ। ਜਦੋਂ A ਸ਼ੁਰੂ ਕਰਦਾ ਤਾਂ ਕੰਮ 19 ਦਿਨਾਂ 'ਚ ਨਿਬੜ ਗਿਆ, ਜਦੋਂ B ਸ਼ੁਰੂ ਕਰਦਾ ਤਾਂ ਕੰਮ 19/5/6 ਦਿਨਾਂ 'ਚ ਨਿਬੜਿਆ। ਹਾਊ ਮੈਨੀ ਡੇਜ਼ A alone take to finish the work। ਤਾਂ ਬੱਚੇ ਜਿਹੜੇ ਆਪਾਂ ਪਿਛਲੇ 4-5 ਕੁਐਸਚਨ ਕੀਤੇ ਆ, ਇਹ ਕੁਐਸਚਨ ਵੀ ਬਿਲਕੁਲ ਉਹਦੇ ਵਰਗਾ ਹੀ ਆ। ਕੁਐਸਚਨ ਉਹਦੇ ਵਰਗਾ ਕਿਵੇਂ ਹੈ, ਕੌਣ ਕੰਮ ਕਰ ਰਿਹਾ ਹੈ, A ਤੇ B। ਦੇਖੋ ਬੱਚੇ ਕੁਐਸਚਨ ਬਹੁਤ ਸੌਖਾ ਬਣ ਜੂ ਜੇ ਤੁਸੀਂ ਪਿਛਲੇ 4-5 ਕੁਐਸਚਨ ਚੰਗੀ ਤਰ੍ਹਾਂ ਦੇਖਿਆ। ਬੱਚੇ A ਤੇ B ਆਲਟਰਨੇਟ ਡੇਜ਼ ਤੇ ਕੰਮ ਕਰਦੇ ਤਾਂ ਕੰਮ 19 ਦਿਨਾਂ 'ਚ ਨਿਬੜਿਆ। ਕਦੋਂ? ਜਦੋਂ A ਨੇ ਸਟਾਰਟ ਕੀਤਾ। ਬੱਚੇ 19 ਦਿਨਾਂ ਨੂੰ A ਤੇ B 'ਚ ਜੇ ਆਪਾਂ ਵੰਡੀਏ, ਜਦੋਂ A ਸ਼ੁਰੂ ਕਰ ਰਿਹਾ ਹੈ ਤਾਂ ਪਹਿਲੇ ਦਿਨ A, ਦੂਜੇ ਦਿਨ B, ਫਿਰ ਤੀਜੇ ਦਿਨ A, ਚੌਥੇ ਦਿਨ B, ਯਾਨੀ ਕਿ 2 ਦਿਨ ਵੰਡਾਂਗੇ ਤਾਂ 1 A 1 B, 4 ਦਿਨ ਵੰਡਾਂਗੇ ਤਾਂ 2 A ਨੂੰ ਮਿਲ ਗਏ, 2 B ਨੂੰ ਮਿਲ ਗਏ, 10 ਦਿਨ ਵੰਡਾਂਗੇ ਤਾਂ 5 ਤੇ 5 ਮਿਲ ਗਏ, 16 ਨੂੰ ਵੰਡਾਂਗੇ ਤਾਂ 8 ਤੇ 8 ਮਿਲ ਗਏ, 18 ਦਿਨਾਂ ਨੂੰ ਵੰਡਾਂਗੇ ਤਾਂ 9 ਦਿਨ A ਨੂੰ ਮਿਲ ਜਾਣਗੇ, 9 ਦਿਨ B ਨੂੰ ਮਿਲ ਜਾਣਗੇ। 18 ਦਿਨਾਂ ਨੂੰ 19 ਦੀ ਜਗ੍ਹਾ 18 ਦਿਨਾਂ ਨੂੰ ਈਵਨ ਨੰਬਰ ਨੂੰ ਵੰਡਾਂਗੇ, 9 ਇੱਧਰ 9 ਇੱਧਰ। ਫਿਰ 19ਵਾਂ ਦਿਨ ਕਿਉਂਕਿ A ਨੇ ਸ਼ੁਰੂ ਕੀਤਾ ਤਾਂ A ਵਾਲੇ ਪਾਸੇ ਤਾਂ 10 ਦਿਨ A ਦੇ ਹੋ ਗਏ, 9 ਦਿਨ B ਦੇ ਹੋ ਗਏ। ਤਾਂ ਬੱਚੇ ਜਿਹੜਾ ਆਲਟਰਨੇਟ ਡੇਜ਼ ਤੇ ਕੰਮ ਕਰਦਾ 19 ਦਿਨਾਂ 'ਚ ਕੰਮ ਨਿਬੜਿਆ, ਉਹਦੇ ਵਿੱਚ 10 ਦਿਨ A ਦੇ, 9 ਦਿਨ B ਦੇ, ਕਿਉਂਕਿ A ਨੇ ਸ਼ੁਰੂ ਕੀਤਾ ਸੀ ਤਾਂ ਫਾਲਤੂ ਜਿਹੜਾ ਇੱਕ ਐਕਸਟਰਾ ਹੈ A ਨੂੰ ਮਿਲੂ। ਤੇ ਜੇ B ਸ਼ੁਰੂ ਕਰਦਾ ਤਾਂ 19/5/6 ਦਿਨ ਲੱਗੇ। ਹੁਣ 19/5/6 ਨੂੰ ਵੰਡੋ, B ਸ਼ੁਰੂ ਕਰਦਾ ਹੈ ਤਾਂ 10 ਦਿਨਾਂ ਨੂੰ ਤਾਂ 5-5 ਵੰਡਾਂਗੇ A B ਵਾਲੇ ਪਾਸੇ ਸ਼ੁਰੂ ਕਰਕੇ, 18 ਦਿਨਾਂ ਨੂੰ 9 ਤੇ 9 ਵੰਡਾਂਗੇ, 18 ਦਿਨਾਂ ਨੂੰ ਵੰਡਣਾ ਹੈ ਤਾਂ 9 A ਨੂੰ ਮਿਲ ਜਾਣਗੇ, 9 B ਨੂੰ ਮਿਲ ਜਾਣਗੇ। 19ਵੇਂ ਦਿਨ ਕਿਉਂਕਿ B ਨੇ ਸ਼ੁਰੂ ਕੀਤਾ ਤਾਂ ਇਹ 10 ਹੋ ਗਏ। 19 ਦਿਨਾਂ ਦੇ ਵਿੱਚ ਇਹਨੂੰ 10 ਹੋ ਗਏ, ਇਹ 9 ਤੇ ਹੀ ਹੈ ਤੇ 19/5/6 ਹੈ ਤਾਂ ਉਹ 5/6 ਇਹਦੇ ਹੋਣਗੇ। ਤਾਂ ਬੱਚੇ ਕਿੰਨਾ ਸਮਾਂ ਲੱਗਿਆ? 9/5/6 ਇੰਨੇ ਦਿਨ A ਦੇ ਤੇ 10 ਇੰਨੇ ਦਿਨ B ਦੇ। ਤਾਂ ਬੱਚੇ ਕੁਐਸਚਨ ਤੁਹਾਡਾ ਉੱਥੇ ਹੀ ਪਹੁੰਚ ਗਿਆ ਜਿੱਥੇ ਆਪਾਂ ਪਿਛਲੇ ਕੁਐਸਚਨ ਕੀਤੇ ਆ ਕਿ ਜਾਂ ਤਾਂ ਕੰਮ ਪੂਰਾ ਹੋ ਰਿਹਾ ਜਦੋਂ A 10 ਦਿਨ ਤੇ B 9 ਦਿਨ ਕੰਮ ਕਰਦਾ, ਜਾਂ ਕੰਮ ਪੂਰਾ ਹੋ ਰਿਹਾ ਜਦੋਂ A 9/5/6 ਤੇ B 10 ਦਿਨ ਕੰਮ ਕਰਦਾ। ਤਾਂ ਬੱਚੇ A ਨੇ ਆਪਣਾ ਕਿੰਨੇ ਦਿਨ ਦਾ ਕੰਮ ਘਟਾਇਆ? 10 ਚੋਂ ਜਦੋਂ 9/5/6 ਮਾਈਨਸ ਕਰਾਂਗੇ ਤਾਂ 1/6 ਆ ਗਿਆ। A ਨੇ ਆਪਣਾ 1/6 ਡੇਜ਼ ਦਾ ਕੰਮ ਘਟਾਇਆ ਤਾਂ ਉਹਦੇ ਲਈ B ਦਾ ਪੂਰੇ 1 ਦਿਨ ਦਾ ਕੰਮ ਵੱਧ ਗਿਆ। ਤਾਂ ਬੱਚੇ ਟਾਈਮ ਦੀ ਰੇਸ਼ੋ ਕੀ ਆ ਗਈ ਤੁਹਾਡੀ? ਟਾਈਮ ਦੀ ਰੇਸ਼ੋ ਆ ਗਈ 1/6/1। ਤਾਂ ਆ 6 ਉਧਰ ਚੱਲ ਜੂ 1/6। ਜੇ ਟਾਈਮ ਬੱਚੇ ਤੁਹਾਡਾ 1/6 ਦੇ ਵਿੱਚ ਹੈ ਤਾਂ ਐਫੀਸ਼ੀਐਂਸੀ ਕੀ ਆ ਜੂ? 6/1। ਐਫੀਸ਼ੀਐਂਸੀ ਆ ਗਈ 6/1। ਟੋਟਲ ਵਰਕ ਕੱਢ ਲਓ ਜੀ। ਆ ਸਿਰਫ ਮੈਂ ਸਮਝਾਇਆ ਸੀਗਾ ਕਿ 19/5/6 ਨੂੰ ਕਿਵੇਂ ਵੰਡਾਂਗੇ। ਟੋਟਲ ਵਰਕ ਬੱਚੇ ਇੱਥੋਂ ਕੱਢ ਲਓ। A ਡੇਲੀ 6 ਟੌਫੀਆਂ ਖਾਂਦਾ ਤਾਂ 10 ਦੇ ਹਿਸਾਬ ਨਾਲ 60 ਟੌਫੀਆਂ। B 1 ਟੌਫੀ ਖਾਂਦਾ 9 ਦਿਨਾਂ 'ਚ 9 ਟੌਫੀਆਂ ਤਾਂ 60 ਤੇ 9 ਆ ਗਿਆ 69 ਟੌਫੀਆਂ। A ਨੇ 10 ਦਿਨਾਂ ਦੇ ਵਿੱਚ 6 ਦੇ ਹਿਸਾਬ ਨਾਲ ਤੇ B ਨੇ 9 ਦਿਨਾਂ ਦੇ ਵਿੱਚ 1 ਦੇ ਹਿਸਾਬ ਨਾਲ। ਟੋਟਲ ਵਰਕ ਆ ਗਿਆ ਬੱਚੇ 69 ਟੌਫੀਆਂ। ਉਹ 69 ਟੌਫੀਆਂ ਐਗਜ਼ਾਮੀਨਰ ਕਹਿੰਦਾ A ਕੱਲਾ ਕਿੰਨੇ ਦਿਨਾਂ 'ਚ ਖਾਊਗਾ? ਤਾਂ ਬੱਚੇ A ਕੱਲਾ ਡੇਲੀ 6 ਟੌਫੀਆਂ ਖਾਂਦਾ ਤਾਂ 69 ਟੌਫੀਆਂ 69/6 ਕਿੰਨਾ ਆ ਗਿਆ ਤੁਹਾਡਾ? 11.5 ਦਿਨ। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਕੀ ਆ ਜਾਊਗਾ? 11.5 ਡੇਜ਼। ਤਾਂ ਸੈਕੰਡ ਆਪਸ਼ਨ ਬੱਚੇ ਤੁਹਾਡਾ ਇਸ ਕੁਐਸਚਨ ਦਾ ਆਨਸਰ ਆ ਗਿਆ। ਤਾਂ ਇਹ ਬੱਚੇ ਆਪਣਾ ਉਸੇ ਲੜੀ 'ਚ ਮਤਲਬ ਕੁਐਸਚਨ ਦੀਆਂ ਜੇ ਮੈਂ ਕੱਲੀਆਂ ਸਟੇਟਮੈਂਟਸ ਸੋਲੂਸ਼ਨ ਨੂੰ ਛੱਡੋ, ਜੇ ਮੈਂ ਕੱਲੀਆਂ ਸਟੇਟਮੈਂਟਸ ਖੋਲ ਕੇ ਦਿਖਾ ਦਾਂ ਕਿ ਭਾਈ ਇੱਕ ਤਾਂ ਆਹ ਕੁਐਸਚਨ ਹੈ ਆਲਟਰਨੇਟ ਡੇਜ਼ ਵਾਲਾ, ਇੱਕ ਆਹ ਅਭੇ ਤੇ ਨੇਹਾ ਦਾ ਕੁਐਸਚਨ ਹੈ, ਸਟੇਟਮੈਂਟਾਂ ਦੇਖ ਕੇ ਮੈਂ ਕਹਿੰਦਾ ਸ਼ਾਇਦ ਹੀ ਕਿਸੇ ਨੂੰ ਅੰਦਾਜ਼ਾ ਹੋਵੇ ਕਿ ਯਾਰ ਇਹਨਾਂ ਦੇ ਸੋਲੂਸ਼ਨ ਸੇਮ ਜਾਣੇ ਆ। ਤਾਂ ਇਸ ਕਰਕੇ ਥੋੜਾ ਜਿਹਾ ਬਾਈ ਬਣ ਕੇ ਸੋਲੂਸ਼ਨ ਓਰੀਐਂਟਡ ਅਪਰੋਚਿਸ ਨੂੰ ਮੇਰੀਆਂ ਨੂੰ ਧਿਆਨ ਨਾਲ ਦੇਖਦੇ ਜਾਇਆ ਕਰੋ। ਸਾਡੇ ਕਾਫੀ ਤਰ੍ਹਾਂ ਦੇ ਕੁਐਸਚਨਸ ਹੁੰਦੇ ਨੇ ਜਿਹੜੇ ਦੇਖਣ ਨੂੰ ਐ ਲੱਗਦਾ ਕਿ ਇਹਨਾਂ ਦਾ ਆਪਸ 'ਚ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹ ਕੁਐਸਚਨ ਇੱਕੋ ਜਿਹੇ ਤਰੀਕੇ ਨਾਲ ਸੋਲਵ ਹੋ ਜਾਂਦੇ ਨੇ। ਸੋ ਇਸ ਕਰਕੇ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈਗਾ। ਅੱਗੇ ਆ ਜਾਓ ਬੱਚੇ, ਅਗਲਾ ਕੁਐਸਚਨ ਕੀ ਆ? ਅਗਲਾ ਕੁਐਸਚਨ ਹੈ A and B work on alternate days। ਬਿਲਕੁਲ ਸਿਮਿਲਰ ਕੁਐਸਚਨ ਲੈ ਆਇਆ। Can finish a work in 17 days when A starts the work।
ਉਹ ਕਹਿੰਦੇ A ਤੇ B ਆਲਟਰਨੇਟ ਡੇਜ਼ ਤੇ, ਪਿਛਲੇ ਕੁਐਸਚਨ ਦੇ ਵਰਗਾ ਹੀ ਕੁਐਸਚਨ ਹੈ, ਸਟੇਟਮੈਂਟ ਬਸ ਬਦਲੀ ਆ। A ਤੇ B ਜਦੋਂ ਆਲਟਰਨੇਟ ਡੇਜ਼ ਤੇ ਕੰਮ ਕਰਦੇ ਆ ਤਾਂ ਕੰਮ 17 ਦਿਨਾਂ 'ਚ ਨਿਬੜ ਜਾਂਦਾ ਜਦੋਂ A ਸ਼ੁਰੂ ਕਰਦਾ, ਤੇ ਉਹੀ ਕੰਮ 17/2/3 ਦਿਨਾਂ 'ਚ ਨਿਬੜਦਾ ਜਦੋਂ ਵੈਨ B ਸਟਾਰਟਸ ਦਾ ਵਰਕ, ਜਦੋਂ B ਸਟਾਰਟ ਕਰਦਾ। ਉਹ ਕਹਿੰਦੇ ਅੱਗੇ ਇਹ ਕੁਐਸਚਨ ਹੋਰ ਟਿਪੀਕਲ ਹੈ, ਵੈਨ A, B ਐਂਡ C ਵਰਕ ਟੁਗੇਦਰ ਦੇ ਫਿਨਿਸ਼ ਦਾ ਸੇਮ ਵਰਕ ਇਨ 3.5 ਦਿਨ। ਹੁਣ ਨਾਲ C ਵੀ ਆ ਗਿਆ, ਕਹਿੰਦੇ ਜਦੋਂ ਨਾਲ C ਵੀ ਕੰਮ ਕਰਦਾ ਤਾਂ ਕੰਮ 3.5 ਦਿਨਾਂ 'ਚ ਨਿਬੜ ਜਾਂਦਾ। ਇਨ ਹਾਊ ਮੈਨੀ ਡੇਜ਼ ਵੁੱਡ B ਐਂਡ C ਫਿਨਿਸ਼ ਦਾ ਵਰਕ ਇਫ ਦੇ ਵਰਕ ਔਨ ਆਲਟਰਨੇਟ ਡੇਜ਼ ਐਂਡ B ਸਟਾਰਟਸ ਦਾ ਵਰਕ। ਮੈਂ ਕਹਿੰਦਾ ਯਾਰ ਵੀ ਤੁਹਾਡੇ 'ਚੋਂ ਸ਼ਾਇਦ ਹੀ ਕੋਈ ਜਵਾਕ ਹੋਵੇ ਜਿਹਨੇ ਇੰਨਾ ਕੁ ਲੈਂਥੀ ਕੁਐਸਚਨ ਕਦੇ ਦੇਖਿਆ ਹੋਊਗਾ। ਇਹਦੀ ਸਟੇਟਮੈਂਟ ਵੀ ਚਲੋ 4-5 ਲਾਈਨਾਂ ਦੀ ਹੈਗੀ ਆ, ਤੇ ਕੱਢਣ ਪਾਉਣ ਨੂੰ ਵੀ ਕੱਲੀ ਲਾਈਨ ਪੜ੍ਹ ਕੇ ਪਤਾ ਲੱਗਦਾ ਕਿ ਹਰ ਇੱਕ ਲਾਈਨ 'ਚ ਨਵੀਂ ਚੀਜ਼ ਆ ਜਾਂਦੀ ਆ। ਤਾਂ ਇਸ ਕੁਐਸਚਨ 'ਚ ਪਹਿਲਾਂ ਤਾਂ ਜਿਹੜੀਆਂ ਪਹਿਲੀਆਂ 2 ਲਾਈਨਾਂ ਨੇ ਉਹ ਤਾਂ ਬੱਚੇ ਜਿਹੋ ਜਿਹਾ ਸਾਡਾ ਪਿਛਲਾ ਕੁਐਸਚਨ ਸੀ ਉਹੋ ਜਿਹਾ ਸਾਡਾ ਆਹ ਕੁਐਸਚਨ ਹੈ, ਪਰ ਤੀਜੀ ਲਾਈਨ ਜਦੋਂ ਪੜ੍ਹਨ ਲੱਗੇ ਕਿ ਇੱਥੇ ਕੋਈ ਸਵਾਲ ਪੁੱਛਿਆ ਜਾਊ, ਉੱਥੇ ਨਵਾਂ ਕੇਸ ਕਹਿਤਾ, ਕਹਿੰਦੇ ਜੇ C ਵੀ ਹੋਵੇ ਤਾਂ ਤਿੰਨੇ ਜਾਣੇ 3.5 ਦਿਨਾਂ 'ਚ ਕੰਮ ਕਰਨਗੇ। ਫਿਰ ਲੱਗਿਆ ਕਿ ਕੱਲਾ C ਪੁੱਛਿਆ ਜਾਊਗਾ, ਫਿਰ C ਵੀ ਨਹੀਂ ਪੁੱਛਿਆ, ਫਿਰ ਕਹਿੰਦੇ B ਤੇ C ਆਲਟਰਨੇਟ ਡੇਜ਼ ਤੇ ਕੰਮ ਕਰਨ ਤਾਂ ਕੰਮ ਕਿੰਨੇ ਦਿਨਾਂ 'ਚ ਨਿਬੜੇ ਜਦੋਂ B ਸਟਾਰਟਸ ਦਾ ਵਰਕ। ਤਾਂ ਬੱਚੇ ਦੇਖੋ ਪਹਿਲਾਂ ਤਾਂ ਆਪਾਂ A ਤੇ B ਦਾ ਹਿਸਾਬ ਕਰਾਂਗੇ। A ਤੇ B ਦਾ ਹਿਸਾਬ ਆਪਾਂ ਇੱਥੇ ਥੱਲੇ ਕਰ ਲੈਂਦੇ ਹਾਂ, ਉਧਰ ਸਟੇਟ ਆਪਾਂ ਨੂੰ ਜਗ੍ਹਾ ਚਾਹੀਦੀ ਹੋਊਗੀ। A ਤੇ B 17 ਦਿਨਾਂ 'ਚ ਕੰਮ ਕਰਦੇ ਆ ਜਦੋਂ A ਸ਼ੁਰੂ ਕਰਦਾ, ਤਾਂ 17 ਦੇ ਵਿੱਚੋਂ ਈਵਨ ਨੰਬਰ 16 ਨੂੰ ਵੰਡਾਂਗੇ ਤਾਂ 8 ਤੇ 8, 17ਵਾਂ ਦਿਨ ਕਿਉਂਕਿ A ਨੇ ਸ਼ੁਰੂ ਕੀਤਾ ਤਾਂ ਇੱਧਰ ਆ ਜਾਊਗਾ, ਤਾਂ 9 ਦਿਨ 8 ਦਿਨ। ਫਿਰ ਜਦੋਂ B ਸ਼ੁਰੂ ਕਰਦਾ ਤਾਂ 17/2/3 ਦਿਨਾਂ 'ਚ ਕੰਮ ਨਿਬੜਿਆ। ਤਾਂ ਬੱਚੇ ਉਹਦੇ ਵਿੱਚ ਵੀ 16 ਨੂੰ ਵੰਡਿਆ ਤਾਂ 8 ਤੇ 8, 17ਵਾਂ ਦਿਨ ਪੂਰਾ B ਨੂੰ ਮਿਲ ਗਿਆ, 9 ਇੱਧਰ, ਤੇ ਜਿਹੜੇ 2/3 ਐਕਸਟਰਾ ਨੇ ਉਹ ਇਹਨੂੰ ਮਿਲ ਜਾਣਗੇ, 8 2/3 ਹੋ ਜਾਊਗਾ, ਇੱਧਰ ਪੂਰਾ 9। ਤਾਂ ਬੱਚੇ ਟਾਈਮ ਦੀ ਰੇਸ਼ੋ ਕੀ ਆ ਗਈ, ਇਹਦਾ 1/3 ਮਾਈਨਸ ਹੋਇਆ ਤਾਂ ਇਹਦਾ 1 ਦਿਨ ਵੱਧ ਗਿਆ, ਤਾਂ ਟਾਈਮ ਦੀ ਰੇਸ਼ੋ ਆ ਗਈ 1/3:1, ਯਾਨੀ ਕਿ 3 ਉਧਰ ਚੱਲ ਜੂ 1:3। ਜੇ ਟਾਈਮ 1:3 ਹੈ ਤਾਂ ਬੱਚੇ ਐਫੀਸ਼ੀਐਂਸੀ ਤੁਹਾਡੀ 3:1 ਆ ਗਈ, ਐਫੀਸ਼ੀਐਂਸੀ ਤੁਹਾਡੀ 3:1 ਆ ਗਈ। A ਡੇਲੀ 3 ਟੌਫੀਆਂ ਖਾਂਦਾ ਬੱਚੇ, ਆਹ ਐਫੀਸ਼ੀਐਂਸੀ ਦੀ ਰੇਸ਼ੋ ਜਿਹੜੀ ਚਿੱਟੇ ਮਾਰਕਰ ਨਾਲ ਲਿਖੀ ਹੈ। A ਡੇਲੀ 3 ਟੌਫੀਆਂ ਖਾਂਦਾ, B ਡੇਲੀ 1 ਟੌਫੀ ਖਾਂਦਾ, ਕੁੱਲ ਦੋਨੇ ਜਾਣੇ ਮਿਲ ਕੇ 4 ਟੌਫੀਆਂ ਖਾਂਦੇ ਨੇ। ਪਰ ਜਦੋਂ ਕਹਿੰਦੇ ਨਾਲ C ਵੀ ਰਲ ਜਾਂਦਾ ਤਾਂ ਕੰਮ 3.5 ਦਿਨਾਂ 'ਚ ਨਿਬੜਦਾ। ਤਾਂ ਬੱਚੇ ਟੋਟਲ ਵਰਕ ਕਿੰਨਾ ਹੈ, ਐਫੀਸ਼ੀਐਂਸੀ ਇਨਟੂ ਟਾਈਮ। A ਦੀ ਐਫੀਸ਼ੀਐਂਸੀ 3 9 ਦਿਨਾਂ 'ਚ 27 ਟੌਫੀਆਂ, B ਦੀ ਐਫੀਸ਼ੀਐਂਸੀ 1 8 ਦਿਨਾਂ 'ਚ 8 ਟੌਫੀਆਂ, ਤਾਂ 27 ਤੇ 8 35 ਟੌਫੀਆਂ ਨੇ। A B ਤੇ C ਕੁੱਲ 35 ਟੌਫੀਆਂ, A 3 ਦਿਨਾਂ 'ਚ 9 ਦੇ ਹਿਸਾਬ ਨਾਲ, B 1 ਦਿਨ 'ਚ 8 ਦੇ ਹਿਸਾਬ ਨਾਲ ਜੋੜ ਕੇ 35 ਟੌਫੀਆਂ। ਤਾਂ ਇਹ 35 ਟੌਫੀਆਂ 3.5 ਦਿਨਾਂ 'ਚ ਖਾਂਦੇ ਨੇ, ਤਾਂ ਇਹਦਾ ਮਤਲਬ ਡੇਲੀ 10 ਟੌਫੀਆਂ ਖਾਂਦੇ ਹੋਣਗੇ। ਤਾਂ ਬੱਚੇ A B C ਦੀ ਕੁੱਲ ਐਫੀਸ਼ੀਐਂਸੀ ਕਿੰਨੀ ਆ ਗਈ, 10। ਪਰ ਉਹ 10 ਦੇ ਵਿੱਚੋਂ 3 A ਦੀ ਐਫੀਸ਼ੀਐਂਸੀ ਹੈ, 1 B ਦੀ ਐਫੀਸ਼ੀਐਂਸੀ ਹੈ, ਤਾਂ C ਦੀ ਕਿੰਨੀ ਆਜੂ ਬੱਚੇ 6। C ਦੀ ਐਫੀਸ਼ੀਐਂਸੀ ਕਿੰਨੀ ਆ ਗਈ 6। ਤਾਂ ਐਗਜ਼ਾਮੀਨਰ ਕਹਿੰਦਾ B ਡੇਲੀ 1 ਟੌਫੀ ਖਾਂਦਾ, C 6 ਟੌਫੀਆਂ ਖਾਂਦਾ ਹੈ। ਤਾਂ ਆਲਟਰਨੇਟ ਡੇਜ਼ ਤੇ ਕੰਮ ਕਰਨ ਜਿਹਦੇ ਵਿੱਚੋਂ B ਸ਼ੁਰੂ ਕਰੇ ਤਾਂ ਕੰਮ ਕਿੰਨੇ ਦਿਨਾਂ 'ਚ ਨਿਬੜੇ। ਤਾਂ ਬੱਚੇ B ਤੇ C, ਫਿਰ B ਤੇ C ਇਸ ਤਰ੍ਹਾਂ ਕੰਮ ਹੋਵੇ ਤਾਂ B ਪਹਿਲੇ ਦਿਨ 1 ਟੌਫੀ ਖਾਜੂ, C ਅਗਲੇ ਦਿਨ 6 ਟੌਫੀਆਂ ਖਾਊ, 1 6 1 6। ਤਾਂ ਜੋ ਰੈਪੀਟੀਸ਼ਨ ਹੈ ਰੈਪੀਟੀਸ਼ਨ ਚੱਕ ਲਓ। ਤਾਂ ਬੱਚੇ 7 ਟੌਫੀਆਂ 2 ਦਿਨਾਂ ਦੇ ਵਿੱਚ, ਜੇ 7 ਟੌਫੀਆਂ 2 ਦਿਨਾਂ ਦੇ ਵਿੱਚ ਨੇ ਤਾਂ 35 ਟੌਫੀਆਂ ਕਿੰਨੇ ਦਿਨਾਂ ਦੇ ਵਿੱਚ, 10 ਦਿਨਾਂ ਦੇ ਵਿੱਚ। ਆਨਸਰ ਆ ਗਿਆ ਬੱਚੇ ਇਸ ਕੁਐਸਚਨ ਦਾ ਤੁਹਾਡਾ। B ਤੇ C ਆਲਟਰਨੇਟ ਡੇਜ਼ ਤੇ ਕੰਮ ਕਰਨ, ਜਦੋਂ B ਸ਼ੁਰੂ ਕਰੇ ਤਾਂ ਕੰਮ 10 ਦਿਨਾਂ ਦੇ ਵਿੱਚ ਨਿਬੜੂਗਾ। ਇਹ ਬੱਚੇ ਆਪਣੇ ਆਪ 'ਚ ਬਹੁਤ ਚੰਗੇ ਲੈਵਲ ਦਾ ਕੁਐਸਚਨ ਹੈ। ਇਹਦੀ ਪ੍ਰੈਕਟਿਸ ਆਪਾਂ 6-7 ਕੁਐਸਚਨਾਂ ਦੀ ਕਰ ਲਈ। ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਇਸ ਤਰ੍ਹਾਂ ਦੇ ਕਾਫੀ ਕੁਐਸਚਨ ਦੇਖਾਂਗੇ ਜਿਹੜੇ ਦੇਖਣ 'ਚ ਇੱਕ ਦੂਜੇ ਵਰਗੇ ਲੱਗਦੇ ਵੀ ਨਹੀਂ ਹੈਗੇ, ਪਰ ਸੋਲੂਸ਼ਨ ਉਹਨਾਂ ਦੇ ਬਹੁਤ ਸਿਮਿਲਰ ਨੇਗੇ। ਤਾਂ ਉਹਦੇ ਲਈ ਥੋੜਾ ਜਿਹਾ ਬੇਸਿਕਸ ਕਨਸੈਪਟਸ ਉਹ ਸਾਰੇ ਦੇ ਸਾਰੇ ਕਰਨੇ ਜ਼ਰੂਰੀ ਨੇ। ਜਿਹੜੇ ਬੱਚਿਆਂ ਨੂੰ ਮੈਂ ਹਰ ਕਲਾਸ 'ਚ ਕਹਿਣਾ ਕਿ ਭਾਈ ਜੇ ਤੁਹਾਡੇ 'ਚੋਂ ਕਿਸੇ ਨੂੰ ਲੱਗਦਾ ਹੈ ਕਿ ਸਿਲੇਬਸ ਹੀ ਦੁਬਾਰੇ ਕਰਨਾ ਹੈਗਾ, ਸਿਲੇਬਸ ਹੀ ਨਹੀਂ ਉਹਨਾਂ ਚੰਗਾ ਹੋਇਆ ਜਿੱਥੋਂ ਵੀ ਕੀਤਾ ਹੈਗਾ, ਆਨਲਾਈਨ ਕੀਤਾ ਆਫਲਾਈਨ ਕੀਤਾ ਸੈਲਫ ਸਟੱਡੀ ਕੀਤੀ, ਜਿਹੜੇ ਬੱਚਿਆਂ ਨੂੰ ਆਪਦੇ ਸਿਲੇਬਸ ਦੀ ਸੰਤੁਸ਼ਟੀ ਨਹੀਂ, ਬਾਈ ਬਣ ਕੇ ਸਿਲੇਬਸ ਦੁਬਾਰੇ ਕਰੋ। ਜਿੱਥੋਂ ਵੀ ਤੁਹਾਨੂੰ ਮਤਲਬ ਲੱਗਦਾ ਹੈ ਕਿ ਟੀਚਰ ਦੇ ਨਾਲ ਕੰਪੈਟੇਬਿਲਿਟੀ ਚੰਗੀ ਹੈ, ਇਸ ਟੀਚਰ ਦਾ ਪੜਾਇਆ ਹੋਇਆ ਸਮਝ ਆ ਜੂ, ਇਹ ਚੰਗਾ ਟੀਚਰ ਹੈ, ਉੱਥੋਂ ਸਿਲੇਬਸ ਕਰੋ। ਸਕਸੈਸ ਟਰੀ ਤੋਂ ਮੇਰਾ ਬੈਚ ਲੈਣਾ ਤਾਂ ਇਕੱਲੇ ਮੈਥ ਦਾ ਬੈਚ ਮਿਲ ਜੂਗਾ। ਮੈਂ ਕਮੈਂਟ ਸੈਕਸ਼ਨ ਦੇ ਵਿੱਚ ਲਿੰਕ ਵੀ ਪਾ ਦਿੰਨਾਗਾ ਕਿ ਜੇ ਕਿਸੇ ਬੱਚੇ ਨੇ ਕੱਲਾ ਮੈਥ ਦਾ ਕੋਰਸ ਖਰੀਦਣਾ, ਪੂਰੇ ਦਾ ਪੂਰਾ ਸਿਲੇਬਸ ਮਾਸਟਰ ਕੋਰਸ ਦਾ ਬੈਚ ਖਰੀਦਣਾ, ਉਹ ਵੀ ਮਿਲ ਜੂਗਾ, ਕੱਲਾ ਮੈਥ ਵੀ ਅਵੇਲੇਬਲ ਆ। ਤੇ ਜਿਹੜੇ ਬੱਚਿਆਂ ਨੂੰ ਲੱਗਦਾ ਕਿ ਯਾਰ ਸਾਡਾ ਸਿਲੇਬਸ ਠੀਕ ਠਾਕ ਹੋ ਰੱਖਿਆ, ਵਧੀਆ ਹੋ ਰੱਖਿਆ, ਬਸ ਅਸੀਂ ਇਹੋ ਜਿਹੇ ਸਵਾਲਾਂ ਦੀ ਪ੍ਰੈਕਟਿਸ ਕਰਨੀ ਹੈ, ਬਾਈ ਬਣ ਕੇ ਉਹ ਪ੍ਰੈਕਟਿਸ ਵੀ ਥੋੜਾ ਜਿਹਾ ਧਿਆਨ ਨਾਲ ਕਰਿਆ ਕਰਨ ਕਿ ਸਾਡੇ ਕਾਫੀ ਕੁਐਸਚਨਸ ਐ ਹੁੰਦੇ ਆ ਕਿ ਅਸੀਂ ਉਹ ਟੱਕਰ ਜਿਹੀ ਤਾਂ ਮਾਰ ਲੈਂਦੇ ਆ, ਪਰ ਸਾਨੂੰ ਇਹ ਨਹੀਂ ਪਤਾ ਕਿ ਉਹਦੇ ਵਿੱਚ ਹੋਰ ਕਿੰਨੇ ਕੁ ਚੰਗੇ ਟ੍ਰਿਕਸ ਨੇ ਜਿਹੜੇ ਸਾਡੇ ਟਾਈਮ ਸੇਵਿੰਗ ਟ੍ਰਿਕਸ ਹੁੰਦੇ ਨੇ। ਤਾਂ ਬੱਚੇ ਇਹਦਾ ਧਿਆਨ ਰੱਖਣਾ। ਅੱਗੇ ਆ ਜਾਓ, ਅਗਲਾ ਕੁਐਸਚਨ ਕੀ ਆ, A and B working together can complete a job in 5 days। ਬੱਚੇ ਇਹ
ਐਸਐਸਸੀ ਦੇ ਪੇਪਰ 'ਚ ਇੱਕ ਵਾਰੀ ਪੁੱਛਿਆ ਹੋਇਆ ਕੁਐਸਚਨ ਹੈ, ਬਿਲਕੁਲ ਸੇਮ ਸਟੇਟਮੈਂਟ ਲੈ ਕੇ ਆਇਆ, ਉਲਝਾ ਕੇ ਨਹੀਂ ਲੈ ਕੇ ਆਇਆ, ਸੇਮ ਸਟੇਟਮੈਂਟ ਹੈ। ਕਹਿੰਦੇ A ਤੇ B ਇਕੱਠੇ ਕਿਸੇ ਕੰਮ ਨੂੰ 5 ਦਿਨਾਂ 'ਚ ਕਰਦੇ ਆ। ਅੱਗੇ ਕਹਿੰਦੇ ਇਫ A works with twice of his efficiency, ਜੇ ਕਿਤੇ A ਆਪਣੀ ਅਸਲ ਤੋਂ ਦੁੱਗਣੀ ਐਫੀਸ਼ੀਐਂਸੀ ਤੇ ਕੰਮ ਕਰੇ ਐਂਡ B works with 1/3 of his efficiency, ਤੇ B ਵੀ ਆਪਣੀ ਐਫੀਸ਼ੀਐਂਸੀ ਬਦਲ ਲੇ, 1/3 ਐਫੀਸ਼ੀਐਂਸੀ ਦੇ ਹਿਸਾਬ ਨਾਲ ਕੰਮ ਕਰੇ, ਦੈਨ ਦਾ ਵਰਕ ਵਿਲ ਬੀ ਕੰਪਲੀਟਡ ਇਨ 3 ਡੇਜ਼। ਜਿਹੜਾ ਪਹਿਲਾਂ 5 ਦਿਨਾਂ 'ਚ ਨਿਬੜ ਰਿਹਾ ਸੀ ਉਹ ਹੁਣ 3 ਦਿਨਾਂ 'ਚ ਨਿਬੜੇ। ਸੋ ਇਨ ਹਾਊ ਮੈਨੀ ਡੇਜ਼ A ਅਲੋਨ। ਤਾਂ ਬੱਚੇ ਆਪਾਂ A ਅਲੋਨ ਫਾਈਂਡ ਕਰਨਾ। ਦੇਖੋ ਪਹਿਲਾਂ ਤਾਂ ਕਹਿੰਦੇ A ਤੇ B ਰਲ ਕੇ ਕਿਸੇ ਕੰਮ ਨੂੰ 5 ਦਿਨਾਂ 'ਚ ਨਿਬੇੜਦੇ ਆ, ਇਹ ਗਿਵਨ ਹੈ। ਫਿਰ ਕਹਿੰਦੇ A ਜੇ ਆਪਣੀ ਐਫੀਸ਼ੀਐਂਸੀ ਨੂੰ ਦੁੱਗਣਾ ਕਰ ਲੇ, B ਆਪਣੀ ਐਫੀਸ਼ੀਐਂਸੀ ਨੂੰ, ਤੁਸੀਂ ਬੱਚੇ ਇਹਨੂੰ 2A ਲਿਖੋ ਹੀ ਨਾ, ਉਹ ਆਪਾਂ ਨੂੰ ਵੈਸੇ ਸਮਝ ਆ ਗਿਆ, ਇਹਨੂੰ ਮੈਂ A ਡੈਸ਼ ਲਿਖ ਲੈਣਾ ਕਿ A ਨੇ ਆਪਣੀ ਐਫੀਸ਼ੀਐਂਸੀ ਬਦਲਤੀ, A ਡੈਸ਼ ਲਿਖਤਾ। B ਨੇ ਵੀ ਆਪਣੀ ਐਫੀਸ਼ੀਐਂਸੀ ਬਦਲਤੀ, 1/3 ਕਰਤੀ, B ਡੈਸ਼ ਲਿਖਤਾ, ਤਾਂ ਕੰਮ 3 ਦਿਨਾਂ ਦੇ ਵਿੱਚ ਨਿਬੜ ਗਿਆ। ਤਾਂ ਬੱਚੇ ਦੇਖੋ ਟੋਟਲ ਵਰਕ ਕਿੰਨਾ, 5 ਤੇ 3 ਦਾ ਐਲਸੀਐਮ 15, 15 ਟੋਫੀਆਂ 5 ਦਿਨਾਂ 'ਚ 15 ਤਾਂ ਡੇਲੀ 3 ਦਿਨਾਂ 'ਚ 15 ਤਾਂ ਡੇਲੀ 5। ਤਾਂ ਬੱਚੇ ਜਦੋਂ ਤਾਂ ਆਪਣੀ ਓਰੀਜਨਲ ਐਫੀਸ਼ੀਐਂਸੀ ਤੇ ਕੰਮ ਕਰਦੇ ਆ ਤਾਂ ਡੇਲੀ 3 ਟੋਫੀਆਂ ਖਾਂਦੇ ਆ। A ਦੀ ਓਰੀਜਨਲ ਐਫੀਸ਼ੀਐਂਸੀ ਨੂੰ A ਮੰਨ ਲਓ, B ਦੀ ਓਰੀਜਨਲ ਐਫੀਸ਼ੀਐਂਸੀ ਨੂੰ B ਮੰਨ ਲਓ, ਤਾਂ ਇਹਦਾ ਮਤਲਬ A ਪਲੱਸ B ਸਾਨੂੰ 3 ਦਿੱਤਾ ਹੋਇਆ। ਬੱਚੇ ਮੈਂ ਸਮਾਲ a ਕੀ ਮੰਨ ਲਿਆ, A ਦੀ ਐਫੀਸ਼ੀਐਂਸੀ ਸਮਾਲ a, B ਦੀ ਐਫੀਸ਼ੀਐਂਸੀ ਸਮਾਲ b, ਤਾਂ A ਪਲੱਸ B 3 ਟੋਫੀਆਂ। ਤੇ ਜਦੋਂ A ਨੇ ਆਪਣੀ ਐਫੀਸ਼ੀਐਂਸੀ ਦੁੱਗਣੀ ਕੀਤੀ 2A, ਤੇ B ਨੇ ਆਪਣੀ ਐਫੀਸ਼ੀਐਂਸੀ ਤੀਜਾ ਹਿੱਸਾ ਕਰ ਲਈ B/3, ਉਹ ਕੀ ਹੈ 5 ਐਫੀਸ਼ੀਐਂਸੀ। ਤਾਂ ਬੱਚੇ ਇਹ ਕਲੀਅਰ ਹੈ ਸਾਰਿਆਂ ਨੂੰ, ਇੱਥੇ ਤੱਕ ਗੱਲ ਸਮਝ ਆ ਗਈ। ਇਸ ਤੋਂ ਬਾਅਦ ਇਹਦਾ ਹੱਲ ਕੱਢ ਲਓ। ਇੱਥੇ ਕੱਲਾ B ਹੈ, ਇਹਨੂੰ ਕੱਲਾ B ਬਣਾ ਲਓ 3 ਗੁਣਾ ਕਰਕੇ। ਤਾਂ ਬੱਚੇ ਜਦੋਂ ਇਹਨੂੰ 3 ਗੁਣਾ ਕਰਾਂਗੇ ਇਹ ਪੂਰੇ ਦਾ ਪੂਰਾ ਕੀ ਬਣ ਜੂਗਾ, 2A ਦਾ 3 ਗੁਣਾ ਹੋ ਗਿਆ 6A, B/3 ਦਾ 3 ਗੁਣਾ ਹੋ ਗਿਆ ਕੱਲਾ B, ਇਧਰ 3 ਗੁਣਾ ਹੋ ਗਿਆ 15। ਤਾਂ ਬੱਚੇ ਇਹਦੇ ਵਿੱਚੋਂ ਜੇ ਉੱਪਰਲਾ ਮਾਈਨਸ ਕਰ ਦਾਂਗੇ ਤਾਂ B ਤੇ B ਕੱਟਿਆ ਗਿਆ, 6A ਚੋਂ A ਕੱਟਿਆ 5A, 15 ਚੋਂ 3 ਗਿਆ 12, ਤਾਂ 5A ਦੀ ਵੈਲਿਊ 12 ਆ ਗਈ। ਉਹਦੇ ਵਿੱਚੋਂ A ਦੀ ਐਫੀਸ਼ੀਐਂਸੀ ਆ ਗਈ 12/5। ਆਪਾਂ B ਨੂੰ ਕਿਉਂ ਸੇਮ ਕੀਤਾ, ਆਪਾਂ B ਨੂੰ ਇਸ ਕਰਕੇ ਸੇਮ ਕੀਤਾ ਕਿ B ਕੱਟਿਆ ਜਾਊਗਾ ਤਾਂ A ਨਿਕਲ ਆਊਗਾ, ਆਪਾਂ ਨੂੰ A ਚਾਹੀਦਾ ਸੀ ਇਸ ਕਰਕੇ A ਕੱਢ ਲਿਆ। A ਆ ਗਿਆ 12/5, ਤਾਂ A ਡੇਲੀ 12/5 ਟੋਫੀਆਂ ਖਾਂਦਾ, A ਦੀ ਐਫੀਸ਼ੀਐਂਸੀ A ਲਈ ਸੀ ਉਹ 12/5 ਆ ਗਿਆ। ਤਾਂ 15 ਟੋਫੀਆਂ ਕਿੰਨੇ ਦਿਨਾਂ 'ਚ ਨਿਬੇੜੂਗਾ, 15 ਟੋਫੀਆਂ 12/5 ਦੇ ਹਿਸਾਬ ਨਾਲ। ਤਾਂ 12/5 'ਚ 5 ਛਾਲ ਮਾਰ ਕੇ ਉੱਪਰ ਚਲ ਗਿਆ, 15 × 5/12, 3 ਦੇ ਟੇਬਲ 'ਚ 5, 3 ਦੇ ਟੇਬਲ 'ਚ 4, 25/4, 25/4 ਕੀ ਹੁੰਦਾ, ਫ੍ਰੈਕਸ਼ਨ ਦੇ ਵਿੱਚ 6 1/4, ਡੈਸੀਮਲ ਦੇ ਵਿੱਚ 6.25। ਬੱਚੇ ਸੈਕਿੰਡ ਆਪਸ਼ਨ ਆਪਣਾ ਆਨਸਰ ਆ ਗਿਆ ਇਸ ਕੁਐਸਚਨ ਦਾ। ਮੈਂ ਇਸ ਕੁਐਸਚਨ ਤੇ ਤੁਹਾਨੂੰ 5-4 ਸਕਿੰਟ ਦਊਂਗਾ ਸਾਈਡ ਤੇ ਖੜ ਕੇ ਕਿ ਤੁਸੀਂ ਚੰਗੀ ਤਰ੍ਹਾਂ ਦੇਖ ਸਕੋ। ਇਹ ਕੁਐਸਚਨ ਐਸਐਸਸੀ ਦੇ ਪੇਪਰ 'ਚ ਪੁੱਛਿਆ ਗਿਆ ਕੁਐਸਚਨ ਹੈ। ਤੇ ਬੱਚੇ ਪੰਜਾਬ ਦੇ ਪੇਪਰਾਂ ਦਾ ਜੇ ਤੁਸੀਂ ਪੈਟਰਨ ਸਮਝਣਾ ਤਾਂ ਐਸਐਸਸੀ 'ਚ ਪੁੱਛੇ ਗਏ ਕੁਐਸਚਨ, ਕੈਟ 'ਚ ਪੁੱਛੇ ਗਏ ਕੁਐਸਚਨ, ਨੈਬ ਦਾ ਸਾਡਾ ਪੇਪਰ ਮੈਜੋਰਿਟੀ ਮੈਥ ਸੈਕਸ਼ਨ 25-26 ਕੁਐਸਚਨ ਸੀ ਮੈਥ ਦੇ, ਕੈਟ ਲੈਵਲ ਦੇ, ਕੈਟ ਦੇ ਪੁਰਾਣੇ ਪੇਪਰਾਂ ਦੇ, ਤਾਂ ਉਸ ਫਾਰਮੈਟ ਦੇ ਕੁਐਸਚਨ ਸੀ। ਐਸਐਸਸੀ ਫਾਰਮੈਟ ਦੇ ਕੁਐਸਚਨ ਪੰਜਾਬ 'ਚ ਪਿਛਲੇ 6-7 ਸਾਲਾਂ ਤੋਂ 2015 ਤੋਂ ਬਾਅਦ ਹੀ ਜੋ ਐਸਐਸਸੀ 'ਚ ਪੁੱਛਿਆ ਜਾਂਦਾ ਰਿਹਾ ਪੰਜਾਬ ਵਾਲਿਆਂ ਨੇ ਪਾਉਣਾ ਸ਼ੁਰੂ ਕੀਤਾ ਹੋਇਆ। ਉਹ ਜਿਹੜੀ ਰੈਪੀਟੇਸ਼ਨ ਵੀ ਹੋ ਰਹੀ ਆ ਉਸੇ ਵਿੱਚੋਂ ਹੀ ਹੋ ਰਹੀ ਆ। ਐਤਕੀ ਕੈਟ ਲੈਵਲ ਵੀ ਇੰਟਰੋਡਿਊਸ ਹੋ ਗਿਆ ਕਿ ਪੰਜਾਬ ਦੇ ਪੇਪਰਾਂ 'ਚ ਜੇ ਕਦੇ ਕੋਈ ਮੈਥ ਦਾ ਪੇਪਰ ਮਤਲਬ ਕਿਸੇ ਪੇਪਰ 'ਚ ਮੈਥ ਔਖਾ ਆਇਆ, ਅਸੀਂ ਮੰਨਾਂਗੇ ਕਿ ਯਾਰ ਕੱਲਾ ਐਸਐਸਸੀ ਤੇ ਗੱਲ ਨਹੀਂ ਰੁਕਣੀ, ਕੈਟ ਲੈਵਲ ਦੇ ਵੀ ਕੁਐਸਚਨ ਹੋਣਗੇ। ਤਾਂ ਇਹ ਮੈਂ ਸਾਰੇ ਦੇ ਸਾਰੇ ਕੁਐਸਚਨ ਉਸ ਲੈਵਲ ਦੇ ਕਰਵਾ ਰਿਹਾ। ਇਹਦੇ ਨਾਲ ਨਾਲ ਜਿਹੜਾ ਆਪਣਾ ਰੋਜ਼ ਰਾਤ ਨੂੰ 9 ਵਜੇ, ਰੋਜ਼ ਹੀ ਰਾਤ ਨੂੰ 9 ਵਜੇ ਮੈਥ ਦਾ ਕੁਐਸਚਨ ਆਫ ਦਾ ਡੇ ਦਾ ਸੈਸ਼ਨ ਚੱਲਦਾ, ਉਹਦੇ ਵਿੱਚ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸੌਖੇ ਦੇਖਣ ਸਾਰ ਆਨਸਰ ਆਉਣ ਵਾਲੇ ਕੁਐਸਚਨ ਨਾ ਕਰੀਏ, ਕੁਝ ਟਿਪੀਕਲ ਕੁਐਸਚਨਸ ਕਰੀਏ, ਕੁਝ ਚੰਗੇ ਲੈਵਲ ਦੇ ਕੁਐਸਚਨ ਜਿਹੜੇ ਚਾਹੇ ਕੈਟ ਚਾਹੇ ਨੇ, ਐਸਐਸਸੀ ਚਾਹੇ ਨੇ, ਜਾਂ ਕਿਤੇ ਨਹੀਂ ਆਏ ਹੈਗੇ ਪਰ ਬਹੁਤ ਚੰਗੇ ਕੁਐਸਚਨ ਨੇ, ਉਹਨਾਂ ਦੀ ਆਪਾਂ ਲਗਾਤਾਰ ਪ੍ਰੈਕਟਿਸ ਕਰਦੇ ਜਾਈਏ। ਤਾਂ ਉਹ ਹਮੇਸ਼ਾ ਕੋਸ਼ਿਸ਼ ਰਹੀ ਹੈ। ਇਹਦੇ ਨਾਲ ਦੇ ਕੁਐਸਚਨਸ, ਇਹਦੇ ਮਿਲਦੇ ਜੁਲਦੇ ਕੁਐਸਚਨ ਹਾਈ ਲੈਵਲ ਪਹੁੰਚਾਂਗੇ। A and B can finish a piece of work in 4 days, A ਤੇ B ਰਲ ਕੇ ਕਿਸੇ ਕੰਮ ਨੂੰ 4 ਦਿਨਾਂ 'ਚ ਨਿਬੇੜਦੇ ਆ। ਬਟ if A reduces his efficiency by 30%, A reduce ਮਤਲਬ ਡਿਕਰੀਜ਼ ਕਰਨਾ, ਉਹ ਆਪਣੀ ਐਫੀਸ਼ੀਐਂਸੀ ਨੂੰ 30% ਘਟਾ ਲੈਂਦਾ, ਐਂਡ B increases his efficiency by 10%, ਤੇ B ਆਪਣੀ ਐਫੀਸ਼ੀਐਂਸੀ ਨੂੰ 10% ਵਧਾ ਲੈਂਦਾ, then the work will be finished in 5 days। ਜਿਹੜਾ ਕੰਮ ਪਹਿਲਾਂ 4 ਦਿਨਾਂ 'ਚ ਨਿਬੜਦਾ ਸੀ ਸੁੱਖੀ ਸਾਂਦੀ, ਕੋਈ ਫੇਰ ਬਦਲ ਨਹੀਂ, A ਤੇ B ਰਲ ਕੇ ਕੰਮ 4 ਦਿਨਾਂ 'ਚ ਨਿਬੇੜਦੇ ਸੀ, ਤਾਂ A ਨੇ ਕਹਿੰਦੇ ਜੇ ਆਪਣੀ ਐਫੀਸ਼ੀਐਂਸੀ 30% ਘਟਾ ਲਈ ਤੇ B ਨੇ 10% ਵਧਾ ਲਈ ਤਾਂ ਕੰਮ 5 ਦਿਨਾਂ 'ਚ ਨਿਬੜ ਰਿਹਾ। ਹੁਣ ਪੁੱਛ ਕੀ ਰਹੇ ਨੇ, ਇਫ A works with his original efficiency while B works with 1.5 ਗੁਣਾ of his efficiency, then in how many days working together the work will be finished। ਤਾਂ ਬੱਚੇ ਜਿੰਨਾ ਕੰਪਲੀਕੇਟਡ ਕੁਐਸਚਨ ਹੋ ਸਕਦਾ ਉਹਨਾਂ ਕੁਐਸਚਨ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ।
A ਤੇ B ਰਲ ਕੇ ਕਿਸੇ ਕੰਮ ਨੂੰ 4 ਦਿਨਾਂ 'ਚ ਨਿਬੇੜਦੇ ਆ ਓਰੀਜਨਲ ਐਫੀਸ਼ੀਐਂਸੀ ਦੇ ਨਾਲ। ਤੇ ਜਦੋਂ A ਆਪਣੀ ਐਫੀਸ਼ੀਐਂਸੀ 30% ਘਟਾ ਲੈਂਦਾ ਉਹਨੂੰ ਮੈਂ ਹਲੇ A ਡੈਸ਼ ਲਿਖਤਾ, ਤੇ B ਆਪਣੀ ਐਫੀਸ਼ੀਐਂਸੀ 10% ਵਧਾ ਲੈਂਦਾ ਉਹਨੂੰ ਮੈਂ B ਡੈਸ਼ ਲਿਖਤਾ, ਤਾਂ ਕੰਮ ਕਹਿੰਦੇ 5 ਦਿਨਾਂ 'ਚ ਨਿਬੜ ਰਿਹਾ। ਤਾਂ ਬੱਚੇ ਕੰਮ ਕਿੰਨਾ ਉਹ ਆਪਾਂ 4 ਤੇ 5 ਦਾ ਐਲਸੀਐਮ ਲੈ ਲਾਂਗੇ, 20 ਟੌਫੀਆਂ। ਐਫੀਸ਼ੀਐਂਸੀ ਕੀ ਆ ਗਈ A + B ਦੀ ਐਫੀਸ਼ੀਐਂਸੀ 4 ਦਿਨਾਂ 'ਚ 20 ਟੌਫੀਆਂ ਡੇਲੀ 5 ਦਿਨਾਂ 'ਚ 20 ਟੌਫੀਆਂ ਡੇਲੀ 4। ਤਾਂ ਬੱਚੇ ਇਹ ਤਾਂ ਓਰੀਜਨਲ ਐਫੀਸ਼ੀਐਂਸੀ ਹੈ, ਤਾਂ A ਦੀ ਐਫੀਸ਼ੀਐਂਸੀ ਨੂੰ A ਤੇ B ਦੀ ਐਫੀਸ਼ੀਐਂਸੀ ਨੂੰ B ਮੰਨ ਲਾਂਗੇ। ਤਾਂ ਇਹਦਾ ਮਤਲਬ A + B ਦੀ ਵੈਲਿਊ 5 ਦਿੱਤੀ ਹੋਈ ਹੈ ਸਾਨੂੰ। ਤੇ ਇੱਥੇ ਕੀ ਹੈ A ਨੇ ਆਪਣੀ ਐਫੀਸ਼ੀਐਂਸੀ ਕੀ ਹੈ 30% ਘਟਾ ਲਈ। ਬੱਚੇ 30% ਰਿਡਿਊਸ ਹੈ ਤਾਂ 70% ਰਹਿ ਗਿਆ। A ਦਾ 70% ਕੀ ਹੋ ਜੂ ਫ੍ਰੈਕਸ਼ਨ ਦੇ ਵਿੱਚ 7/10, ਡੈਸੀਮਲ ਦੇ ਵਿੱਚ 0.7। ਤਾਂ ਇਹਨੂੰ ਆਪਾਂ 7/10 ਆਫ A ਲਿਖ ਸਕਦੇ ਹਾਂ। ਪਲੱਸ B ਨੇ 10% ਵਧਾ ਲਈ, ਇਨਕਰੀਜ਼ ਕਰਨਾ, ਤਾਂ 11/10 ਆਫ B ਲਿਖ ਸਕਦੇ ਹਾਂ। ਉਹ ਕਿਹਦੇ ਬਰਾਬਰ ਹੈ? ਉਹ 4 ਦੇ ਬਰਾਬਰ ਹੈ। ਤਾਂ ਬੱਚੇ ਆ ਜਿਹੜਾ ਹੇਠਾਂ 10 ਲੱਗਿਆ ਹੋਇਆ ਇਹ 10 ਦਾ ਇਲਾਜ ਤਾਂ ਬਹੁਤ ਸੌਖਾ ਹੋ ਜਾਊਗਾ, ਸਾਰੇ ਨੂੰ 10 ਗੁਣਾ ਕਰ ਦਾਂਗੇ। ਬੱਚੇ ਜੇ ਦੂਜੀ ਉੱਪਰ ਤਾਂ ਕੋਈ ਛੇੜਖਾਨੀ ਨਹੀਂ, A + B 5 ਹੈ, ਇਹਨੂੰ ਜੇ ਆਪਾਂ 10 ਗੁਣਾ ਕਰ ਦਾਂਗੇ ਤਾਂ ਸਾਰਾ ਇਲਾਜ ਹੋ ਗਿਆ ਕਿ ਹੇਠੋਂ 10 ਕੱਟਿਆ ਗਿਆ ਉੱਥੇ 40 ਬਣ ਜਾਊਗਾ। ਪਰ ਕੱਲਾ 10 ਗੁਣਾ ਕਰਕੇ ਇਹ 7A ਰਹਿ ਜੂ, ਇਹ 11B ਰਹਿ ਜੂ। ਆਪਾਂ ਇਹਨੂੰ ਵੀ ਤਾਂ A ਜਾਂ B ਨੂੰ ਬਰਾਬਰ ਕਰਨਾ, ਕਿਉਂਕਿ ਇਸ ਕੁਐਸਚਨ 'ਚ ਤਾਂ ਆਪਾਂ A ਤੇ B ਦੋਨੇ ਕੱਢਣੀਆਂ ਨੇ, ਸੋ ਇਸ ਕਰਕੇ A ਤੇ B ਨੂੰ ਵੀ ਬਰਾਬਰ ਕਰਨਾ ਹੈ। ਤਾਂ ਜੇ ਤਾਂ A ਬਰਾਬਰ ਕਰਨਾ ਤਾਂ 7A ਬਣ ਜੂਗਾ, ਇੱਥੇ 7 ਗੁਣਾ ਕਰ ਦੋ। ਜੇ B ਬਰਾਬਰ ਕਰਨਾ ਹੁੰਦਾ ਤਾਂ ਇੱਥੇ 11B ਬਣ ਜਾਣਾ ਸੀ, ਉੱਪਰ 11 ਗੁਣਾ ਕਰ ਦੋ। ਇਹ ਕਰ ਦਿੰਦੇ ਆਪਾਂ ਕੁਛ। ਤਾਂ ਬੱਚੇ ਇੱਥੇ ਕੀ ਬਣ ਗਿਆ 7A + 7B = 35। ਹੇਠਾਂ ਕੀ ਬਣ ਗਿਆ 10 ਗੁਣਾ ਕਰਕੇ 7A + 11B = 40। ਤਾਂ ਬੱਚੇ ਜਦੋਂ ਹੇਠੋਂ ਉੱਪਰਲੀ ਇਕੁਏਸ਼ਨ ਮਾਈਨਸ ਕਰਾਂਗੇ ਤਾਂ A ਤੇ A ਤਾਂ ਕੱਟਿਆ ਗਿਆ 7 4B ਦੀ ਵੈਲਿਊ ਕਿੰਨੀ ਆ ਗਈ 5। ਜੇ 4B ਦੀ ਵੈਲਿਊ 5 ਆ ਗਈ ਤਾਂ B ਦੀ ਵੈਲਿਊ ਕੀ ਆ ਗਈ 5/4 ਯਾਨੀ ਕਿ 1.25। ਤਾਂ ਬੱਚੇ B ਦੀ ਵੈਲਿਊ ਕੀ ਆ ਗਈ ਤੁਹਾਡੀ 1.25। ਆਪਾਂ ਡੈਸੀਮਲ ਦੇ ਵਿੱਚ ਨਾ ਲਿਖੀਏ, ਆਪਾਂ ਫ੍ਰੈਕਸ਼ਨ 'ਚ ਲਿਖਦੇ ਹਾਂ। ਬੱਚੇ B ਦੀ ਵੈਲਿਊ ਕਿੰਨੀ ਆ ਗਈ ਤੁਹਾਡੀ 5/4। 1.25 ਸਾਡੇ ਦਿਮਾਗ 'ਚ ਹੈ, ਵੈਸੇ 5/4। ਜੇ B ਦੀ ਵੈਲਿਊ 5/4 ਆ ਗਈ ਤਾਂ ਬੱਚੇ A + B 5 ਦਾ ਮਤਲਬ B ਜੇ 5/4 ਹੈ ਤਾਂ 5/4 ਪਰਾਂ ਜਾ ਕੇ ਮਾਈਨਸ ਹੋਊਗਾ। A ਕਿੰਨਾ ਆਜੂ 5 ਦੇ ਵਿੱਚੋਂ 5/4 ਜਦੋਂ ਮਾਈਨਸ ਕਰਾਂਗੇ ਤਾਂ ਬੱਚੇ 15/4 ਰਹਿ ਗਿਆ। ਮਤਲਬ 5 × 4 20 ਚੋਂ 5 ਕੱਢੇ 15/4, ਤਾਂ A ਆ ਗਿਆ ਤੁਹਾਡਾ 15/4। ਆ -22 ਬਣ ਕੇ ਆਪੇ ਕਰ ਲਿਓ। ਆਹ A ਤੇ B ਦੀਆਂ ਓਰੀਜਨਲ ਐਫੀਸ਼ੀਐਂਸੀਜ਼ ਆ ਗਈਆਂ। ਆਪਾਂ ਕੁੱਲ 20 ਟੌਫੀਆਂ ਖਵਾਉਣੀਆਂ ਨੇ। ਕਿਹਨੂੰ ਖਵਾਉਣੀਆਂ ਨੇ? A ਆਪਣੀ ਓਰੀਜਨਲ ਐਫੀਸ਼ੀਐਂਸੀ ਤੇ ਕੰਮ ਕਰੇ, B ਆਪਣੀ ਐਫੀਸ਼ੀਐਂਸੀ ਨੂੰ 1.5 ਗੁਣਾ ਕਰਦੇ। ਮਾਂ ਦੇ ਪੁੱਤ ਨੇ ਇੱਥੇ ਵੀ ਫਰਕ ਪਾ ਲਿਆ, ਤਾਂ A ਦੀ ਤਾਂ 15/4 ਹੀ ਲੈਣੀ ਹੈ। B ਨੇ ਆਪਣਾ ਕੀ ਕਰ ਦੇਣਾ 1.5 ਗੁਣਾ ਯਾਨੀ ਕਿ 3/2। ਬੱਚੇ ਡੈਸੀਮਲ 'ਚ ਜਿਹੜਾ 1.5 ਆ ਉਹ 3/2 ਗੁਣਾ ਹੁੰਦਾ। ਤਾਂ 20 ਟੌਫੀਆਂ ਖਵਾਉਣੀਆਂ ਨੇ ਕਿਹਨੂੰ? A ਤਾਂ 15/4 ਦੇ ਹਿਸਾਬ ਨਾਲ, B ਕੀ ਕਰੇ 5/4 ਦਾ 3/2। ਤਾਂ ਇਹ ਕੀ ਬਣ ਗਿਆ 15/8। ਇਹ 15/4 ਤੇ 15/8 ਨੂੰ ਐਡ ਕਰਾਂਗੇ, ਸਾਈਡ ਤੇ ਐਡ ਕਰਕੇ ਦੇਖ ਲਿਓ 15 ਦੇ ਥੱਲੇ 4 ਹੈ, ਉਧਰ 15 ਦੇ ਥੱਲੇ 8 ਹੈ, ਤਾਂ ਇੱਧਰ ਥੱਲੇ 8 ਬਣਾਉਣ ਲਈ ਉੱਪਰ 30 ਕਰ ਦਾਂਗੇ। ਤਾਂ 30/8 ਤੇ 15/8 ਹੋ ਗਿਆ 45/8। ਤਾਂ 20 ਦੇ ਥੱਲੇ 45/8 ਤਾਂ 45 ਥੱਲੇ 8 ਉੱਪਰ ਚਲ ਗਿਆ। ਬੱਚੇ 4 5 ਦੇ ਟੇਬਲ 'ਚ 4 9 32/9 ਤੁਹਾਡਾ ਆਨਸਰ ਆ ਗਿਆ ਇਸ ਕੁਐਸਚਨ ਦਾ। ਤਾਂ 32/9 ਡੇਜ਼ B ਆਪਸ਼ਨ। ਇਹ ਬੱਚੇ ਤੁਹਾਡਾ ਟਾਈਮ ਐਂਡ ਵਰਕ ਦਾ ਲੈਂਥੀ ਕੁਐਸਚਨ ਹੈ, ਪਰ ਜੇ ਥੋੜੀ ਜਿਹੀ ਪ੍ਰੈਕਟਿਸ ਰੱਖਾਂਗੇ ਕੱਢਣ ਪਾਉਣ ਨੂੰ ਇਹਦੇ ਵਿੱਚੋਂ ਕੁਛ ਨਹੀਂ ਨਿਕਲਣਾ। ਜੇ ਇਹਦੀ ਆਦਤ ਪਏਗੀ ਕਿ ਭਾਈ ਓਰੀਜਨਲ ਐਫੀਸ਼ੀਐਂਸੀ ਦੇ ਨਾਲ 4 ਲੱਗੇ, ਉਹਨੇ 10% ਆਪਣੇ 30% ਘਟਾਤੀ, ਇਹਨੇ 10% ਵਧਾਤੀ ਤਾਂ 5 ਲੱਗੇ, ਟੋਟਲ ਐਲਸੀਐਮ ਲੈ ਕੇ ਆਜੂ, ਐਫੀਸ਼ੀਐਂਸੀ ਨਿਕਲ ਆਊ। ਓਰੀਜਨਲ ਐਫੀਸ਼ੀਐਂਸੀ A ਤੇ B ਹੈ ਤਾਂ A + B 5, ਨਵੀਂ 30% ਵੱਧ ਗਈ, ਸੌਰੀ ਘਟ ਗਈ ਤਾਂ 7/10, 10% ਵੱਧ ਗਈ ਤਾਂ 11/10, ਉਹ 4 ਦੇ ਬਰਾਬਰ ਹੈ। ਇਕੁਅਲ ਪੁੱਟ ਕਰਕੇ A ਤੇ B ਦੀਆਂ ਵੈਲਿਊਜ਼ ਕੱਢ ਲੀਆਂ। A ਤੇ B ਦੀਆਂ ਜਦੋਂ ਵੈਲਿਊਜ਼ ਕੱਢ ਲੀਆਂ ਫਿਰ ਉਹਨੇ ਕੱਲਾ A ਜਾਂ ਕੱਲਾ B ਪੁੱਛਿਆ ਹੁੰਦਾ, ਜੇ ਕਿਤੇ ਕੱਲਾ A ਪੁੱਛਿਆ ਹੁੰਦਾ 20/15/4, 15 ਥੱਲੇ 4 ਉੱਪਰ, ਕੱਲਾ B ਪੁੱਛਿਆ ਹੁੰਦਾ ਤਾਂ 20/5/4, 5 ਥੱਲੇ 4 ਉੱਪਰ। ਪਰ ਉਹਨੇ ਕੀ ਪੁੱਛ ਲਿਆ? ਉਹ ਕਹਿੰਦਾ ਭਾਈ A ਆਪਣੀ ਓਰੀਜਨਲ ਤੇ B ਆਪਣੀ 1.5 ਗੁਣਾ ਐਫੀਸ਼ੀਐਂਸੀ ਨਾਲ ਕਰੇ ਤਾਂ ਫਿਰ ਕੰਮ ਕਿੰਨੇ ਦਿਨਾਂ 'ਚ ਨਿਬੜੇ? ਕੰਮ 20 ਹੀ ਨਿਬੇੜਨਾ। 20 ਟੌਫੀਆਂ ਖਾਣੀਆਂ ਨੇ। ਕਿੰਨੇ ਖਾਣੀਆਂ? A ਓਰੀਜਨਲ ਐਫੀਸ਼ੀਐਂਸੀ ਦੇ ਨਾਲ, ਤਾਂ A ਦੀ ਓਰੀਜਨਲ 15/4 ਹੀ ਲਿਖ ਲਈ। B ਆਪਣੀ 1.5 ਗੁਣਾ ਐਫੀਸ਼ੀਐਂਸੀ ਦੇ ਨਾਲ, ਤਾਂ B ਦੀ ਐਫੀਸ਼ੀਐਂਸੀ ਦਾ 1.5 ਗੁਣਾ ਕਰਤਾ, ਉਹ ਆ ਗਿਆ 45/8, ਜਿਹ 'ਚ 45 ਥੱਲੇ 8 ਉੱਪਰ 32/9 ਦਿਨ ਲੱਗਣਗੇ। ਬੱਚੇ ਤੁਹਾਡਾ ਕੁਐਸਚਨ ਹੈ। ਅਗਲਾ ਕੁਐਸਚਨ ਬਿਲਕੁਲ ਮਿਲਦਾ ਜੁਲਦਾ ਮੇਰੇ ਖਿਆਲ 'ਚ, ਬਿਲਕੁਲ ਜੀ ਸੇਮ ਕੁਐਸਚਨ।
A and B together can finish a piece of work in 10 days. A ਤੇ B ਰਲ ਕੇ ਕਿਸੇ ਕੰਮ ਨੂੰ 10 ਦਿਨਾਂ ਚ ਨਿਬੇੜਦੇ ਆ। If A works at 2/3 of his actual efficiency and B works at 5/3 of his actual efficiency, ਤਾਂ ਕੰਮ 9 ਦਿਨਾਂ ਚ ਨਿਬੜ ਜੂਗਾ। ਉਹ ਕਹਿੰਦੇ ਜੇ ਤਾਂ A ਤੇ B ਸੁੱਖੀ ਸਾਂ ਦੀ ਓਰੀਜਨਲ ਐਫੀਸ਼ੀਐਂਸੀ ਨਾਲ ਕਰ ਦੇਗੇ ਤਾਂ ਕੰਮ 10 ਦਿਨਾਂ ਚ ਨਿਬੜਦਾ, ਪਰ ਜੇ ਕਿਤੇ A ਆਪਣੀ ਐਫੀਸ਼ੀਐਂਸੀ ਦਾ 2/3 ਤੇ B ਆਪਣੀ ਦਾ 5/3 ਤੇ ਕੰਮ ਕਰੇ ਤਾਂ ਕੰਮ 9 ਦਿਨਾਂ ਚ ਨਿਬੜਦਾ। ਫਿਰ ਪੁੱਛਿਆ ਕੀ ਆ, if A works at 1/2 of his actual efficiency and B ਡਬਲ ਆਫ ਹਿਸ ਐਫੀਸ਼ੀਐਂਸੀ, ਤਾਂ ਕੰਮ ਕਿੰਨੇ ਦਿਨਾਂ ਚ ਨਿਬੜੂ ਬੱਚੇ? ਬਿਲਕੁਲ ਸਿਮਿਲਰ ਕੁਐਸਚਨ ਹੈ ਤੇ ਲੈਂਥੀ ਕੁਐਸਚਨ ਹੈ। ਕਰਨਾ ਕੀ ਹੈ, ਸ਼ੁਰੂ ਕਿੱਥੋਂ ਕਰਨਾ ਹੈ? A ਤੇ B ਕੰਮ ਕਰਦੇ ਆ 10 ਦਿਨਾਂ ਚ ਖਤਮ ਹੋ ਜਾਂਦਾ, ਪਰ ਜੇ A ਆਪਣੀ ਐਫੀਸ਼ੀਐਂਸੀ ਦਾ 2/3 ਕਰਦੇ A ਡੈਸ਼, B ਆਪਣੀ ਐਫੀਸ਼ੀਐਂਸੀ ਦਾ 5/3 ਕਰਦੇ B ਡੈਸ਼, ਤਾਂ ਕੰਮ 9 ਦਿਨਾਂ ਚ ਨਿਬੜ ਰਿਹਾ। ਤਾਂ ਬੱਚੇ ਕੰਮ ਕਿੰਨਾ? 10 ਤੇ 9 ਦਾ ਐਲਸੀਐਮ 90 ਟੌਫੀਆਂ ਨੇ, ਤਾਂ ਐਫੀਸ਼ੀਐਂਸੀ ਕਿੰਨੀ ਆ ਗਈ? 10 ਦਿਨਾਂ ਚ 90 ਤਾਂ 9 ਦਿਨਾਂ ਚ 90 ਤਾਂ 10। ਤਾਂ ਬੱਚੇ A ਦੀ ਐਫੀਸ਼ੀਐਂਸੀ A, B ਦੀ ਐਫੀਸ਼ੀਐਂਸੀ B ਮੰਨਾਂਗੇ ਤਾਂ ਇਹਦਾ ਮਤਲਬ A plus B ਤਾਂ ਆ ਗਿਆ 9, ਤੇ A ਨੇ 2/3 ਕਰਤਾ ਤਾਂ 2/3 A, B ਨੇ 5/3 ਕਰਤਾ ਤਾਂ 5/3 of B, ਉਹ 10 ਦੇ ਬਰਾਬਰ ਹੈ। ਤਾਂ ਬੱਚੇ ਇੱਥੋਂ A ਤੇ B ਕੱਢਣੇ ਪੈਣਗੇ, ਫਿਰ ਆਪਾਂ ਫਾਈਂਡ ਕਰਨਾ A ਜੇ ਹਾਫ ਕਰਦੇ, B ਜੇ ਡਬਲ ਕਰਦੇ ਤਾਂ 90 ਟੌਫੀਆਂ ਕਿੰਨੇ ਦਿਨਾਂ 'ਚ ਖਾਣਗੇ, ਉਹ ਆਪਾਂ ਕੱਢ ਲਾਂਗੇ। ਤਾਂ ਬੱਚੇ ਪਹਿਲਾਂ A ਤੇ B ਕੱਢਣ ਲਈ ਪਹਿਲਾਂ ਤਾਂ ਇਹਦਾ 3 ਗੁਣਾ ਵਾਲਾ ਫਾਹਾ ਜਾ ਵੱਡੋ, ਜਿਹੜਾ ਹੇਠਾਂ 3 ਆ ਉਹ ਨਿਬੜ ਜੂਗਾ। 3 ਗੁਣਾ ਕਰਕੇ ਇਹ 3 ਗਿਆ, ਇਹ 3 ਗਿਆ, 30 ਹੋ ਜੂਗਾ। 3 ਗੁਣਾ ਕਰਕੇ ਆ 2A ਰਹਿ ਜੂ, ਆ 5B ਰਹਿ ਜੂ। ਤਾਂ ਬੱਚੇ A ਦਾ 2 ਟਾਈਮਸ ਕਰਕੇ ਦੇਖ ਲਈਏ, ਫਿਰ ਇੱਥੇ 2A ਬਣ ਜੂ ਤਾਂ ਇੱਥੇ ਵੀ 2A ਬਣਾ ਦਿੰਨੇ ਆ। ਤਾਂ ਬੱਚੇ A ਕੀ ਬਣ ਗਿਆ? 2A plus 2B 18। ਹੇਠਾਂ ਕੀ ਬਣ ਗਿਆ? 2A plus 5B 30। ਤਾਂ ਬੱਚੇ ਮਾਈਨਸ ਕਰਾਂਗੇ, ਮਾਈਨਸ ਕਰਕੇ ਕੀ ਆ ਜਾਊਗਾ? A ਤੇ A ਤਾਂ ਕੱਟੇ ਗਏ, 5B ਚੋਂ 2B ਗਿਆ 3B, 12 ਦੇ ਬਰਾਬਰ। ਤਾਂ ਬੱਚੇ B ਦੀ ਵੈਲਿਊ ਕਿੰਨੀ ਆ ਗਈ ਤੁਹਾਡੀ? 4। ਜੇ B ਦੀ ਵੈਲਿਊ 4 ਆ ਗਈ ਤਾਂ A plus B 9 ਦਾ ਮਤਲਬ A ਦੀ ਵੈਲਿਊ ਆ ਗਈ 5। A ਦੀ ਵੈਲਿਊ ਆ ਗਈ 5। ਤਾਂ ਬੱਚੇ ਓਰੀਜਨਲ ਐਫੀਸ਼ੀਐਂਸੀਜ਼ ਨਿਕਲ ਆਈਆਂ। ਫਿਰ ਤੁਸੀਂ 90 ਟੌਫੀਆਂ ਖਵਾਉਣੀਆਂ ਕਿਹਨੂੰ ਨੇ? ਫਿਰ ਬੱਚੇ ਆਪਾਂ 90 ਟੌਫੀਆਂ ਖਵਾਉਣੀਆਂ ਨੇ। A ਆਪਣੀ ਐਫੀਸ਼ੀਐਂਸੀ ਨੂੰ ਅੱਧਾ ਕਰ ਦੇ ਤਾਂ 5 ਦਾ ਅੱਧ 2.5, 5 ਦਾ ਅੱਧ 2.5, ਤੇ B ਆਪਣੀ ਐਫੀਸ਼ੀਐਂਸੀ ਨੂੰ ਦੁੱਗਣਾ ਕਰ ਦੇ, 4 ਦਾ ਦੁੱਗਣਾ 8, 4 ਦਾ ਦੁੱਗਣਾ 8, ਤਾਂ 90 ਬਟਾ 10.5 ਹੋ ਗਿਆ। ਬੱਚੇ 90 ਡਿਵਾਈਡ ਬਾਈ 10.5, ਉੱਪਰ ਥੱਲੇ ਦੁੱਗਣਾ ਕਰ ਦੋ ਜੀ, ਉੱਪਰ ਥੱਲੇ ਦੁੱਗਣਾ ਕਰ ਦੋ ਤਾਂ 180 ਬਟੇ 21 ਹੋ ਗਿਆ। 180 ਬਟੇ 21 ਕੀ ਹੈ? 3 ਦੇ ਟੇਬਲ 'ਚ ਕੱਟਾਂਗੇ, 60 ਡਿਵਾਈਡ ਬਾਈ 7 ਤੁਹਾਡਾ ਆਨਸਰ ਆ ਜਾਊਗਾ। ਤਾਂ ਬੱਚੇ ਕਿੰਨੇ ਦਿਨ ਲੱਗੇ? 60 ਡਿਵਾਈਡ ਬਾਈ 7 ਤੁਹਾਡਾ C ਆਪਸ਼ਨ ਆਨਸਰ ਆ ਗਿਆ। ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਇਹ ਵੀ ਨਾ ਦੱਸੋ ਕਿ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ, ਇਹ ਦੱਸੋ ਯਾਰ ਕੁਐਸਚਨ ਦੇਖਣ ਨੂੰ ਵਧੀਆ ਲੱਗ ਰਹੇ ਨੇ ਕਿ 4 ਚੀਜ਼ਾਂ ਨਵੀਆਂ ਸਿੱਖ ਰਹੇ ਆ। ਮਤਲਬ ਮੈਂ ਪਹਿਲੇ ਦਿਨ ਜਿੱਦਣ ਇੰਟਰੋਡਕਟਰੀ ਵੀਡੀਓ ਬਣਾਈ ਸੀ ਕਿ ਭਾਈ ਆਪਾਂ ਸੋਮਵਾਰ ਤੋਂ ਇਹ ਸੈਸ਼ਨ ਸ਼ੁਰੂ ਕਰਾਂਗੇ ਦੁਪਹਿਰੇ 12 ਵਜੇ, ਮੈਂ ਉਦਣ ਕਿਹਾ ਸੀ ਕਿ ਭਾਈ ਹਰ ਇੱਕ ਟੀਚਰ ਆਊਗਾ, ਆਪੋ ਆਪਣੇ ਸਬਜੈਕਟ ਦੀ ਗੱਲ ਦੱਸ ਦੂਗਾ। ਮੈਂ ਮੈਥ ਦੀ ਅੱਜ ਦੱਸ ਦੇਣਾ ਖੜ ਕੇ ਗੱਲ ਕਿ ਭਾਈ ਮੈਂ ਮੈਥ ਦੇ ਵਿੱਚ ਉਹ ਸਵਾਲ ਕਰਾਊਂਗਾ ਜਿਹੜੇ ਮੈਜੋਰਿਟੀ ਆਫ ਦਾ ਸਟੂਡੈਂਟਸ ਨੇ ਦੇਖੇ ਵੀ ਨਹੀਂ ਹੋਣੇ ਜ਼ਿੰਦਗੀ 'ਚ। ਤਾਂ ਮੈਂ ਲਿਟਰਲੀ ਸਟੂਡੈਂਟਸ ਨੂੰ ਜਾਣਦਾ ਨਹੀਂ ਕਿ ਮੈਂ ਆਪਣੇ ਪੇਡ ਬੈਚ ਵਾਲੇ ਉਹ 150-200 ਬੱਚੇ ਨੂੰ ਤਾਂ ਜਾਣਦਾ ਕਿ ਮੇਰੇ ਕੋਲੋਂ ਪੜ੍ਹੇ ਨੇ, ਉਹਨਾਂ ਦੇ ਵਿੱਚ ਵੀ ਨਹੀਂ ਸਾਰਿਆਂ ਨੂੰ ਜਾਣਦਾ। ਜਿਹੜੇ ਲਾਈਵ ਕਲਾਸ 'ਚ ਆਉਂਦੇ ਸੀ ਉਹਨਾਂ ਨੂੰ ਜਾਣਦਾ ਕਿ ਭਾਈ ਇਹਨਾਂ ਨੂੰ ਮੈਂ ਆਹ ਕੁਛ ਪੜ੍ਹਾਇਆ ਹੋਇਆ, ਇਸ ਲੈਵਲ ਤੱਕ ਦਾ ਪੜ੍ਹਾਇਆ ਹੋਇਆ। ਬਾਕੀ ਮੈਨੂੰ ਨਹੀਂ ਪਤਾ ਕਿ ਸਕਸੈਸ ਟਰੀ ਦੇ ਸਟੂਡੈਂਟਸ ਨੇ ਚਾਹੇ ਕਿਸੇ ਹੋਰ ਵੀ ਇੰਸਟੀਚਿਊਟ ਦੇ ਆਨਲਾਈਨ ਆਫਲਾਈਨ ਸਟੂਡੈਂਟਸ ਨੇ, ਉਹਨਾਂ ਨੇ ਕਿੱਥੇ ਤੱਕ ਪੜ੍ਹਿਆ ਹੋਇਆ। ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਯਾਰ ਆਹ ਨਹੀਂ ਪੜ੍ਹਿਆ ਹੋਣਾ। ਤਾਂ ਪੰਜਾਬ ਦੇ ਪੇਪਰ ਦੇ ਵਿੱਚ ਮੈਂ ਸਿਲੈਕਸ਼ਨ ਗਾਈਡ ਦੀ ਸੀਰੀਜ਼ ਇੰਟਰੋਡਿਊਸ ਕਰਨ ਵੇਲੇ ਇਹ ਚੀਜ਼ ਧਿਆਨ 'ਚ ਰੱਖੀ ਸੀ ਕਿ ਕੱਲ ਨੂੰ ਕਿਸੇ ਪੇਪਰ ਦੇ ਵਿੱਚ, ਖਾਸ ਕਰਕੇ ਨੈਬ ਤੋਂ ਬਾਅਦ ਕਿਸੇ ਪੇਪਰ 'ਚ ਮੈਥ ਔਖਾ ਹੁੰਦਾ, ਅਸੀਂ ਕੁਛ ਪੜ੍ਹਿਆ ਹੋਵੇ ਕਿ ਅਸੀਂ ਔਖੇ ਸਵਾਲ ਕਰ ਸਕੀਏ। ਤਾਂ ਉਸੇ ਚੀਜ਼ ਨੂੰ ਧਿਆਨ 'ਚ ਰੱਖ ਕੇ ਪੂਰੀ ਦੀ ਪੂਰੀ ਲਗਾਤਾਰ ਸੀਰੀਜ਼ ਚੱਲ ਰਹੀ ਹੈ ਬੱਚੇ। ਇਹਦੇ ਵਿੱਚ ਟਾਈਮ ਐਂਡ ਵਰਕ ਦਾ ਅਗਲਾ ਕੁਐਸਚਨ ਹੈ, ਕਹਿੰਦੇ ਆ ਬੱਚੇ ਬਹੁਤ ਇੰਟਰਸਟਿੰਗ ਕੁਐਸਚਨ ਹੈ, ਇੰਨਾ ਔਖਾ ਕੁਐਸਚਨ ਨਹੀਂ ਹੈਗਾ, ਥੋੜਾ ਜਿਹਾ ਸੌਖਾ ਹੱਲ ਹੋ ਜਾਊਗਾ। ਬਾਈ ਬਣ ਕੇ ਮੈਂ ਲਿਟਰਲੀ ਕਹਿ ਰਿਹਾ, ਇਹ ਕੁਐਸਚਨ ਹੱਲ ਤਾਂ ਸੌਖਾ ਹੋ ਜਾਊਗਾ ਪਰ ਥੋੜਾ ਜਿਹਾ ਠਰਮੇ ਨਾਲ ਸਮਝਿਓ ਕਿ ਮੈਂ ਕਹਿ ਕੀ ਰਿਹਾ। ਮੈਂ ਜਦੋਂ ਕੋਈ ਚੀਜ਼ ਐਰੋ ਜਾ ਪਾ ਕੇ ਲਿਖੂੰਗਾ ਸਮਝ ਆਉਣਾ ਚਾਹੀਦਾ ਕਿ ਭਾਈ ਇਹ ਐਰੋ ਜਾ ਪਾ ਕੇ ਆ ਕਿਵੇਂ ਕੱਢ ਲਿਆ, ਇੰਨਾ ਕੁ ਸਮਝ ਲਿਓ। ਕੱਢਣ ਪਾਉਣ ਨੂੰ ਇਸ ਕੁਐਸਚਨ 'ਚ ਕੁਛ ਲੰਬਾ ਨਹੀਂ ਹੈਗਾ, 15-20 ਸਕਿੰਟਾਂ 'ਚ 30 ਸਕਿੰਟਾਂ ਤੋਂ ਪਹਿਲਾਂ ਆਨਸਰ ਆਉਣ ਵਾਲਾ ਕੁਐਸਚਨ ਹੈ। if A does 25% of the work and B completes the rest of the work, rest 75% ਆ, then the work is completed in 20 days। ਐਗਜ਼ਾਮੀਨਰ ਕਹਿੰਦਾ ਜੇ A ਕਿਸੇ ਕੰਮ 'ਚੋਂ 25% ਕਰੇ ਤੇ ਬਾਕੀ ਸਾਰੇ ਦਾ ਸਾਰਾ ਜਿਹੜਾ ਬਚ ਗਿਆ ਕੰਮ ਉਹ B ਕਰੇ ਤਾਂ ਕੰਮ
20 ਦਿਨਾਂ 'ਚ ਨਿਬੜ ਰਿਹਾ। ਹਾਲਾਂਕਿ ਜੇ ਕਿਤੇ A 25 ਦੀ ਜਗ੍ਹਾ 75% ਕੰਮ ਕਰੇ ਤੇ ਬਾਕੀ ਦਾ B ਕਰੇ ਤਾਂ ਕੰਮ 30 ਦਿਨਾਂ 'ਚ ਨਿਬੜ ਰਿਹਾ। ਸੋ ਆਪਣਾ ਕੁਐਸਚਨ ਹੈ, ਹਾਊ ਲੌਂਗ ਵਿਲ ਇਟ ਟੇਕ ਟੂ ਕੰਪਲੀਟ ਦਾ ਵਰਕ ਟੂਗੇਦਰ। ਇਕੱਠੇ A + B ਉਸੇ ਕੰਮ ਨੂੰ ਕਿੰਨੇ ਦਿਨ 'ਚ ਕਰਨਗੇ ਬੱਚੇ, ਇਹ ਕੁਐਸਚਨ ਹੈ। ਤਾਂ ਧਿਆਨ ਨਾਲ ਦੇਖੋ, ਇੱਧਰ A ਇੱਧਰ B। ਪਹਿਲਾ ਕੇਸ ਕੀ ਹੈ ਕਿ ਜੇ ਕਿਤੇ A 25% ਕੰਮ ਕਰੇ ਤੇ ਬਾਕੀ ਸਾਰਾ B ਕਰੇ, ਯਾਨੀ ਕਿ 75%, ਕਿਉਂਕਿ ਬੱਚੇ ਕੰਮ ਤਾਂ ਪੂਰੇ ਦਾ ਪੂਰਾ 100% ਹੈ। ਜਿੰਨੀਆਂ ਮਰਜ਼ੀ ਟੋਫੀਆਂ ਹੋਣ ਪਰਸੈਂਟੇਜ ਦੇ ਵਿੱਚ ਤਾਂ 100% ਲਵਾਂਗੇ। A 25% ਤੇ B 75% ਕੰਮ ਕਰੇ ਤਾਂ ਕੰਮ 20 ਦਿਨਾਂ ਦੇ ਵਿੱਚ ਨਿਬੜ ਰਿਹਾ। ਹਾਲਾਂਕਿ A 75% ਤੇ ਬਾਕੀ B ਯਾਨੀ ਕਿ 25% B ਕਰੇ ਤਾਂ ਕੰਮ 30 ਦਿਨਾਂ ਦੇ ਵਿੱਚ ਨਿਬੜ ਰਿਹਾ। ਬੱਚੇ ਇਹ ਤਾਂ ਕੁਐਸਚਨ ਦੇ ਵਿੱਚ ਡਾਟਾ ਗਿਵਨ ਆ, ਉਹ ਮੈਂ ਉਤਾਰ ਲਿਆ। ਆਪਾਂ A ਇਕੱਲਾ ਕੱਢ ਲਾਂਗੇ, ਆਪਾਂ B ਇਕੱਲਾ ਕੱਢ ਲਾਂਗੇ, ਫਿਰ ਆਪਾਂ ਟੁਗੇਦਰ ਦੇਖ ਲਾਂਗੇ। ਟੁਗੇਦਰ ਆਪਾਂ ਨੂੰ A ਤੇ B ਦਾ ਇਕੱਠਿਆਂ ਦਾ ਦੇਖਣਾ ਆਉਂਦਾ। ਤਾਂ ਇਸ ਕੁਐਸਚਨ 'ਚ ਮੈਂ ਉਮੀਦ ਕਰਦਾ ਕਿ ਕੁਝ ਸਟੂਡੈਂਟਸ ਕੋਲ ਮੇਰੇ ਤੋਂ ਵੀ ਸੌਖਾ ਤਰੀਕਾ ਹੋਊਗਾ। ਦੇਖੋ ਜੀ ਬੱਚੇ, ਇਹਨਾਂ ਨੂੰ ਜੋੜ ਲਓ। A ਨੇ 25% ਕੀਤਾ, B ਨੇ 75% ਕੀਤਾ ਤਾਂ 20 ਦਿਨ ਲੱਗੇ। A ਨੇ 75% ਤੇ B ਨੇ 25% ਕੀਤਾ ਤਾਂ 30 ਦਿਨ ਲੱਗੇ। ਤਾਂ ਬੱਚੇ ਇਹਦਾ ਮਤਲਬ A ਨੂੰ ਵੀ ਜੋੜ ਲਈਏ, B ਨੂੰ ਵੀ ਜੋੜ ਲਈਏ ਤਾਂ 100% ਬਣ ਗਿਆ। 100% ਮਤਲਬ A ਇਕੱਲਾ ਕੰਮ ਕਰੇ, ਇਹ ਨਹੀਂ ਪਤਾ ਕਿੰਨੇ ਦਿਨ ਲੱਗ ਰਹੇ ਨੇ। ਇੱਥੇ ਕੀ ਹੋ ਗਿਆ, A ਇਕੱਲਾ ਕੰਮ ਕਰੇ ਤਾਂ ਪੂਰਾ ਕੰਮ ਹੋ ਗਿਆ, ਇੱਧਰ ਹੋ ਗਿਆ। B ਇਕੱਲਾ ਕੰਮ ਕਰੇ ਤਾਂ ਇੱਧਰ ਵੀ ਪੂਰਾ ਹੋ ਗਿਆ। ਤਾਂ ਇਹ ਕੀ ਬਣ ਗਿਆ, 50 ਦਿਨ। ਇਹ ਬੱਚੇ ਮੈਂ ਮਿਟਾਉਣ ਲੱਗਿਆਗਾ, ਜੋ ਚਿੱਟੇ ਮਾਰਕਰ ਨਾਲ ਲਿਖਿਆ ਮੈਂ ਸਿਰਫ ਦੱਸਣ ਲੱਗਿਆ ਕਿ ਜੇ ਅਸੀਂ ਦਿਮਾਗ 'ਚ ਐਡ ਕਰੀਏ ਤਾਂ ਪੂਰਾ ਕੰਮ A ਦਾ ਆ ਗਿਆ, ਪੂਰਾ ਕੰਮ B ਦਾ ਆ ਗਿਆ, ਉਹ 50 ਦਿਨ ਬਣ ਗਏ। ਯਾਨੀ ਕਿ A ਪੂਰਾ ਕੰਮ ਜਿੰਨੇ ਵੀ ਦਿਨਾਂ 'ਚ ਕਰਦਾ ਹੋਊਗਾ, ਸਾਨੂੰ ਟਾਈਮ ਨਹੀਂ ਪਤਾ A ਦਾ। B ਪੂਰਾ ਕੰਮ ਜਿੰਨੇ ਵੀ ਦਿਨਾਂ 'ਚ ਕਰਦਾ ਹੋਊਗਾ, ਸਾਨੂੰ B ਦਾ ਵੀ ਟਾਈਮ ਨਹੀਂ ਪਤਾ। ਉਹ ਦੋਨਾਂ ਦਾ ਸਮਾਂ ਇੰਡੀਵਿਜੂਅਲੀ ਜੋੜ ਕੇ 50 ਦਿਨ ਹੈ। 50 ਦਿਨਾਂ 'ਚ ਇਕੱਠੇ ਨਹੀਂ ਕੰਮ ਕਰਦੇ। 50 ਦਿਨਾਂ 'ਚ ਕਿ A ਇਕੱਲਾ ਜਿੰਨੇ ਵੀ ਦਿਨਾਂ 'ਚ ਕਰਦਾ ਹੋਊ, ਕੋਈ ਨੰਬਰ ਹੋਊਗਾ ਨਾ, B ਇਕੱਲਾ ਜਿੰਨੇ ਦਿਨਾਂ 'ਚ ਕਰਦਾ ਹੋਊ ਉਹ ਵੀ ਕੋਈ ਨੰਬਰ ਹੋਊ, ਉਹ ਜੋੜ ਕੇ 50 ਦਿਨ ਹੈ। ਇਹ ਬਸ ਸਾਡੇ ਦਿਮਾਗ 'ਚ ਆਉਣਾ ਚਾਹੀਦਾ ਹੈਗਾ, ਸੌਖਾ ਹੋ ਜਾਊਗਾ। ਕੋਈ ਚੀਜ਼ ਕੈਲਕੂਲੇਟ ਕਰਨੀ ਜ਼ਿਆਦਾ ਸੌਖੀ ਹੋ ਜਾਊਗੀ। ਸੋ ਇਸ ਕਰਕੇ ਇਹ ਮੈਂ ਮਿਟਾਉਣਾ ਹੀ ਸੀਗਾ। ਤੁਸੀਂ ਸੋਲਿਊਸ਼ਨ 'ਚ ਕੀ ਕਰਨਾ ਹੈ, A ਨੇ 25% ਕੰਮ ਕੀਤਾ, ਜਦੋਂ B ਨੇ 75 ਕੀਤਾ ਤਾਂ 20 ਦਿਨ ਲੱਗੇ। ਬੱਚੇ ਦੂਜੇ ਕੇਸ 'ਚ ਕੀ ਆ, ਆਹ ਪਹਿਲਾ ਕੇਸ ਆ ਦੂਜਾ ਕੇਸ ਆ। ਦੂਜੇ ਕੇਸ 'ਚ ਕੀ ਆ ਕਿ A ਨੇ ਤਾਂ 25% ਕੀਤਾ ਸੀ, B ਨੇ 75% ਕੀਤਾ ਸੀ, ਜਦੋਂ 20 ਦਿਨ ਲੱਗੇ। ਤਾਂ ਦੂਜੇ ਕੇਸ 'ਚ ਕੀ ਆ, B ਨੇ ਆਪਦਾ 50% ਇੱਧਰ ਫੜਾਤਾ। ਆਪਦਾ 50% ਨਹੀਂ, ਪੂਰੇ ਕੰਮ ਦਾ 50% ਇੱਧਰ ਫੜਾਤਾ। B ਨੇ ਪੂਰੇ ਕੰਮ ਦਾ 50% ਇੱਧਰ ਫੜਾਤਾ ਤਾਂ 75 ਇਹਦਾ ਹੋ ਗਿਆ, 25 ਉਹਦਾ ਰਹਿ ਗਿਆ, ਤਾਂ 10 ਦਿਨ ਜ਼ਿਆਦਾ ਲੱਗ ਗਏ। B ਪੂਰੇ ਕੰਮ 'ਚੋਂ 50% A ਨੂੰ ਫੜਾ ਦੇ ਤਾਂ 10 ਦਿਨ ਵੱਧ ਗਏ। ਬੱਚੇ ਆਪਾਂ ਤਾਂ B ਦਾ ਛੱਡਣਾ ਹੀ ਕੱਖ ਨਹੀਂ ਹੈਗਾ, ਕਿਉਂਕਿ ਜਦੋਂ ਆਪਾਂ A ਦਾ ਕੈਲਕੂਲੇਟ ਕਰਨਾ ਕਿ A ਨੂੰ ਕਿੰਨਾ ਸਮਾਂ ਲੱਗਿਆ, B ਦਾ ਮਗਰੋਂ ਕਰਾਂਗੇ। ਜਦੋਂ ਆਪਾਂ A ਦਾ ਕੈਲਕੂਲੇਟ ਕਰਨਾ ਤਾਂ ਪੂਰੇ ਦਾ ਪੂਰਾ ਕੰਮ A ਤੋਂ ਕਰਾਉਣਾ, 100% ਕੰਮ A ਤੋਂ ਕਰਾਉਣਾ, B ਲਈ ਤਾਂ ਕੁਝ ਨਹੀਂ ਛੱਡਣਾ। ਤਾਂ ਬੱਚੇ ਜਿਵੇਂ ਆਪਾਂ 50% ਲਿਆ ਤਾਂ 10 ਵੱਧ ਗਏ। ਜੇ ਆਪਾਂ ਜਿਹੜਾ ਬਾਕੀ 25% ਰਹਿ ਗਿਆ ਉਹ ਵੀ ਲੈਣਾ ਹੋਵੇ ਤਾਂ 50% ਵੇਲੇ 10 ਦਿਨ ਵਧੇ ਆ, ਤਾਂ 25 ਵੇਲੇ ਅੱਧ ਕਰ ਦਾਂਗੇ, 10 ਦਾ ਅੱਧ 5 ਦਿਨ ਹੋਰ ਵੱਧ ਜਾਣਗੇ, ਤਾਂ 30 ਤੇ 5 35 ਦਿਨ ਹੋ ਗਏ। ਤਾਂ ਬੱਚੇ A ਦਾ ਸਮਾਂ ਕਿੰਨਾ ਆ ਗਿਆ, 30 ਤੇ 5 35 ਦਿਨ। ਮੈਂ ਇਹ ਕਿਹਾ ਸੀ ਕਿ ਸੋਲਿਊਸ਼ਨ 'ਚ ਕੱਢਣ ਪਾਉਣ ਨੂੰ ਕੁਝ ਨਹੀਂ, ਪਰ ਜਿਹੜੀ ਗੱਲ ਮੈਂ ਲਿਖ ਰਿਹਾ ਐਰੋ ਜਿਹਾ ਪਾ ਕੇ, ਉਹ ਧਿਆਨ ਨਾਲ ਸਮਝ ਲਿਓ। A ਨੇ 25% ਕੰਮ ਕੀਤਾ, B ਨੇ 75 ਕੀਤਾ ਤਾਂ 20 ਦਿਨ ਲੱਗੇ। ਤਾਂ ਬੱਚੇ ਜਦੋਂ ਆਪਾਂ B ਤੋਂ 50% ਕੰਮ ਲੈ ਕੇ A ਵਾਲੇ ਪਾਸੇ ਕਰਤਾ, ਦੂਜਾ ਕੇਸ ਇਹੀ ਹੈ ਨਾ, 50% ਲੈ ਕੇ A ਵਾਲੇ ਪਾਸੇ ਕਰਤਾ, A 75 ਹੋ ਗਿਆ, B 25 ਰਹਿ ਗਿਆ, ਤਾਂ 10 ਦਿਨ ਵੱਧ ਗਏ। ਤਾਂ 50% ਲਿਆ ਤਾਂ 10 ਦਿਨ ਵੱਧ ਗਏ। ਆਪਾਂ ਤਾਂ 25% ਵੀ ਲੈਣਾ ਨਾ, ਕਿਉਂਕਿ ਸਾਰੇ ਦਾ ਸਾਰਾ A ਦਾ ਚੈੱਕ ਕਰਨਾ। ਤਾਂ 25% ਲੈਣ ਵੇਲੇ 50 ਵੇਲੇ 10 ਦਿਨ ਵਧੇ ਤਾਂ 25 ਲੈਣ ਵੇਲੇ ਹੋਰ ਕੀ ਵੱਧ ਜੂਗਾ, 50 ਦਾ ਅੱਧ ਹੈ 25, ਤਾਂ 10 ਦਾ ਅੱਧ 5 ਜੁੜ ਜਾਣਗੇ। ਤਾਂ A ਦੇ ਇਕੱਲੇ ਦੇ ਆ ਗਏ ਬੱਚੇ ਤੁਹਾਡੇ 35 ਡੇਜ਼। ਤਾਂ B ਦੇ ਕਿੰਨੇ ਆ ਜਾਣਗੇ। ਇਸ ਤਰ੍ਹਾਂ ਬੱਚੇ ਤੁਹਾਨੂੰ ਉਲਟਾ ਕਰਨ ਦੀ ਲੋੜ ਨਹੀਂ ਹੈਗੀ, ਉਲਟਾ ਮੈਂ ਸਮਝਾ ਦਿੰਨਾ, ਕਰਨ ਦੀ ਲੋੜ ਨਹੀਂ। ਜਦੋਂ ਤੁਸੀਂ ਕੁੱਲ 50 ਦਿਨ ਕੱਢ ਲਏ ਸੀ, 35 ਇੱਧਰ ਨੇ ਤਾਂ ਬੱਚੇ 15 ਦਿਨ ਇੱਧਰ ਨੇ, 50 ਚੋਂ 35 ਮਾਈਨਸ ਕਰ ਦਿਓ। ਮੈਂ ਇਸ ਕਰਕੇ ਕਿਹਾ ਸੀ ਕਿ ਇਹ ਦਿਮਾਗ 'ਚ ਹੋਣਾ ਚਾਹੀਦਾ। ਤਾਂ ਬਹੁਤ ਈਜ਼ੀਲੀ ਆਜੂ, ਦੋਨਾਂ ਦਾ 100% ਕੰਮ 50 ਬਣਦਾ ਸੀ, ਜਿਸ ਚੋਂ 35 ਦਿਨ A ਦੇ ਤਾਂ ਮਾਈਨਸ ਕਰਕੇ 15 ਦਿਨ B ਦੇ। ਆਪਾਂ ਕੱਢਣਾ ਟੁਗੇਦਰ ਦਾ ਸਮਾਂ। ਤਾਂ ਬੱਚੇ ਟੁਗੇਦਰ ਦਾ ਸਮਾਂ ਬੜੇ ਆਰਾਮ ਨਾਲ, A ਕਿਸੇ ਕੰਮ ਨੂੰ 35 ਦਿਨਾਂ 'ਚ ਕਰਦਾ, B ਉਸੇ ਕੰਮ ਨੂੰ 15 ਦਿਨਾਂ 'ਚ ਕਰਦਾ। ਤਾਂ ਕੰਮ ਕਿੰਨਾ, 35 ਤੇ 15 ਦਾ LCM 105, 35 ਦੇ ਹਿਸਾਬ ਨਾਲ 3 ਟੋਫੀਆਂ, 15 ਦੇ ਹਿਸਾਬ ਨਾਲ 7 ਟੋਫੀਆਂ, ਤਾਂ ਇਕੱਠੇ 10 ਟੋਫੀਆਂ ਖਾਣਗੇ। 105 ਟੋਫੀਆਂ ਖਾਣੀਆਂ ਨੇ ਡੇਲੀ 10 ਦੇ ਹਿਸਾਬ ਨਾਲ, ਤਾਂ
10.5 ਦਿਨ ਆਨਸਰ ਆ ਜਾਊਗਾ ਬੱਚੇ। ਸੀ ਆਪਸ਼ਨ ਤੁਹਾਡਾ ਆਨਸਰ ਆ ਗਿਆ ਇਸ ਕੁਐਸਚਨ ਦਾ। ਇਹ ਕੁਐਸਚਨ ਇੰਨਾ ਕੁ ਆਸਾਨ ਹੈ, ਜੇ ਆ ਸਮਝ ਆ ਜੇ ਤਾਂ ਇਹੋ ਜਿਹਾ ਇੱਕ ਕਨਸੈਪਟ ਆਪਾਂ ਟਾਈਮ ਸਪੀਡ ਡਿਸਟੈਂਸ ਦੇ ਵਿੱਚ ਵੀ ਕੁਐਸਚਨਸ ਕਰਦੇ ਹੁੰਦੇ ਆ। ਐਸਐਸਸੀ ਨੇ ਕਾਫੀ ਵਾਰ, ਮੈਂ ਜਿੱਦਣ ਟਾਈਮ ਸਪੀਡ ਡਿਸਟੈਂਸ ਦੀ ਕਲਾਸ ਲਾਵਾਂਗੇ ਬਿਲਕੁਲ ਸਿਮਿਲਰ ਕੁਐਸਚਨ ਬੱਚੇ, ਕਿ ਕਿਸੇ ਬੰਦੇ ਨੇ ਇੰਨੇ % ਡਿਸਟੈਂਸ ਕਾਰ ਤੇ ਟਰੈਵਲ ਕੀਤਾ, ਇੰਨੇ % ਡਿਸਟੈਂਸ ਟ੍ਰੇਨ ਤੇ ਟਰੈਵਲ ਕੀਤਾ ਤਾਂ ਇੰਨੇ ਘੰਟੇ ਲੱਗੇ। ਫਿਰ ਕਹਿੰਦੇ ਜੇ ਇਹਦੀ ਜਗ੍ਹਾ ਇੰਨੇ % ਕਾਰ ਤੇ ਕਰੇ, ਇੰਨੇ % ਟ੍ਰੇਨ ਤੇ ਕਰੇ ਤਾਂ ਇੰਨੇ ਘੰਟੇ ਲੱਗਣਗੇ। ਕੱਲੇ ਕਾਰ ਤੇ ਦੱਸੋ ਕਿੰਨਾ ਸਮਾਂ ਲੱਗੂ, ਕੱਲੀ ਟ੍ਰੇਨ ਤੇ ਦੱਸੋ ਕਿੰਨਾ ਸਮਾਂ ਲੱਗੂ। ਇਹ ਕੁਐਸਚਨ ਬੱਚੇ ਬਿਲਕੁਲ ਸੇਮ ਫਾਰਮੈਟ ਦਾ ਟਾਈਮ ਸਪੀਡ ਡਿਸਟੈਂਸ ਦੇ ਵਿੱਚ ਮੈਂ ਕਰਵਾਉਂਗਾ ਅੱਜ ਟਾਈਮ ਐਂਡ ਵਰਕ ਦੇ ਵਿੱਚ। ਦੇਖਦੇ ਤਾਂ ਬੱਚੇ ਇਹ ਕੁਐਸਚਨ A ਤੇ B ਇੰਡੀਵਿਜੂਅਲੀ ਆ ਕੇ ਇਕੱਠਿਆਂ ਦਾ 10.5 ਦਿਨ ਆ ਗਿਆ। ਅਗਲਾ ਕੁਐਸਚਨ ਬੱਚੇ, ਅਗਲਾ ਕੁਐਸਚਨ ਹੈ A ਐਂਡ B ਟੁਗੇਦਰ ਕੈਨ ਡੂ ਅ ਪੀਸ ਆਫ ਵਰਕ ਇਨ 12 ਡੇਜ਼। A ਤੇ B ਇਕੱਠੇ ਕਿਸੇ ਕੰਮ ਨੂੰ 12 ਦਿਨਾਂ 'ਚ ਕਰਦੇ ਆ। B ਓਕੇ, ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਭਾਈ ਅੱਜ ਜਿਹੜੇ ਆਪਾਂ 25-26 ਕੁਐਸਚਨ ਕਰਨੇ ਆ ਉਹ 'ਚੋਂ ਸਿਰਫ 2 ਕੁਐਸਚਨ ਨੇ ਜਿਹੜੇ ਮੈਂ ਆਪਣੀ ਸ਼ੀਟ 'ਚੋਂ ਲੈ ਕੇ ਆਇਆ, ਜਿਹੜੇ ਮਤਲਬ ਮੈਂ ਆਪਣੇ ਪੇਡ ਬੈਚ ਦੇ ਬੱਚਿਆਂ ਨੂੰ ਵੀ ਕਰਾਏ ਸੀ। ਬਿਲਕੁਲ ਉਹਨਾਂ ਵਾਲੇ ਕੁਐਸਚਨ ਮੈਂ ਲੈ ਕੇ ਆਇਆ ਤਾਂ ਕਿ ਪੇਡ ਬੈਚ, ਮੈਂ ਇਸ ਕੁਐਸਚਨ ਇਸ ਸੈਸ਼ਨ ਦੇ ਵਿੱਚ ਜਿੱਦਣ ਰੇਸ਼ੀਓ ਦੀ ਕਲਾਸ ਲਾਈ ਸੀ, ਪਤਾ ਨਹੀਂ ਪਾਰਟਨਰਸ਼ਿਪ ਦੀ ਕਲਾਸ ਲਾਈ ਸੀ ਜਿੱਦਣ, ਤਾਂ ਪਾਰਟਨਰਸ਼ਿਪ ਦੀ ਕਲਾਸ ਵਾਲੇ ਦਿਨ ਇੱਕ ਸਟੂਡੈਂਟ ਹੈ ਕਿ ਪੇਡ ਬੈਚ ਦੀ ਗੌਰੀ ਦਾ ਕਮੈਂਟ ਆ ਗਿਆ ਸੀਗਾ ਕਿ ਸਰ ਇਹ ਕੁਐਸਚਨ, ਇਹ 'ਚੋਂ ਕੁਛ ਕੁਐਸਚਨ ਪੇਡ ਬੈਚ 'ਚ ਕੀਤੇ ਹੋਏ ਨੇ। ਤਾਂ ਉਦੋਂ ਉਹਦੇ ਕਮੈਂਟ ਤੋਂ ਬਾਅਦ ਮੈਂ ਧਿਆਨ ਰੱਖਿਆ ਸੀਗਾ ਕਿ ਭਾਈ ਸਿੰਪਲ ਇੰਟਰਸਟ ਕਰਨਾ ਹੈ, ਕੰਪਾਊਂਡ ਕਰਨਾ, ਟਾਈਮ ਐਂਡ ਵਰਕ ਕਰਨਾ, ਅੱਗੇ ਕਾਫੀ ਕੁਝ ਕਰਨਾ ਹੈ, ਤਾਂ ਪੇਡ ਬੈਚ ਵਾਲੇ ਬੱਚਿਆਂ ਨੂੰ ਇਹਦੇ ਵਿੱਚ ਫਾਇਦਾ ਹੋਵੇ। ਉਹਦੇ ਲਈ ਮੈਂ ਸੋਚਿਆ ਸੀਗਾ ਕਿ ਕੋਈ ਕੁਐਸਚਨ ਉਧਰੋਂ ਨਹੀਂ ਚੱਕੂਗਾ, ਕਿ ਜਿਹੜਾ ਆਲਰੇਡੀ ਪੇਡ ਬੈਚ ਵਾਲਿਆਂ ਨੂੰ ਕਰਾਇਆ ਉਹ ਕਰਾਵਾਂ। ਤਾਂ ਆਹ 25-26 ਕੁਐਸਚਨਾਂ ਦੇ ਵਿੱਚੋਂ 2 ਕੁਐਸਚਨ ਲੈ ਕੇ ਆਏ ਸੀ, ਕਿ ਕੁਐਸਚਨ ਇਹਦੇ ਨਾਲ ਦੇ ਬਿਲਕੁਲ ਸਿਮਿਲਰ ਅਗਲਾ ਕੁਐਸਚਨ। ਤਾਂ ਇਹ 2 ਕੁਐਸਚਨ ਮੈਂ ਪੇਡ ਬੈਚ ਵਾਲੇ ਲੈ ਕੇ ਆਇਆ, ਬਾਕੀ ਸਾਰੇ ਦੇ ਸਾਰੇ ਕੁਐਸਚਨ ਨਵੇਂ ਲੈ ਕੇ ਆਇਆ ਜੋ ਮੈਂ ਪੇਡ ਵਾਲਿਆਂ ਨੂੰ ਵੀ ਨਹੀਂ ਕਰਾਏ। ਕੁਐਸਚਨ ਕੀ ਹੈ, A ਤੇ B ਰਲ ਕੇ ਕਿਸੇ ਕੰਮ ਨੂੰ 12 ਦਿਨਾਂ 'ਚ ਕਰਦੇ ਆ, B ਤੇ C ਰਲ ਕੇ ਉਸੇ ਕੰਮ ਨੂੰ 16 ਦਿਨਾਂ 'ਚ ਕਰਦੇ ਆ। ਤਾਂ ਸਾਨੂੰ ਬਸ ਆਹ ਦਿੱਤਾ, A ਤੇ B ਦਾ ਦਿੱਤਾ ਹੈ, ਉਹ ਕੰਮ ਨੂੰ 12 ਦਿਨਾਂ 'ਚ ਕਰਦੇ ਆ। B ਤੇ C ਦਾ ਪੇਅਰ ਉਸੇ ਕੰਮ ਨੂੰ 16 ਦਿਨਾਂ 'ਚ ਕਰਦਾ। A ਤੇ C ਨਹੀਂ ਦਿੱਤਾ ਹੋਇਆ। ਕੰਮ ਕੀਤਾ ਕਿਵੇਂ? ਕੰਮ ਕੀਤਾ A ਵਰਕਸ ਫॉर 5 ਡੇਜ਼। A ਨੇ ਕੱਲੇ ਨੇ 5 ਦਿਨ ਕੰਮ ਕੀਤਾ। ਬੱਚੇ ਸਾਨੂੰ ਕੱਲੇ ਦਾ ਟੋਟਲ ਨਹੀਂ ਦਿੱਤਾ, ਟੋਟਲ ਸਾਨੂੰ A + B ਟੁਗੇਦਰ ਦਾ ਦਿੱਤਾ ਹੈ ਕਿ 12 ਦਿਨਾਂ 'ਚ ਕੰਮ ਨਿਬੜਦਾ, ਪਰ ਕੰਮ ਕਰਨ ਕੱਲਾ A ਆਇਆ, ਉਹਨੇ 5 ਦਿਨ ਕੰਮ ਕੀਤਾ। ਦੈਨ B ਆਇਆ, ਉਹਨੇ ਅਗਲੇ 7 ਦਿਨ ਕੰਮ ਕੀਤਾ, ਤੇ ਅਖੀਰ ਤੇ C ਕੰਪਲੀਟਸ ਦਾ ਰਿਮੇਨਿੰਗ ਵਰਕ ਇਨ 13 ਡੇਜ਼। ਤੇ C ਨੇ ਜਿੰਨਾ ਬਚ ਗਿਆ ਸੀ ਉਹ ਕੰਮ 13 ਦਿਨਾਂ 'ਚ ਨਿਬੇੜਤਾ। ਤਾਂ ਇਸ ਹਿਸਾਬ ਨਾਲ ਐਗਜ਼ਾਮੀਨਰ ਕਹਿੰਦਾ ਇਨ ਵਟ ਟਾਈਮ B ਅਲੋਨ ਵੁੱਡ ਕੰਪਲੀਟ ਦਾ ਹੋਲ ਵਰਕ। ਤਾਂ B ਉਸ ਪੂਰੇ ਕੰਮ ਨੂੰ ਕਿੰਨੇ ਦਿਨਾਂ 'ਚ ਨਿਬੇੜੂਗਾ? ਜੋ ਬੱਚੇ ਗਿਵਨ ਹੈ ਉਹ ਲਿਖ ਲਓ। A ਤੇ B ਰਲ ਕੇ ਕਿਸੇ ਕੰਮ ਨੂੰ 12 ਦਿਨਾਂ 'ਚ ਕਰਦੇ ਆ। ਉਸ ਤੋਂ ਬਾਅਦ B ਤੇ C ਰਲ ਕੇ ਉਸੇ ਕੰਮ ਨੂੰ 16 ਦਿਨਾਂ 'ਚ ਕਰਦੇ ਆ। ਇਹ ਤਾਂ ਸਾਨੂੰ ਡਾਟਾ ਦਿੱਤਾ ਹੋਇਆ। ਤਾਂ ਬੱਚੇ ਟੋਟਲ ਵਰਕ ਕਿੰਨਾ ਹੈ? ਟੋਟਲ ਵਰਕ ਤੁਹਾਡਾ 12 ਤੇ 16 ਦਾ LCM 48 ਟੋਫੀਆਂ। 48 ਟੋਫੀਆਂ ਤਾਂ ਐਫੀਸ਼ੀਐਂਸੀ ਕਿੰਨੀ ਆ ਗਈ? A ਤੇ B 12 ਦਿਨਾਂ 'ਚ 48 ਟੋਫੀਆਂ ਤਾਂ ਡੇਲੀ 4। ਤਾਂ ਬੱਚੇ ਆ ਜਿਹੜੀ 4 ਐਫੀਸ਼ੀਐਂਸੀ ਆ ਗਈ, ਕਿਹਦੀ ਆ ਗਈ? ਇਹ ਆ ਗਈ A + B ਦੀ। A ਤੇ B ਰਲ ਕੇ 4 ਟੋਫੀਆਂ ਖਾਂਦੇ ਆ ਡੇਲੀ। ਉਹ 4 ਦੇ ਵਿੱਚੋਂ ਕਿੰਨੀਆਂ A ਦੀਆਂ ਨੇ, ਕਿੰਨੀਆਂ B ਦੀਆਂ ਨੇ ਸਾਨੂੰ ਨਹੀਂ ਪਤਾ। ਹੋ ਸਕਦਾ 2 ਤੇ 2 ਹੀ ਹੋਣ, ਹੋ ਸਕਦਾ 1.5 ਤੇ 2.5 ਹੋਣ, 1 ਤੇ 3 ਵੀ ਹੋ ਸਕਦੀਆਂ ਨੇ, 3 ਤੇ 1 ਵੀ ਹੋ ਸਕਦੀਆਂ ਨੇ, ਕੁਝ ਵੀ ਹੋ ਸਕਦੀਆਂ ਨੇ। ਸਾਨੂੰ ਕੋਈ ਅੰਦਾਜ਼ਾ ਨਹੀਂ, ਸਾਨੂੰ ਸਿਰਫ ਇਹ ਪਤਾ ਹੈ A ਤੇ B ਰਲ ਕੇ ਡੇਲੀ 4 ਟੋਫੀਆਂ ਖਾਂਦੇ ਆ। ਉਸੇ ਤਰ੍ਹਾਂ B ਤੇ C ਰਲ ਕੇ 16 ਦਿਨਾਂ 'ਚ 48 ਯਾਨੀ ਕਿ ਡੇਲੀ 3 ਟੋਫੀਆਂ ਖਾਂਦੇ। ਤਾਂ ਬਸ ਇਹ ਦਿੱਤਾ। ਫਿਰ ਕੰਮ ਕਰਨ ਕਿਵੇਂ ਆਏ ਬੱਚੇ? ਕੰਮ ਕਰਨ ਆਏ, A ਆਇਆ, ਉਹਨੇ 5 ਦਿਨ ਕੰਮ ਕੀਤਾ, ਚੱਲ ਗਿਆ। ਉਸ ਤੋਂ ਬਾਅਦ B ਆਇਆ, ਉਹਨੇ 7 ਦਿਨ ਕੰਮ ਕੀਤਾ, ਉਹ ਵੀ ਚਲ ਗਿਆ। ਹਲੇ ਵੀ ਕੁਝ ਕੰਮ ਬਚਿਆ ਹੋਇਆ, ਤਾਂ ਉਹ ਸਾਰਾ ਬਚਿਆ ਹੋਇਆ ਕੰਮ C ਆਇਆ 13 ਦਿਨਾਂ ਦੇ ਵਿੱਚ ਨਿਬੇੜਤਾ। ਤਾਂ ਬੱਚੇ ਇੱਥੇ ਆ ਕੇ ਕੰਮ ਨਿਬੜ ਗਿਆ। ਤਾਂ ਇਹ ਨਿਬੜਿਆ ਹੋਇਆ ਕੰਮ, ਉਹਦੇ ਵਿੱਚੋਂ B ਇਕੱਲਾ ਪੂਰੇ ਕੰਮ ਨੂੰ ਕਿੰਨੇ ਦਿਨਾਂ 'ਚ ਕਰੂ? ਆਪਾਂ ਉਹ ਫਾਈਂਡ ਕਰਨਾ। ਪੂਰਾ ਕੰਮ ਸਾਨੂੰ ਪਤਾ ਹੈ 48 ਟੋਫੀਆਂ ਨੇ। ਤਾਂ ਬੱਚੇ ਤੁਸੀਂ ਆਹ ਦੇਖੋ, A ਨੇ 5 ਦਿਨ 'ਚ ਕਿੰਨੀਆਂ ਟੋਫੀਆਂ ਖਾ ਲੈਣੀਆਂ ਨੇ ਸਾਨੂੰ ਕੋਈ ਅੰਦਾਜ਼ਾ ਨਹੀਂ ਹੈਗਾ। A ਕੱਲਾ 5 ਦਿਨ ਟੋਫੀਆਂ ਖਾ ਰਿਹਾ, ਕਿੰਨੀਆਂ ਖਾਜੂ ਨਹੀਂ ਪਤਾ, ਕਿਉਂਕਿ ਸਾਨੂੰ ਤਾਂ A + B ਦਾ ਪਤਾ ਕਿ ਉਹ 4 ਟੋਫੀਆਂ ਖਾਂਦੇ। A ਕੱਲਾ ਥੋੜੀ ਪਤਾ। ਤਾਂ A ਕੱਲਾ 5 ਦਿਨਾਂ 'ਚ ਕਿੰਨੀਆਂ ਟੋਫੀਆਂ ਖਾਜੂ ਸਾਨੂੰ ਕੋਈ ਅੰਦਾਜ਼ਾ ਨਹੀਂ। ਸਾਨੂੰ ਕਾਹਦਾ ਅੰਦਾਜ਼ਾ ਹੁੰਦਾ? ਜੇ ਕਿਤੇ A ਦੇ ਨਾਲ B ਵੀ ਹੁੰਦਾ, A ਤੇ B ਦੋਨੇ 5 ਦਿਨ ਕੰਮ ਕਰਦੇ। ਸੋ A ਦੇ 5 ਦਿਨ ਹੈਗੇ ਆ ਬੱਚੇ, ਤੁਸੀਂ A ਦੇ ਨਾਲ B ਦੇ 5 ਦਿਨ ਜੋੜ ਲਓ। B ਦੇ 5 ਦਿਨ ਕਿੱਥੋਂ? A ਦੇ 5 ਦਿਨ ਦੇ ਨਾਲ ਇੱਥੋਂ 7 ਚੋਂ 5 ਦਿਨ B ਦੇ ਨਾਲ ਜੋੜ ਲਓ। ਤਾਂ ਜਿਹੜੇ B ਦੇ 7 ਦਿਨ ਸੀ ਉਹਨੂੰ ਬੱਚੇ 5 + 2 ਦੇ ਵਿੱਚ ਤੋੜ ਲਓ। ਤਾਂ ਇਹ ਕੀ ਬਣ ਗਿਆ? ਇਹ ਬਣ ਗਿਆ A ਦੇ 5 ਤੇ B ਦੇ 5 ਬਣ ਗਏ A + B ਦੇ 5 ਦਿਨ। ਆ A + B ਦੇ 5 ਦਿਨ, A + B ਡੇਲੀ 4 ਟੋਫੀਆਂ, ਤਾਂ 5 ਦਿਨਾਂ ਦੇ ਵਿੱਚ 20 ਟੋਫੀਆਂ ਖਾ ਗਏ। ਫਿਰ B ਦੇ 2 ਦਿਨ ਬਚੇ ਰਹਿ ਗਏ,
ਹੁਣ B 2 ਦਿਨਾਂ 'ਚ ਕੀ ਖਾਊਗਾ ਸਾਨੂੰ ਇਹ ਵੀ ਨਹੀਂ ਪਤਾ। ਸਾਨੂੰ ਕੀ ਅੰਦਾਜ਼ਾ ਹੁੰਦਾ ਜੇ ਕਿਤੇ B + C ਦੇ 2 ਦਿਨ ਹੁੰਦੇ ਤਾਂ B ਦੇ 2 ਦਿਨ ਹੈਗੇ ਆ, C ਦੇ 2 ਦਿਨ ਇਧਰੋਂ 13 ਦੇ ਵਿੱਚੋਂ ਕੱਢ ਲਓ ਤਾਂ 13 ਨੂੰ ਤੋੜੋ 2 + 11 ਦੇ ਵਿੱਚ ਤਾਂ 2 ਤੇ 2 ਜੋੜ ਕੇ ਕੀ ਬਣ ਗਿਆ ਤੁਹਾਡੇ B ਦੇ 2 ਤੇ C ਦੇ 2 ਦਿਨ। ਤਾਂ ਇਹ B + C ਦੇ 2 ਦਿਨ, B + C ਡੇਲੀ 3 ਟੌਫੀਆਂ ਤਾਂ 2 ਦਿਨਾਂ 'ਚ 6 ਟੌਫੀਆਂ। ਤਾਂ ਬੱਚੇ 48 ਦੇ ਵਿੱਚੋਂ 26 ਟੌਫੀਆਂ ਖਾ ਲੀਆਂ, ਕਿੰਨੀਆਂ ਬਚ ਗਈਆਂ 22 ਟੌਫੀਆਂ ਬਚ ਗਈਆਂ। ਰਿਮੇਨਿੰਗ ਕਿੰਨੀਆਂ ਟੌਫੀਆਂ ਬਚ ਗਈਆਂ ਬੱਚੇ 48 ਦੇ ਵਿੱਚੋਂ ਜਦੋਂ ਤੁਸੀਂ ਪਹਿਲਾਂ 20 ਤੇ ਮਗਰੋਂ 6 ਖਾ ਲੀਆਂ 26 ਖਾ ਲੀਆਂ ਤਾਂ ਯਾਨੀ ਕਿ 22 ਟੌਫੀਆਂ ਬਚ ਗਈਆਂ। ਉਹ 22 ਟੌਫੀਆਂ ਕਿੰਨੇ ਖਾਧੀਆਂ C ਨੇ 11 ਦਿਨਾਂ ਦੇ ਵਿੱਚ 22 ਟੌਫੀਆਂ ਖਾਧੀਆਂ। C ਜੇ 11 ਦਿਨਾਂ 'ਚ 22 ਟੌਫੀਆਂ ਖਾ ਰਿਹਾ ਤਾਂ ਹਰ ਰੋਜ਼ 2 ਟੌਫੀਆਂ ਖਾ ਰਿਹਾ। C ਦੀ ਐਫੀਸ਼ੀਐਂਸੀ 2 ਆ ਗਈ ਪਰ ਅਸੀਂ C ਦੀ ਐਫੀਸ਼ੀਐਂਸੀ ਤੋਂ ਕੀ ਲੈਣਾ, ਅਸੀਂ ਤਾਂ B ਦਾ ਸਮਾਂ ਕੱਢਣਾ ਤਾਂ B ਦੀ ਐਫੀਸ਼ੀਐਂਸੀ ਤੇ ਪਹੁੰਚੀਏ। C ਜੇ ਡੇਲੀ 2 ਟੌਫੀਆਂ ਖਾਂਦਾ ਹੈ ਤਾਂ B + C ਦੀਆਂ 3 ਯਾਨੀ ਕਿ B ਡੇਲੀ 1 ਟੌਫੀ ਖਾਂਦਾ ਹੋਊਗਾ। B + C ਰਲ ਕੇ 3 ਟੌਫੀਆਂ ਖਾਂਦੇ ਜਿਹਦੇ ਵਿੱਚ 2 ਟੌਫੀਆਂ C ਦੀ ਐਫੀਸ਼ੀਐਂਸੀ ਨਿਕਲ ਆਈ ਡੇਲੀ 2 ਟੌਫੀਆਂ ਤਾਂ ਦੋਨਾਂ ਦੀਆਂ ਮਿਲਾ ਕੇ 3 ਬਣਨਗੀਆਂ। ਜਦੋਂ B ਦੀ 1 ਹੋਊਗੀ ਤਾਂ B ਡੇਲੀ 1 ਟੌਫੀ ਖਾਂਦਾ ਹੈ ਤਾਂ 48 ਟੌਫੀਆਂ ਡੇਲੀ 1 ਦੇ ਹਿਸਾਬ ਨਾਲ ਕਿੰਨੇ ਦਿਨਾਂ ਦੇ ਵਿੱਚ ਖਾਊਗਾ 48 ਦਿਨਾਂ ਦੇ ਵਿੱਚ ਖਾਊਗਾ। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਤੁਹਾਡਾ ਕੀ ਆ ਗਿਆ ਸੈਕਿੰਡ ਆਪਸ਼ਨ 48 ਡੇਜ਼। ਜੇ ਕਿਤੇ C ਕੱਢਣਾ ਹੁੰਦਾ ਤਾਂ ਉਹਦੀ ਐਫੀਸ਼ੀਐਂਸੀ 2 ਆ ਗਈ ਸੀ, 48 ਟੌਫੀਆਂ 2 ਦੇ ਹਿਸਾਬ ਨਾਲ 24 ਦਿਨ ਆ ਜਾਂਦਾ। ਹੁਣ B ਕੱਢਣਾ ਸੀ ਆਪਾਂ ਤਾਂ C ਦੀ ਐਫੀਸ਼ੀਐਂਸੀ 2 ਹੈ, ਉਦੋਂ B + C ਤੇ 2 ਲਾਓ B ਦੀ ਆ ਗਈ 1 ਕਿਉਂਕਿ B + C ਦੀ 3 ਹੈ ਤਾਂ B ਡੇਲੀ 1 ਟੌਫੀ ਖਾਂਦਾ ਤਾਂ 48 ਟੌਫੀਆਂ ਡੇਲੀ 1 ਦੇ ਹਿਸਾਬ ਨਾਲ 48 ਦਿਨਾਂ 'ਚ ਖਾਊਗਾ। ਤਾਂ ਬੱਚੇ ਇਹ ਕੁਐਸਚਨ ਸੀ, ਇਹਦੇ ਨਾਲ ਦਾ ਬਿਲਕੁਲ ਸਿਮਿਲਰ ਕੁਐਸਚਨ ਦੂਜਾ ਲੈ ਕੇ ਆਇਆ, ਉਹ ਦੇਖੋ ਧਿਆਨ ਨਾਲ। ਉਮੀਦ ਕਰਦਾ ਕਾਫੀ ਬੱਚੇ ਆ ਕੁਐਸਚਨ ਕਰ ਦੇਣਗੇ। A and B together can do a piece of work in 12 days while B and C together can do it in 6 2/3 days। ਫ੍ਰੈਕਸ਼ਨ ਦੇ ਵਿੱਚ ਸਮਾਂ ਆ ਗਿਆ 6 2/3 days। ਕੰਮ ਕੀਤਾ ਕਿਵੇਂ? After A alone had worked for 3 days, B alone for 4 days, then C alone finished the remaining work in 7 days। ਤਾਂ ਕਹਿੰਦੇ A ਇਕੱਲੇ ਨੇ 3 ਦਿਨ ਕੰਮ ਕੀਤਾ, B ਨੇ ਇਕੱਲੇ ਨੇ 4 ਦਿਨ ਕੀਤਾ, ਫਿਰ ਵੀ ਜਿਹੜਾ ਕੰਮ ਬਚਿਆ ਸੀ C ਨੇ 7 ਦਿਨਾਂ 'ਚ ਨਿਬੇੜਿਆ। ਤਾਂ ਦੱਸੋ A alone। ਬੱਚੇ ਆਪਾਂ A ਤੇ ਪਹੁੰਚਣਾ ਇਸ ਕੁਐਸਚਨ 'ਚ। ਤਾਂ ਗਿਵਨ ਕੀ ਆ A + B ਕਿਸੇ ਕੰਮ ਨੂੰ 12 ਦਿਨਾਂ ਦੇ ਵਿੱਚ ਕਰਦੇ ਆ, B + C ਉਸੇ ਕੰਮ ਨੂੰ ਵੈਸੇ 6 2/3 ਲਿਖਿਆ ਤਾਂ ਆਪਾਂ 20/3 ਮਿਕਸਡ ਫ੍ਰੈਕਸ਼ਨ ਦੀ ਇੰਪਰੋਪਰ ਬਣਾ ਦਾਂਗੇ 20/3 ਡੇਜ਼ ਦੇ ਵਿੱਚ ਕਰਦੇ ਆ। ਤਾਂ ਟੋਟਲ ਵਰਕ ਕਿੰਨਾ ਬੱਚੇ? ਟੋਟਲ ਵਰਕ ਲਈ ਐਲਸੀਐਮ ਕੱਢਦੇ ਆ ਤਾਂ 12 ਤੇ 20/3 ਦਾ ਜਦੋਂ ਐਲਸੀਐਮ ਕੱਢਣਾ ਕਿਸੇ ਵੀ ਕੁਐਸਚਨ ਦੇ ਵਿੱਚ ਫ੍ਰੈਕਸ਼ਨ ਆ ਜੇ, ਟਾਈਮ ਐਂਡ ਵਰਕ ਦਾ ਕੋਈ ਕੁਐਸਚਨ ਹੈ ਜਿਹਦੇ ਵਿੱਚ ਟਾਈਮ ਫ੍ਰੈਕਸ਼ਨ 'ਚ ਦਿੱਤਾ ਹੋਵੇ ਤਾਂ ਐਲਸੀਐਮ ਕੱਢਣ ਵੇਲੇ ਡਿਨੋਮੀਨੇਟਰ ਨੂੰ ਭੁੱਲ ਜਾਓ, ਡਿਨੋਮੀਨੇਟਰ ਤੇ ਹੱਥ ਰੱਖ ਦਿਓ। 12 ਤੇ 20 ਦਾ ਹੀ ਐਲਸੀਐਮ ਲੈ ਲਓ। 12 ਤੇ 20 ਦਾ ਐਲਸੀਐਮ ਕੀ ਆ ਗਿਆ 60 ਟੌਫੀਆਂ। ਤਾਂ 12 ਦਿਨਾਂ 'ਚ 60 ਟੌਫੀਆਂ ਯਾਨੀ ਕਿ ਡੇਲੀ 5 ਕਿਵੇਂ 12 ਡਿਵਾਈਡ ਹੋ ਜਾਊਗਾ ਤਾਂ 20/3 ਦਿਨਾਂ 'ਚ 60 ਟੌਫੀਆਂ ਤਾਂ 20/3 ਡਿਵਾਈਡ ਹੋ ਜਾਊਗਾ ਡੇਲੀ 9 ਟੌਫੀਆਂ। ਸਾਨੂੰ ਕੱਲੇ ਦਾ ਨਹੀਂ ਪਤਾ, ਸਾਨੂੰ ਇਹ ਪਤਾ ਹੈ ਕਿ A ਤੇ B ਰਲ ਕੇ 5 ਖਾਂਦੇ ਆ, B ਤੇ C ਦੀਆਂ ਕੁੱਲ 9 ਟੌਫੀਆਂ ਨੇ। ਕੰਮ ਕੀਤਾ ਕਿਵੇਂ ਬੱਚੇ? ਉਹ ਦੇਖੋ A ਨੇ 3 ਦਿਨ ਕੰਮ ਕੀਤਾ, ਫਿਰ B ਨੇ ਅਗਲੇ 4 ਦਿਨ ਕੰਮ ਕੀਤਾ ਤੇ C ਨੇ 7 ਦਿਨਾਂ ਦੇ ਵਿੱਚ ਕੰਮ ਨਿਬੇੜਤਾ। ਤਾਂ ਬੱਚੇ ਆਪਾਂ ਕੰਮ ਨੂੰ ਕਿਵੇਂ ਵੰਡਾਂਗੇ? B A ਦੇ 3 ਦਿਨ ਦੇ ਲਈ B ਦੇ 3 ਕੱਢੋ, 1 ਐਕਸਟਰਾ ਰਹਿ ਜਾਊਗਾ। B ਦਾ ਜਿਹੜਾ 1 ਐਕਸਟਰਾ ਰਹਿ ਜਾਊਗਾ ਉਹਦੇ ਲਈ C ਦੇ 7 ਚੋਂ 1 ਕੱਢੋ, 6 ਐਕਸਟਰਾ ਰਹਿ ਜਾਣਗੇ। ਤਾਂ ਬੱਚੇ ਆਹ ਤੋੜ ਲਾਂਗੇ, ਇਹਨੂੰ ਫਿਰ A ਤੇ B ਦੇ 3 ਮੰਨਾਂਗੇ, ਇਹਨੂੰ B ਤੇ C ਦਾ 1 ਮੰਨਾਂਗੇ, 6 ਬਚ ਗਏ। A ਤੇ B 3 ਡੇਲੀ 5 ਟੌਫੀਆਂ ਖਾਂਦੇ ਆ ਤਾਂ 3 ਦਿਨਾਂ 'ਚ 15 ਖਾ ਗਏ। ਡੇਲੀ 9 ਟੌਫੀਆਂ ਖਾਂਦੇ ਤਾਂ ਇੱਥੇ B + C ਦਾ 1 ਦਿਨ ਹੀ ਆ, 9 ਟੌਫੀਆਂ ਖਾ ਗਏ, 15 ਤੇ 9 24 ਖਾ ਗਏ। 60 ਚੋਂ 24 ਖਾ ਗਏ ਤਾਂ 36 ਟੌਫੀਆਂ ਰਹਿ ਗਈਆਂ। C 6 ਦਿਨਾਂ 'ਚ 36 ਟੌਫੀਆਂ ਖਾਂਦਾ ਤਾਂ ਡੇਲੀ 6 ਖਾਂਦਾ ਹੋਊਗਾ। C 6 ਦਿਨਾਂ 'ਚ 36 ਟੌਫੀਆਂ ਖਾਂਦਾ ਤਾਂ ਬੱਚੇ ਡੇਲੀ 6 ਟੌਫੀਆਂ ਖਾਂਦਾ ਹੋਊਗਾ। ਤਾਂ C ਦੀ ਐਫੀਸ਼ੀਐਂਸੀ ਤੁਹਾਡੀ ਕਿੰਨੀ ਆ ਗਈ? ਮਾਰਕਰ ਦਾ ਰੰਗ ਚੇਂਜ ਕਰਕੇ ਦੱਸਾਂ ਤਾਂ C ਦੀ ਐਫੀਸ਼ੀਐਂਸੀ ਆ ਗਈ ਤੁਹਾਡੀ 6। ਜੇ C ਦੀ ਐਫੀਸ਼ੀਐਂਸੀ 6 ਹੈ, B + C ਦੀ 9 ਦਾ ਮਤਲਬ B ਦੀ ਐਫੀਸ਼ੀਐਂਸੀ ਆ ਗਈ 3, B ਦੀ ਐਫੀਸ਼ੀਐਂਸੀ ਜੇ 3 ਆ ਗਈ ਤਾਂ A + B ਦੀ 5 ਮਤਲਬ A ਦੀ ਐਫੀਸ਼ੀਐਂਸੀ ਆ ਗਈ 2। ਤਾਂ ਕਿਉਂਕਿ ਆਪਾਂ A ਦਾ ਸਮਾਂ ਕੱਢਣਾ ਤਾਂ A ਦੀ ਐਫੀਸ਼ੀਐਂਸੀ ਤੇ ਪਹੁੰਚੇ, ਜਿੰਨੀ ਇੱਥੋਂ B ਦੀ ਐਫੀਸ਼ੀਐਂਸੀ ਆ ਗਈ ਉਹਨੂੰ ਆਪਾਂ ਉੱਪਰ ਪੁੱਟ ਕਰਤਾ। A + B 5 ਹੈ ਤਾਂ 3 B ਹੈ ਤਾਂ A ਦੀਆਂ 2 ਟੌਫੀਆਂ। ਬੱਚੇ A ਡੇਲੀ 2 ਟੌਫੀਆਂ ਖਾਂਦਾ ਤਾਂ 60 ਟੌਫੀਆਂ ਕਿੰਨੇ ਦਿਨਾਂ 'ਚ? ਸੌਰੀ A ਫਾਈਂਡ ਕਰਨਾ ਆਪਾਂ। A ਅਲੋਨ ਡੇਲੀ 2 ਟੌਫੀਆਂ ਖਾਂਦਾ ਤਾਂ 60 ਟੌਫੀਆਂ 60/2 30 ਦਿਨ ਬੱਚੇ ਤੁਹਾਡਾ ਇਸ ਕੁਐਸਚਨ ਦਾ ਆਨਸਰ ਆ ਜਾਊਗਾ D ਆਪਸ਼ਨ। ਤਾਂ ਬੱਚੇ ਕਲੀਅਰ ਹੈ? ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਦੇ ਜਾਇਆ ਕਰੋ ਕਿ ਜਿੰਨੀਆਂ ਕੁ ਚੀਜ਼ਾਂ ਪੜ੍ਹ ਰਹੇ ਆ ਉਹ ਸਮਝ ਆ ਰਹੀਆਂ ਨੇ। ਜਿਹੜੇ ਕੁਝ
ਮੀਡੀਅਮ ਜੇ ਲੈਵਲ ਦੇ ਕੁਐਸਚਨਸ ਕਰ ਰਹੇ ਹੋ, ਤੁਸੀਂ ਕਰ ਪਾ ਰਹੇ ਹੋ, ਮੇਰੇ ਤੋਂ ਪਹਿਲਾਂ ਆਨਸਰਸ ਕੱਢ ਪਾ ਰਹੇ ਹੋ, ਤੇ ਜਿਹੜੇ ਆਪਾਂ ਕੁਝ ਚੰਗੇ ਲੈਵਲ ਦੇ, ਹਾਈ ਲੈਵਲ ਦੇ ਡਿਫਿਕਲਟ ਕੁਐਸਚਨਸ ਕਰ ਰਹੇ ਹਾਂ ਉਹ ਸਮਝ ਆ ਰਹੇ ਨੇ। ਮੈਂ ਤੁਹਾਡੇ ਵਿੱਚੋਂ ਵੀ ਕੁਝ ਬੱਚਿਆਂ ਤੋਂ ਉਮੀਦ ਕਰਦਾ ਕਿ ਉਹਨਾਂ ਬੱਚਿਆਂ ਨੂੰ ਕੁਝ ਡਿਫਿਕਲਟ ਕੁਐਸਚਨਸ ਵੀ ਮੇਰੇ ਤੋਂ ਘੱਟ ਸਮੇਂ 'ਚ ਆਉਂਦੇ ਹੋਣਗੇ, ਮੇਰੇ ਤੋਂ ਜ਼ਿਆਦਾ ਚੰਗੇ ਤਰੀਕਿਆਂ ਨਾਲ ਆਉਂਦੇ ਹੋਣਗੇ। ਪਲੀਜ਼ ਨਾਲ ਕਮੈਂਟ ਕਰਦੇ ਜਾਇਆ ਕਰੋ। ਤੇ ਜਿਹੜੇ ਬੱਚਿਆਂ ਨੂੰ ਲੱਗਦਾ ਕਿ ਜਮਾਂ ਹੀ ਖਾਨਾ ਆਪਣਾ ਉੱਪਰ ਦੀ ਲੰਘ ਰਿਹਾ ਹੈਗਾ, ਉਹ ਬਾਈ ਬਣ ਕੇ ਕਾਪੀ ਪੈਨ ਸਾਈਡ ਤੇ ਰੱਖੋ ਤੇ ਦੇਖੋ ਬਸ। ਅਗਲੇ ਕੁਐਸਚਨ ਤੇ ਆ ਜਾਓ ਬੱਚੇ। ਅਗਲਾ ਕੁਐਸਚਨ ਹੈ the efficiency of A is 3/4 of B's efficiency। ਸਿੱਧਾ ਰੇਸ਼ੀਓ ਦਾ ਫੰਕਸ਼ਨ ਹੈ, ਕਹਿੰਦੇ A ਦੀ ਐਫੀਸ਼ੀਐਂਸੀ ਕਿੰਨੀ ਹੈ, B ਦਾ 3/4 ਐਂਡ B's efficiency is 80% of C's efficiency। B ਦੀ ਐਫੀਸ਼ੀਐਂਸੀ ਕਿੰਨੀ ਹੈ, C ਦਾ 80%। ਉਹ ਕਹਿੰਦੇ if A takes 120 more days than that of B and C together to finish a certain piece of work, then in how many days will A, B, C working together finish the work। ਤਾਂ ਬੱਚੇ ਪਹਿਲਾਂ ਤਾਂ ਐਫੀਸ਼ੀਐਂਸੀ ਦੀ ਰੇਸ਼ੀਓ ਜੀ ਪਰਸੈਂਟੇਜ ਦੇ ਵਿੱਚ ਦਿੱਤਾ ਹੈ, ਕਹਿੰਦੇ A ਦੀ ਐਫੀਸ਼ੀਐਂਸੀ B ਦਾ 3/4 ਹੈ, ਤੇ ਅੱਗੇ ਕਹਿੰਦੇ B ਦੀ ਐਫੀਸ਼ੀਐਂਸੀ C ਦਾ 80% ਆ। A, B ਤੇ C ਦੀ ਰੇਸ਼ੀਓ ਕੱਢ ਲਾਂਗੇ ਐਫੀਸ਼ੀਐਂਸੀ ਦੀ। ਅੱਗੇ ਕਹਿੰਦੇ A ਕੱਲਾ B ਐਂਡ C ਟੁਗੈਦਰ ਤੋਂ 120 ਦਿਨ ਜ਼ਿਆਦਾ ਸਮਾਂ ਲੈ ਰਿਹਾ, ਤਾਂ ਬੱਚੇ ਅੱਗੇ ਕੰਪੈਰੀਜ਼ਨ ਕੀ ਹੈ A ਦਾ B plus C ਦੇ ਨਾਲ। ਤਾਂ ਪਹਿਲਾਂ A, B, C ਇੰਡੀਵਿਜੂਅਲੀ ਦੇਖਾਂਗੇ। A, B, C। B ਦੀ ਐਫੀਸ਼ੀਐਂਸੀ C ਤੋਂ 80% ਹੈ, ਤਾਂ ਜੇ C ਨੂੰ 100% ਮੰਨ ਲਈਏ ਤਾਂ B 80% ਆ ਗਿਆ। ਜੇ C ਨੂੰ 100% ਮੰਨ ਲਈਏ ਤਾਂ B ਉਹਦਾ 80% ਯਾਨੀ ਕਿ 80 ਆ ਗਿਆ। A ਕੀ ਹੈ, B ਦਾ 3/4, ਤਾਂ 80 ਦਾ 3/4 ਕੀ ਆ ਗਿਆ, 60। ਤਾਂ ਬੱਚੇ A, B, C ਦੀ ਐਫੀਸ਼ੀਐਂਸੀ ਬਹੁਤ ਈਜ਼ੀਲੀ ਤੁਹਾਡੀ 3/4/5 ਆ ਜੂਗੀ। 3/4/5 ਦਾ ਮਤਲਬ A ਡੇਲੀ 3 ਟੌਫੀਆਂ ਖਾਂਦਾ, B 4 ਖਾਂਦਾ, C 5 ਟੌਫੀਆਂ ਖਾਂਦਾ। ਪਰ ਅੱਗੇ ਕੰਪੈਰੀਜ਼ਨ ਕੀਤਾ ਹੋਇਆ A ਦੇ ਨਾਲ B plus C ਦਾ, ਤਾਂ A ਦੀ ਐਫੀਸ਼ੀਐਂਸੀ ਦੇਖਾਂਗੇ B plus C ਦੇ ਨਾਲ। ਤਾਂ A ਡੇਲੀ 3 ਟੌਫੀਆਂ ਖਾਂਦਾ, 3। B plus C ਡੇਲੀ 9 ਟੌਫੀਆਂ ਖਾਂਦੇ, 5 ਤੇ 4 9। ਤਾਂ ਬੱਚੇ ਇਹਨਾਂ ਦੀ ਐਫੀਸ਼ੀਐਂਸੀ ਕੀ ਆ ਗਈ, ਇਹਨਾਂ ਦੀ ਐਫੀਸ਼ੀਐਂਸੀ ਆ ਗਈ 1/3। ਤਾਂ ਜੇ ਐਫੀਸ਼ੀਐਂਸੀ 1/3 ਹੈ ਤਾਂ ਬੱਚੇ ਟਾਈਮ ਕੀ ਹੋਊਗਾ, 3/1। ਟਾਈਮ ਹੋ ਗਿਆ 3/1। ਸਾਨੂੰ ਦਿੱਤਾ A B plus C ਨਾਲੋਂ 120 ਦਿਨ ਜ਼ਿਆਦਾ ਲੈਂਦਾ, ਤਾਂ ਬੱਚੇ ਰੇਸ਼ੀਓ 'ਚ ਕਿੰਨਾ ਜ਼ਿਆਦਾ ਲੈਂਦਾ, 2 ਦਿਨ। ਰੇਸ਼ੀਓ 'ਚ ਕਿੰਨਾ ਜ਼ਿਆਦਾ ਲੈਂਦਾ, 2 ਦੀ ਵੈਲਿਊ 120 ਡੇਜ਼ ਹੈ। 2 ਦੀ ਵੈਲਿਊ 120 ਡੇਜ਼ ਹੈ, ਤਾਂ 3 ਦੀ ਵੈਲਿਊ ਕੱਢ ਲਾਂਗੇ। 3 ਦੀ ਵੈਲਿਊ ਕਿੰਨੀ ਹੋ ਜੂ, ਜੇ 2 ਦੀ ਵੈਲਿਊ 120 ਤਾਂ 1 ਦੀ ਵੈਲਿਊ 60, ਤਾਂ 3 ਦੀ ਵੈਲਿਊ ਆ ਗਈ ਬੱਚੇ 180 ਡੇਜ਼। ਤਾਂ A ਦਾ ਇਕੱਲੇ ਦਾ ਪਤਾ ਲੱਗ ਗਿਆ ਕਿ ਕੰਮ 180 ਦਿਨਾਂ 'ਚ ਨਿਬੇੜਦਾ। ਕੰਮ ਕਿੰਨਾ, ਟੋਟਲ ਵਰਕ ਕਿੰਨਾ, ਐਫੀਸ਼ੀਐਂਸੀ ਇਨਟੂ ਟਾਈਮ। A ਦੀ ਐਫੀਸ਼ੀਐਂਸੀ ਆ ਗਈ ਬੱਚੇ ਡੇਲੀ 3 ਟੌਫੀਆਂ। A ਦੀ ਐਫੀਸ਼ੀਐਂਸੀ ਆ ਗਈ ਡੇਲੀ 3 ਟੌਫੀਆਂ, 3 ਟੌਫੀਆਂ ਨਹੀਂ, 1 ਟੌਫੀ, ਸੌਰੀ ਉਧਰ ਲੈਣਾ, ਉਧਰ ਆਪਾਂ ਰੇਸ਼ੋ ਲਈ ਬੈਠੇ ਤਾਂ 3 ਨਹੀਂ ਲਵਾਂਗੇ ਬੱਚੇ। A ਦੀ ਐਫੀਸ਼ੀਐਂਸੀ ਆ ਗਈ ਡੇਲੀ 1 ਟੌਫੀ, ਤੇ 180 ਦਿਨਾਂ 'ਚ ਕੰਮ ਖਤਮ ਕਰਨ ਦਾ ਮਤਲਬ 180 × 1 180 ਟੋਟਲ ਟੌਫੀਆਂ ਨੇ। ਉਹ 180 ਟੌਫੀਆਂ ਆਪਾਂ A plus B plus C ਤੋਂ ਖਵਾਉਣੀਆਂ ਨੇ, ਤਾਂ 1 ਤੇ 3 4 ਟੌਫੀਆਂ ਡੇਲੀ ਖਾਂਦੇ ਆ, ਤਾਂ ਡੇਲੀ 4 ਦੇ ਹਿਸਾਬ ਨਾਲ ਖਾਣਗੇ ਤਾਂ 45 ਦਿਨਾਂ ਦੇ ਵਿੱਚ ਕੰਮ ਖਤਮ ਹੋ ਜਾਊਗਾ। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਤੁਹਾਡਾ ਕਿੰਨਾ ਆ ਜੂ, 45 ਡੇਜ਼। ਮੈਂ ਜਿੱਥੇ ਥੋੜਾ ਜਿਹਾ ਕਨਫਿਊਜ਼ ਹੋ ਗਿਆ ਸੀ, 3 ਯੂਜ਼ ਕਰ ਲਿਆ ਸੀ, ਉਹ ਮੈਂ ਦੱਸ ਦਿੰਦਾ ਬੱਚੇ। 3 ਦੇ ਹਿਸਾਬ ਨਾਲ ਤਾਂ 9 ਸੀਗਾ, ਪਰ ਆਪਾਂ ਉਹਦੀ ਰੇਸ਼ੋ ਲਈ ਆ 1 ਤੇ 3। ਤਾਂ A ਡੇਲੀ 1 ਟੌਫੀ, B, C ਰਲ ਕੇ ਡੇਲੀ 3 ਟੌਫੀਆਂ। ਐਫੀਸ਼ੀਐਂਸੀ 1/3 ਹੈ, ਤਾਂ ਟਾਈਮ 3/1 ਆ ਗਿਆ। ਰੇਸ਼ੋ 'ਚ 2 ਜ਼ਿਆਦਾ, 120 ਦੇ ਬਰਾਬਰ, 1 ਦੀ ਵੈਲਿਊ 60 ਤਾਂ 3 ਦੀ ਵੈਲਿਊ 180। ਇਹ 180 ਦਿਨਾਂ 'ਚ ਕੰਮ ਨਿਬੇੜਦਾ ਜਦੋਂ ਡੇਲੀ 1 ਟੌਫੀ ਖਾਂਦਾ। 3 ਨਹੀਂ ਲਵਾਂਗੇ, 1 ਲਵਾਂਗੇ ਕਿਉਂਕਿ ਰੇਸ਼ੋ 'ਚ 1 ਲਿਆ ਹੋਇਆ। ਤਾਂ ਟੋਟਲ ਵਰਕ ਆ ਗਿਆ ਐਫੀਸ਼ੀਐਂਸੀ ਇਨਟੂ ਟਾਈਮ 180। ਉਹ ਆਪਾਂ ABC ਤਿੰਨਾਂ ਤੋਂ ਖਵਾਉਣਾ, ਤਾਂ A ਇੱਧਰ, BC ਇੱਧਰ, ਕੁੱਲ 4 ਦੇ ਹਿਸਾਬ ਨਾਲ 45 ਦਿਨਾਂ ਦੇ ਵਿੱਚ D ਆਪਸ਼ਨ ਆਨਸਰ ਆ ਜਾਊਗਾ। ਤਾਂ ਬੱਚੇ ਇਹ ਸਾਡਾ ਕੁਐਸਚਨ ਸੀਗਾ। ਲੰਬਾ ਚੜਾ ਕੋਈ ਕੁਐਸਚਨ ਨਹੀਂ ਹੈਗਾ। ਦੇਖਣ ਨੂੰ ਸਾਰੀਆਂ ਸਟੇਟਮੈਂਟਸ ਔਖੀਆਂ ਨੇ, ਕੁਛ ਸਾਡੀਆਂ ਸਟੇਟਮੈਂਟਸ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਮਤਲਬ ਦੇਖਣ ਸਾਰ ਕੁਐਸਚਨ ਬਹੁਤ ਔਖਾ ਲੱਗਦਾ। ਸਟੇਟਮੈਂਟਸ ਵੀ ਮਾੜੀਆਂ, ਸਟੇਟਮੈਂਟਸ ਵੀ ਲੈਂਥੀ ਨੇ, ਸੋਲੂਸ਼ਨ ਵੀ ਥੋੜੇ ਜਿਹੇ ਲੈਂਥੀ ਨੇ। ਬਹੁਤਾ ਡਿਫਿਕਲਟ ਕੁਛ ਨਹੀਂ ਹੈਗਾ, ਪਰ ਜੇ ਸਮਝ ਆਵੇ, ਜੇ ਸਮਝ ਨਹੀਂ ਆ ਰਿਹਾ ਸਭ ਕੁਝ ਬਹੁਤ ਔਖਾ ਹੈ। ਅੱਜ ਦਾ ਸੈਸ਼ਨ ਸਾਰੇ ਦਾ ਸਾਰਾ ਬਹੁਤ ਔਖਾ ਹੈ। ਮੈਂ ਪਿਛਲੇ ਸੈਸ਼ਨ ਦੇ ਕਮੈਂਟ ਪੜ੍ਹ ਰਿਹਾ ਸੀ, ਕੰਪਾਊਂਡ ਇੰਟਰਸਟ ਦੇ, ਉਹਦੇ ਵਿੱਚ ਗੁਰਜਿੰਦਰ ਨੇ ਕਮੈਂਟ ਕੀਤਾ ਹੋਇਆ ਸੀ, ਇੱਕ ਸਟੂਡੈਂਟ ਹੈ, ਕਿ ਸਰ ਅੱਜ ਵਾਲਾ ਸੈਸ਼ਨ ਤਾਂ ਉਵੇਂ ਪਤਾ ਲੱਗ ਗਿਆ ਪਰ ਦੇਖਣ ਸਰ ਔਖੇ ਲੱਗੇ ਕੁਐਸਚਨਸ। ਤਾਂ ਇਹ ਬੇਸਿਕਲੀ ਮੈਂ ਪਹਿਲੇ ਦਿਨ ਤੋਂ ਦੱਸ ਰਿਹਾ ਕਿ ਭਾਈ ਮੈਂ ਉਹ ਕੁਐਸਚਨਸ ਕਰਵਾ ਰਿਹਾ ਜਿਹੜੇ ਦੇਖਣ ਸਰ ਔਖੇ ਲੱਗਦੇ ਆ। ਨੈਬ ਦੇ ਪੇਪਰ 'ਚ ਕੀ ਹੋਇਆ, ਕੁਐਸਚਨ ਦੇਖਣ ਸਰ ਔਖੇ ਲੱਗੇ।
ਹਾਲਾਂਕਿ ਕੁਝ ਕੁਐਸਚਨਸ ਨੂੰ ਜਦੋਂ ਅਸੀਂ ਸੋਲਵ ਕਰਨ ਲੱਗੇ ਉਦੋਂ ਬਹੁਤਾ ਕੁਝ ਹੈ ਨਹੀਂ ਸੀ ਕੱਢਣ ਪਾਉਣ ਨੂੰ ਕਰ ਸਕੇ, ਪਰ ਕੁਐਸਚਨ ਨੇ ਤਾਂ ਸਾਨੂੰ ਸੋਲੂਸ਼ਨ ਵੇਲੇ ਵੀ ਤੰਗ ਕੀਤਾ, ਪਰ ਦੇਖਣ ਸਾਰ ਸਾਰੇ ਹੀ ਔਖੇ ਲੱਗੇ। ਕੰਪਾਊਂਡ ਆਪਣਾ ਪ੍ਰੋਫਿਟ ਲੋਸ ਦਾ ਨੈਬ ਦੇ ਪੇਪਰ 'ਚ ਬਹੁਤ ਔਖਾ ਕੁਐਸਚਨ ਆਇਆ ਹੋਇਆ ਸੀਗਾ। ਟਾਈਮ ਐਂਡ ਵਰਕ ਦਾ ਸਾਡਾ ਪੇਪਰ ਦੇ ਵਿੱਚ ਬਹੁਤ ਲੈਂਥੀ ਕੁਐਸਚਨ ਸੀ, ਸਟੇਟਮੈਂਟ ਬਹੁਤ ਜ਼ਿਆਦਾ ਲੈਂਥੀ ਸੀ, ਪਰ ਆਨਸਰ ਉਨਾ ਹੀ ਸੌਖਾ ਸੀ। ਸਿੰਪਲ ਇੰਟਰਸਟ ਦਾ ਪੇਪਰ ਦੇ ਵਿੱਚ ਕੁਐਸਚਨ ਬਹੁਤ ਜ਼ਿਆਦਾ ਲੈਂਥੀ ਸੀ, ਸੋਲੂਸ਼ਨ 'ਚ ਕੱਢਣ ਪਾਉਣ ਨੂੰ ਕੁਐਸਚਨ ਹੀ ਸੀ ਹੈਗਾ 10 ਸਕਿੰਟਾਂ ਦਾ ਸੋਲੂਸ਼ਨ ਸੀਗਾ। ਤਾਂ ਦੇਖਣ ਸਰ ਸਾਰੇ ਕੁਐਸਚਨ ਔਖੇ ਲੱਗਦੇ ਆ, ਅਸੀਂ ਕੱਢ ਸਕੀਏ, ਚਾਹੇ ਸੌਖਾ ਸੋਲੂਸ਼ਨ ਹੈ, ਮੀਡੀਅਮ ਜਿਹਾ ਸੋਲੂਸ਼ਨ ਹੈ, ਔਖਾ ਸੋਲੂਸ਼ਨ ਹੈ, ਅਸੀਂ ਕਰ ਸਕੀਏ, ਉਹਦੇ ਤੇ ਆਪਣਾ ਫੋਕਸ ਰਹੂਗਾ। ਅੱਗੇ ਆ ਜਾਓ ਬੱਚੇ, ਅਗਲਾ ਕੁਐਸਚਨ ਕੀ ਹੈ? ਦ ਰੇਸ਼ੀਓ ਆਫ ਐਫੀਸ਼ੀਐਂਸੀ ਆਫ A ਐਂਡ B ਇਜ਼ 3:5। A ਤੇ B ਦੀ ਐਫੀਸ਼ੀਐਂਸੀ ਕੀ ਹੈ? 3:5 ਐਂਡ ਦੈਟ ਆਫ B ਐਂਡ C ਇਜ਼ 2:3 ਰਿਸਪੈਕਟਿਵਲੀ। ਤੇ B ਤੇ C ਦੀ ਐਫੀਸ਼ੀਐਂਸੀ ਦਿੱਤੀ ਹੋਈ ਹੈ 2:3। ਉਹ ਕਹਿੰਦੇ ਇਫ A ਐਂਡ B ਵਰਕ ਫॉर 4 days, A ਤੇ B ਨੇ ਰਲ ਕੇ 4 ਦਿਨ ਕੰਮ ਕੀਤਾ, ਦੈਨ ਰਿਮੇਨਿੰਗ ਵਰਕ ਇਜ਼ ਫਿਨਿਸ਼ਡ ਬਾਈ C ਇਨ 8 days। ਤਾਂ ਬਚਿਆ ਹੋਇਆ ਕੰਮ C 8 ਦਿਨਾਂ 'ਚ ਕਰ ਗਿਆ, ਤਾਂ ਦੱਸੋ B ਇਕੱਲਾ ਇਸ ਕੰਮ ਨੂੰ ਕਿੰਨੇ ਦਿਨਾਂ 'ਚ ਨਿਬੇੜੂਗਾ? ਤਾਂ ਬੱਚੇ ਸਾਨੂੰ A ਤੇ B ਦੀ ਐਫੀਸ਼ੀਐਂਸੀ ਕਿੰਨੀ ਦਿੱਤੀ ਹੋਈ ਆ? 3:5। ਉਧਰ B ਤੇ C ਦੀ ਐਫੀਸ਼ੀਐਂਸੀ ਕਿੰਨੀ ਦਿੱਤੀ ਹੋਈ ਆ? 2:3। ਤਾਂ ਬੱਚੇ ਸਾਨੂੰ ਐਫੀਸ਼ੀਐਂਸੀਜ਼ ਕੰਬਾਈਨ ਕਰਨੀਆਂ ਆਉਂਦੀਆਂ ਨੇ, ਤਾਂ ਬੱਚੇ ਇੱਧਰ B ਹੈ, ਸੌਰੀ ਰੇਸ਼ੀਓਜ਼ ਕੰਬਾਈਨ ਕਰਨੀਆਂ ਆਉਂਦੀਆਂ ਨੇ, ਇੱਧਰ B ਹੈ 5, ਇੱਧਰ B ਹੈ 2, ਤਾਂ B ਸੇਮ ਹੋਣਾ ਚਾਹੀਦਾ। ਤਾਂ B ਹੋ ਗਿਆ ਤੁਹਾਡਾ 5 ਤੇ 2 ਦਾ LCM 10, B ਹੋ ਗਿਆ ਤੁਹਾਡਾ 10, ਇੱਧਰ 10 ਬਣੂ 2 ਗੁਣਾ ਕਰਕੇ ਤਾਂ 2 ਗੁਣਾ 6, ਇੱਧਰ 10 ਬਣੂ 5 ਗੁਣਾ ਕਰਕੇ ਤਾਂ 5 ਗੁਣਾ 15। ਤਾਂ ਬੱਚੇ A, B ਤੇ C ਦੀ ਤੁਹਾਡੀ ਐਫੀਸ਼ੀਐਂਸੀ ਕੀ ਆ ਗਈ? 6:10:15। A ਡੇਲੀ 6 ਟੋਫੀਆਂ, B ਡੇਲੀ 10 ਟੋਫੀਆਂ, C ਡੇਲੀ 15 ਟੋਫੀਆਂ। ਫਿਰ A ਤੇ B ਨੇ 4 ਦਿਨ ਕੰਮ ਕੀਤਾ ਰਲ ਕੇ, ਬਚਿਆ ਹੋਇਆ ਕੰਮ C ਨੇ 8 ਦਿਨਾਂ 'ਚ ਨਿਬੇੜਤਾ। ਤਾਂ ਬੱਚੇ ਟੋਟਲ ਵਰਕ ਕਿੰਨਾ? ਐਫੀਸ਼ੀਐਂਸੀ ਇਨਟੂ ਟਾਈਮ। A ਤੇ B 4 ਦਿਨਾਂ 'ਚ 16 ਦੇ ਹਿਸਾਬ ਨਾਲ, ਤਾਂ 16 ਦੇ ਹਿਸਾਬ ਨਾਲ 4 ਦਿਨਾਂ 'ਚ, ਪਲੱਸ C ਨੇ 8 ਦਿਨਾਂ 'ਚ ਨਿਬੇੜਤਾ 15 ਦੇ ਹਿਸਾਬ ਨਾਲ 8 ਦਿਨ। ਤਾਂ ਟੋਟਲ ਵਰਕ ਕਿੰਨਾ? 64 ਪਲੱਸ 120, 184 ਟੋਫੀਆਂ ਨੇ ਬੱਚੇ। ਉਹ 184 ਟੋਫੀਆਂ ਆਪਾਂ ਕਿਹਦੇ ਤੋਂ ਖਵਾਉਣੀਆਂ ਨੇ? B ਅਲੋਨ। ਤਾਂ ਬੱਚੇ B ਡੇਲੀ 10 ਟੋਫੀਆਂ ਖਾਂਦਾ ਹੈ, ਤਾਂ 184 ਟੋਫੀਆਂ ਕਿੰਨੇ ਦਿਨਾਂ 'ਚ ਖਾ ਲੂ? 184/10। ਜੇ ਡੈਸੀਮਲ ਦੇ ਵਿੱਚ ਆਨਸਰ ਹੈ ਤਾਂ 18.4 ਡੇਜ਼। ਜੇ ਫ੍ਰੈਕਸ਼ਨ 'ਚ ਹੈ ਤਾਂ 18/2/5, ਡੈਸੀਮਲ 'ਚ ਹੈ ਤਾਂ 18.4। ਬੱਚੇ ਤੁਹਾਡਾ ਆਨਸਰ ਆ ਗਿਆ। ਇਸ ਕੁਐਸਚਨ 'ਚ ਕੱਢਣ ਪਾਉਣ ਨੂੰ ਕੀ ਹੈ? ਰੇਸ਼ੀਓਜ਼ ਨੂੰ ਕੰਬਾਈਨ ਕਰਕੇ ABC ਦੀ ਕੰਬਾਈਨਡ ਰੇਸ਼ੀਓ, ABC ਦੀ ਕੰਬਾਈਨਡ ਰੇਸ਼ੀਓ, ਫਿਰ ਟੋਟਲ ਵਰਕ ਕੱਢਣਾ ਐਫੀਸ਼ੀਐਂਸੀ ਇਨਟੂ ਟਾਈਮ। ਤਾਂ ਟਾਈਮ ਕਿੰਨਾ? A + B ਦਾ 4 ਦਿਨ, ਗਾਹਾਂ C ਦਾ 8 ਦਿਨ। ਤਾਂ A + B ਦੀ ਐਫੀਸ਼ੀਐਂਸੀ 16, 4 ਦਿਨਾਂ 'ਚ 64, C ਦਾ 8 ਦਿਨ, ਐਫੀਸ਼ੀਐਂਸੀ 15, 8 ਦਿਨਾਂ 'ਚ 120, ਤਾਂ 64 ਤੇ 120, 184 ਟੋਫੀਆਂ ਉਹ ਕੱਲੇ B ਤੋਂ ਖਵਾਉਣੀਆਂ ਨੇ, ਤਾਂ ਡੇਲੀ 10 ਦੇ ਹਿਸਾਬ ਨਾਲ 18.4 ਦਿਨਾਂ 'ਚ ਕੰਮ ਖਤਮ ਹੋ ਜਾਊਗਾ। ਤਾਂ ਬੱਚੇ ਆਹ ਕੁਐਸਚਨ ਸੀ ਆਪਣਾ। ਇਸ ਤੋਂ ਅਗਲਾ ਕੁਐਸਚਨ, A does half as much work as B in 3/4 of the time। ਤਾਂ ਬੱਚੇ ਨੋਟ ਕਰ ਲਓ, ਇਹ ਸੌਖਾ ਕੁਐਸਚਨ ਹੈ, ਔਖਾ ਨਹੀਂ ਹੈਗਾ, ਪਰ ਪੰਜਾਬ ਦੇ ਪੇਪਰਾਂ ਦੇ ਵਿੱਚ 2 ਵਾਰ ਆਇਆ ਹੋਇਆ ਕੁਐਸਚਨ ਹੈ। ਪੰਜਾਬ ਦੇ ਪੁਰਾਣੇ ਪੇਪਰਾਂ 'ਚ ਇਹ ਕੁਐਸਚਨ 2 ਵਾਰੀ ਪੁੱਛਿਆ ਹੋਇਆ, ਪੰਜਾਬ ਦੇ ਪ੍ਰੀਵੀਅਸ ਐਗਜ਼ਾਮ ਦਾ ਕੁਐਸਚਨ ਹੈ। ਕਹਿੰਦੇ A ਨੇ ਅੱਧਾ ਕੰਮ ਕੀਤਾ, A does half as much work ਲਿਖਿਆ ਨਾ, A ਨੇ ਅੱਧਾ ਕੰਮ ਕੀਤਾ ਕਿਹਦੇ ਤੋਂ? as B in 3/4 of the time। ਤਾਂ ਬੱਚੇ ਆ ਜ਼ਰੂਰੀ ਹੈ ਸਮਝਣਾ, B in 3/4 of the time। B ਨੂੰ ਵੀ ਗੋਲੀ ਮਾਰੋ ਬੱਚੇ। ਜੇ ਮੈਂ ਕਹਾ ਕਿ ਮੰਨ ਲਓ ਮੈਂ ਕੋਈ ਪੂਰਾ ਕੰਮ ਕਰਦਾ, ਉਹਦੇ ਲਈ ਲੱਗਦੇ ਆ ਮੈਨੂੰ 12 ਦਿਨ, ਜਾਂ ਜਿੰਨਾ ਮਰਜ਼ੀ ਸਮਾਂ, 12 ਦਿਨ ਮੈਂ ਵੈਸੇ ਹੀ ਕਹਿਤਾ। ਤਾਂ ਬੱਚੇ ਜੇ ਮੈਂ 12 ਦਿਨ ਜਾਂ 12 ਨੂੰ ਨਾ ਮਾਰਾ ਮੰਨੀਏ, ਆਪਾਂ ਕੁਛ ਮਰਜ਼ੀ ਕਹਿ ਲਈਏ, ਜਿੰਨਾ ਮਰਜ਼ੀ ਸਮਾਂ, ਉਹਦੇ ਵਿੱਚ ਪੂਰਾ ਕੰਮ ਕਰਦਾ, ਤਾਂ ਬੱਚੇ ਅੱਧੇ ਸਮੇਂ 'ਚ ਅੱਧਾ ਕੰਮ ਕਰੂੰਗਾ ਨਾ। ਜੇ ਮੈਂ 12 ਦਿਨਾਂ 'ਚ ਕੋਈ ਕੰਮ ਪੂਰਾ ਕੀਤਾ, ਤਾਂ ਮਤਲਬ 6 ਦਿਨਾਂ 'ਚ ਅੱਧਾ ਕੀਤਾ ਹੋਊਗਾ, ਜਾਂ 3 ਦਿਨਾਂ 'ਚ ਚੌਥਾ ਹਿੱਸਾ ਕੰਮ ਕੀਤਾ ਹੋਊਗਾ। ਤਾਂ ਬੱਚੇ ਜੇ ਮੈਂ 12 ਨੂੰ ਵੀ ਭੁੱਲ ਜਾਓ, ਅੱਧੇ ਸਮੇਂ 'ਚ ਕਿੰਨਾ ਕੰਮ ਕਰਦਾ? ਅੱਧਾ ਕੰਮ ਕਰਦਾ। ਮੈਂ 75% ਸਮੇਂ 'ਚ ਕਿੰਨਾ ਕੰਮ ਕਰਦਾ? 75% ਕੰਮ ਕਰਦਾ। ਮੈਂ 1/4 ਸਮੇਂ 'ਚ ਕਿੰਨਾ ਕੰਮ ਕਰਦਾ? 1/4 ਕੰਮ ਕਰਦਾ। ਤਾਂ ਜਦੋਂ ਲਿਖਿਆ ਹੋਇਆ ਕਿ B in 3/4 of the time, B ਦਾ 3/4 ਸਮਾਂ, ਤਾਂ B ਆਪਣੇ 3/4 ਟਾਈਮ 'ਚ 3/4 ਕੰਮ ਕਰੂ, ਬਸ ਇਹ ਸਮਝਣਾ। ਜਿੰਨਾ B ਦਾ ਸਮਾਂ ਉਨਾ ਹੀ ਕੰਮ ਕੀਤਾ ਹੋਊਗਾ। ਤਾਂ ਬੱਚੇ ਉਹ ਕਹਿੰਦੇ A ਨੇ ਉਨੇ ਸਮੇਂ 'ਚ ਹਾਫ ਕੰਮ ਕੀਤਾ, ਯਾਨੀ ਕਿ 1/2, B ਨੇ 3/4 ਸਮੇਂ 'ਚ 3/4 ਕੰਮ ਕੀਤਾ। ਤਾਂ ਬੱਚੇ ਕੰਮ ਕੀਤਾ ਯਾਨੀ ਕਿ ਐਫੀਸ਼ੀਐਂਸੀ। ਤਾਂ ਐਫੀਸ਼ੀਐਂਸੀ ਦੀ ਰੇਸ਼ੀਓ ਕੀ ਆ ਗਈ? ਐਫੀਸ਼ੀਐਂਸੀ ਦੀ ਰੇਸ਼ੀਓ ਆ ਗਈ ਬੱਚੇ ਇੱਧਰ 1 ਇੱਧਰ 2, ਆ 2 ਇੱਧਰ ਆ ਜਾਊਗਾ, ਤਾਂ ਐਫੀਸ਼ੀਐਂਸੀ ਦੀ ਰੇਸ਼ੀਓ ਆ ਗਈ 2:3।
ਤਾਂ A ਤੇ B ਦੀ ਐਫੀਸ਼ੀਐਂਸੀ ਦੀ ਰੇਸ਼ੋ A ਨੇ ਹਾਫ ਕੰਮ ਕੀਤਾ ਤਾਂ 1/2, B ਦੇ 3/4 ਸਮੇਂ 'ਚ ਤਾਂ B ਨੇ 3/4 ਸਮੇਂ 'ਚ 3/4 ਕੰਮ ਕਰ ਲਿਆ। ਤਾਂ ਬੱਚੇ ਆ ਐਫੀਸ਼ੀਐਂਸੀ ਦੀ ਰੇਸ਼ੋ ਆ ਗਈ। 1 2 ਕੱਟੇ 2 ਇੱਧਰ ਆ ਗਿਆ 2:3। A ਡੇਲੀ 2 ਟੌਫੀਆਂ ਖਾਂਦਾ, B ਡੇਲੀ 3 ਟੌਫੀਆਂ ਖਾਂਦਾ। ਕਹਾਣੀ ਨਿਬੜ ਗਈ। ਉਹ ਕਹਿੰਦੇ ਇਕੱਠੇ 18 ਦਿਨਾਂ 'ਚ ਕੰਮ ਖਤਮ ਕਰਦੇ ਆ ਤਾਂ B ਇਕੱਲਾ ਕਿੰਨੇ 'ਚ ਕਰੂਗਾ। ਤਾਂ ਬੱਚੇ ਟੋਟਲ ਵਰਕ ਕਿੰਨਾ? ਟੋਟਲ ਵਰਕ ਹੁੰਦਾ ਐਫੀਸ਼ੀਐਂਸੀ ਇਨਟੂ ਟਾਈਮ। 18 ਦਿਨਾਂ 'ਚ ਕੰਮ ਖਤਮ ਕਰਦੇ ਤਾਂ ਟਾਈਮ 18। ਐਫੀਸ਼ੀਐਂਸੀ ਕਿੰਨੇ ਲਵਾਂਗੇ ਬੱਚੇ? ਟਾਈਮ 18 ਦਿਨ ਇਕੱਠਿਆਂ ਦਾ, ਤਾਂ ਐਫੀਸ਼ੀਐਂਸੀ ਵੀ ਇਕੱਠਿਆਂ ਦੀ ਲਵਾਂਗੇ 5 ਟੌਫੀਆਂ। ਤਾਂ 18 ਦਿਨਾਂ 'ਚ 5 ਦੇ ਹਿਸਾਬ ਨਾਲ ਯਾਨੀ ਕਿ ਟੋਟਲ ਕੰਮ 90 ਟੌਫੀਆਂ। ਉਹ 90 ਟੌਫੀਆਂ B ਇਕੱਲਾ ਕਿੰਨੇ ਦਿਨਾਂ 'ਚ ਖਾਊਗਾ? ਡੇਲੀ 3 ਦੇ ਹਿਸਾਬ ਨਾਲ 90/3 30 ਦਿਨ ਬੱਚੇ ਤੁਹਾਡਾ ਇਸ ਕੁਐਸਚਨ ਦਾ ਆਨਸਰ ਆ ਗਿਆ। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਤੁਹਾਡਾ ਸੈਕਿੰਡ ਆਪਸ਼ਨ 30 ਦਿਨ। ਤਾਂ ਇਹ ਬੱਚੇ ਪੰਜਾਬ ਦੇ ਪੁਰਾਣੇ ਪੇਪਰ 'ਚ ਪੁੱਛਿਆ ਗਿਆ ਕੁਐਸਚਨ ਹੈ। ਇਹਦੇ ਨਾਲ ਦੇ ਕੁਝ ਥੋੜੇ ਜਿਹੇ ਐਫੀਸ਼ੀਐਂਸੀ ਬੇਸਡ ਕੁਐਸਚਨਸ ਮੈਂ ਅੱਗੇ ਲੈ ਕੇ ਆਇਆਗਾ, ਅੱਗੇ ਕਰ ਦਿਆਂਗੇ ਬੱਚੇ। ਅਗਲਾ ਕੁਐਸਚਨ ਦੇਖੋ ਜੀ। ਅਗਲਾ ਕੁਐਸਚਨ ਹੈ A can finish। ਬੱਚੇ ਬਿਲਕੁਲ ਸਿਮਿਲਰ ਸਟੇਟਮੈਂਟ ਹੈ। A can finish half as much work as B in 3/4 of the time। ਅਗਲਾ ਕੁਐਸਚਨ ਬਿਲਕੁਲ ਸੇਮ ਪੈਟਰਨ ਦੇ ਉੱਤੇ ਹੈ, ਸੇਮ ਫਾਰਮੈਟ 'ਚ ਹੈ, ਪਰ 3 ਪਰਸਨਸ ਦੇ ਉੱਤੇ। ਤਾਂ ਬੱਚੇ ਕੁਐਸਚਨ ਦੇਖੋ ਕੀ ਆ। A can finish 2/5 of the work done by B in 1/4 of the time taken by B। ਉਹ ਕਹਿੰਦੇ A ਨੇ 2/5 ਵਰਕ ਕੀਤਾ ਕਿੰਨੇ 'ਚ? B ਦੇ 1/4 ਟਾਈਮ 'ਚ। ਤਾਂ B ਨੇ ਤਾਂ ਉਹਦੇ ਵਿੱਚ 1/4 ਟਾਈਮ ਕੰਮ ਕੀਤਾ ਹੋਊਗਾ। ਅੱਗੇ ਕਹਿੰਦੇ while B can finish 4/3 of the work done by C in 3/4 of the time। B ਨੇ 4/3 ਕੰਮ ਕੀਤਾ, C ਦੇ 3/5 ਟਾਈਮ 'ਚ, ਯਾਨੀ ਕਿ C ਨੇ 3/5 ਕੰਮ ਕੀਤਾ। ਤਾਂ ਬੱਚੇ A ਤੇ B ਦੀ ਰੇਸ਼ੋ ਕੱਢੋ। A ਤੇ B ਦੀ ਰੇਸ਼ੋ ਕੀ ਆ ਗਈ? ਇੱਧਰ 2/5, ਇੱਧਰ 1/4। ਤਾਂ ਇਹ ਬਣ ਗਿਆ ਬੱਚੇ 8/5। ਇੱਧਰ B ਤੇ C ਦੀ ਰੇਸ਼ੋ ਕੱਢੋ। B ਨੇ 4/3 ਕੰਮ ਕੀਤਾ, C ਦੇ 3/5 ਟਾਈਮ ਦੇ ਵਿੱਚ। ਤਾਂ ਬੱਚੇ ਇੱਧਰ ਕੀ ਆ ਗਿਆ? ਓਕੇ ਹਾਂ, ਇਹ ਆਪਣੀ ਐਫੀਸ਼ੀਐਂਸੀ ਦੀ ਰੇਸ਼ੋ ਆ ਰਹੀ ਹੈ। ਇੱਧਰ ਆ ਗਿਆ 20/9। ਹਾਂਜੀ, ਇਸ ਤੋਂ ਬਾਅਦ ਐਗਜ਼ਾਮੀਨਰ ਕਹਿੰਦਾ ਵਰਕਿੰਗ ਟੁਗੇਦਰ ਦੇ ਕੈਨ ਫਿਨਿਸ਼ ਦਾ ਵਰਕ ਇਨ 60 ਡੇਜ਼। ਇਕੱਠੇ 60 ਦਿਨਾਂ 'ਚ ਕੰਮ ਕਰਦੇ ਆ ਤਾਂ ਦੱਸੋ B ਇਕੱਲਾ ਕਿੰਨੇ ਦਿਨਾਂ 'ਚ ਕਰੂ? ਬੱਚੇ ਆਪਾਂ B ਫਾਈਂਡ ਕਰਨਾ ਹੈ। ਤਾਂ ਇਕੱਠੇ 60 ਦਿਨਾਂ 'ਚ ਕੰਮ ਕਰਦੇ ਤਾਂ ਇਕੱਠਿਆਂ ਦੀ ਐਫੀਸ਼ੀਐਂਸੀ ਚਾਹੀਦੀ ਹੈ। ਇਕੱਠਿਆਂ ਦੀ ਐਫੀਸ਼ੀਐਂਸੀ ਦੇ ਲਈ A B ਦੀ ਐਫੀਸ਼ੀਐਂਸੀ ਅਲੱਗ ਹੈ, BC ਦੀ ਅਲੱਗ ਹੈ। ਤਾਂ B ਕੰਬਾਈਨ ਕਰਾਂਗੇ, 5 ਤੇ 20 ਦਾ ਐਲਸੀਐਮ 20। 5 ਤੇ 20 ਦਾ ਐਲਸੀਐਮ ਆ ਗਿਆ 20। ਇਹਨੂੰ 20 ਬਣਾਉਣਾ 4 ਗੁਣਾ, ਤਾਂ 4 ਗੁਣਾ ਕਰਕੇ 32। ਇਹ ਆਲਰੇਡੀ 20 ਹੈ ਤਾਂ ਇਹ 9 ਰਹਿ ਜਾਊਗਾ। ਤਾਂ ਬੱਚੇ A B C ਦੀ ਕੰਬਾਈਨਡ ਐਫੀਸ਼ੀਐਂਸੀ ਕਿੰਨੀ ਆ ਗਈ? 32/20/9। ਤਾਂ ਇਕੱਠੇ 60 ਦਿਨਾਂ 'ਚ ਕੰਮ ਖਤਮ ਕਰਦੇ ਆ ਤਾਂ ਬੱਚੇ ਡੇਲੀ ਕਿੰਨੀਆਂ ਟੌਫੀਆਂ? 32 ਤੇ 20 52 ਤੇ 9 61। ਡੇਲੀ 61 ਟੌਫੀਆਂ ਖਾਂਦੇ ਆ ਤਾਂ 60 ਦਿਨਾਂ 'ਚ ਕੰਮ ਨਿਬੜ ਗਿਆ। ਕੰਮ ਕਿੰਨਾ ਹੋਇਆ? 61 × 60। ਇਹ ਟੋਟਲ ਵਰਕ ਹੈ। ਐਫੀਸ਼ੀਐਂਸੀ ਇਨਟੂ ਟਾਈਮ। ਐਫੀਸ਼ੀਐਂਸੀ ਇਕੱਠਿਆਂ ਦੀ 61, 60 ਦਿਨਾਂ 'ਚ ਕੰਮ ਖਤਮ ਕਰਦੇ ਇਨਟੂ 60। ਇਹ ਟੋਟਲ ਵਰਕ ਕਹਿੰਦੇ B ਇਕੱਲਾ ਕਿੰਨੇ ਦਿਨਾਂ 'ਚ ਕਰੂਗਾ? B ਡੇਲੀ 20 ਟੌਫੀਆਂ ਖਾਂਦਾ ਤਾਂ ਡੇਲੀ 20 ਟੌਫੀਆਂ ਯਾਨੀ ਕਿ ਡਿਵਾਈਡ ਬਾਈ 20 ਆ ਗਿਆ 3। 61 × 3 ਆਨਸਰ ਆ ਗਿਆ ਤੁਹਾਡਾ 183 ਡੇਜ਼ ਦੇ ਵਿੱਚ ਬੱਚੇ C ਆਪਸ਼ਨ ਤੁਹਾਡਾ ਆਨਸਰ ਆ ਜਾਊਗਾ। ਤਾਂ ਬੱਚੇ ਬਿਲਕੁਲ ਸਿਮਿਲਰ ਕੁਐਸਚਨ ਹੈ ਜਿੱਥੇ ਤੁਸੀਂ ਰੇਸ਼ੀਓਜ਼ ਵੀ ਕੰਬਾਈਨ ਕਰਨੀਆਂ ਨੇ। ਐਫੀਸ਼ੀਐਂਸੀ ਉੱਤੇ ਬੇਸਡ ਤੁਹਾਡਾ ਕੁਐਸਚਨ ਚੱਲਦਾ ਹੈਗਾ। ਤਾਂ ਜਿਹੜਾ ਪਿਛਲਾ ਕੁਐਸਚਨ ਸੀ, ਜਿਹੜਾ ਮੈਂ ਕਿਹਾ ਕਿ ਇੰਪੋਰਟੈਂਟ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਕਿਉਂਕਿ ਪੇਪਰ 'ਚ ਆਇਆ ਹੋਇਆ, ਇਹ ਉਸੇ ਤਰ੍ਹਾਂ ਦਾ ਕੁਐਸਚਨ ਹੈ ਪਰ ਉਹਦੇ ਵਿੱਚੋਂ ਬਹੁਤ ਜ਼ਿਆਦਾ ਹਾਈ ਲੈਵਲ ਦਾ ਕੁਐਸਚਨ ਹੈ। 3% ਦੇ ਉੱਤੇ ਸਟੇਟਮੈਂਟ ਬਣੀ ਹੋਈ ਆ। ਅਗਲਾ ਕੁਐਸਚਨ ਬੱਚੇ, ਅਗਲਾ ਕੁਐਸਚਨ ਹੈ ਹਾਂ। ਤਾਂ ਬੱਚੇ ਇਹ ਬਿਲਕੁਲ ਮੈਂ ਸੌਖਾ ਕੁਐਸਚਨ ਨਹੀਂ ਲੈ ਕੇ ਆਇਆ ਪਰ ਇੰਨਾ ਵੀ ਔਖਾ ਕੁਐਸਚਨ ਨਹੀਂ। ਮੈਂ ਇਹਦੇ ਨਾਲ ਦੇ ਬੇਸਿਕ ਕੁਐਸਚਨਸ ਪੇਡ ਬੈਚ ਦੇ ਵਿੱਚ ਕਰਾਏ ਸੀ। ਟਿਪੀਕਲ ਕੁਐਸਚਨਸ ਉੱਥੇ ਨਹੀਂ ਸੀ ਕਰਾਏ ਤਾਂ ਇੱਥੇ ਲੈ ਕੇ ਆਇਆ। ਉਹ ਕਹਿੰਦੇ A ਟੇਕਸ 24 ਡੇਜ਼ ਮੋਰ ਦੈਨ B। A B ਨਾਲੋਂ 24 ਦਿਨ ਜ਼ਿਆਦਾ ਲੈਂਦਾ ਐਂਡ 32 ਡੇਜ਼ ਮੋਰ ਦੈਨ C ਤੇ C ਤੋਂ 32 ਦਿਨ ਜ਼ਿਆਦਾ ਲੈਂਦਾ। ਤਾਂ ਬੱਚੇ A ਦੇ ਬਾਰੇ ਕਿਹਾ ਹੋਇਆ ਉਹ B ਤੋਂ 24 ਦਿਨ ਜ਼ਿਆਦਾ ਲੈ ਰਿਹਾ ਤੇ C ਤੋਂ 32 ਦਿਨ ਜ਼ਿਆਦਾ ਲੈ ਰਿਹਾ। ਪਰ ਅੱਗੇ ਕਹਿੰਦੇ C works as much as A B together। ਉਹ ਕਹਿੰਦੇ C ਕਿੰਨਾ ਕੰਮ ਕਰਦਾ? A ਐਂਡ B ਜਿੰਨਾ ਇਕੱਠੇ ਕਰਦੇ ਨੇ। ਤਾਂ ਬੱਚੇ ਆਪਾਂ C ਨੂੰ ਕੀ ਲਿਖ ਸਕਦੇ ਆ? A + B ਲਿਖ ਸਕਦੇ ਆ। ਇਸ ਕੁਐਸਚਨ 'ਚ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ। ਉਹ ਕਹਿੰਦੇ ਇਨ ਹਾਊ ਮੈਨੀ ਡੇਜ਼ A B C ਟੁਗੇਦਰ, ਤਿੰਨੇ ਜਾਣੇ ਇਕੱਠੇ ਦੱਸੋ ਕਿੰਨੇ ਟਾਈਮ 'ਚ ਕਰਨਗੇ। ਤਾਂ ਬੱਚੇ ਆਹ ਕਲੀਅਰ ਹੈ ਤੁਹਾਨੂੰ। ਐਗਜ਼ਾਮੀਨਰ ਕਹਿੰਦਾ A ਹੈ ਜਿਹੜਾ B ਤੋਂ 24 ਦਿਨ ਜ਼ਿਆਦਾ ਲੈ ਰਿਹਾ, A ਹੈ ਜਿਹੜਾ B ਤੋਂ 24 ਦਿਨ ਜ਼ਿਆਦਾ ਲੈ ਰਿਹਾ ਤੇ 32 ਦਿਨ C ਤੋਂ ਜ਼ਿਆਦਾ ਲੈ ਰਿਹਾ। ਇਹ ਤਾਂ ਸਾਨੂੰ ਕੁਐਸਚਨ 'ਚ ਦਿੱਤਾ ਹੋਇਆ ਪਰ ਬੱਚੇ C ਨੂੰ ਤਾਂ ਆਪਾਂ ਹੁਣ C ਪੜ੍ਹਨਾ ਹੀ ਨਹੀਂ ਹੈਗਾ। C ਨੂੰ ਤਾਂ ਆਪਾਂ A + B ਪੜ੍ਹਨਾ। ਤਾਂ A ਹੈ ਜਿਹੜਾ
B ਤੋਂ 24 ਦਿਨ ਜ਼ਿਆਦਾ ਲੈ ਰਿਹਾ, A ਐਂਡ B ਤੋਂ 32 ਦਿਨ ਜ਼ਿਆਦਾ ਲੈ ਰਿਹਾ ਹੈ। ਤਾਂ ਬੱਚੇ ਤੁਹਾਨੂੰ ਯਾਦ ਆਇਆ ਆਪਾਂ A ਐਂਡ B ਦੇ ਗੈਪ ਵਾਲੇ ਕੁਐਸਚਨ ਕਰਦੇ ਸੀ। A ਕੱਲਾ ਟੁਗੇਦਰ ਤੋਂ ਇੰਨੇ ਦਿਨ ਜ਼ਿਆਦਾ, B ਕੱਲਾ ਟੁਗੇਦਰ ਤੋਂ ਇੰਨੇ ਦਿਨ ਜ਼ਿਆਦਾ, ਤਾਂ A ਐਂਡ B ਟੁਗੇਦਰ ਉਹਦੇ ਵਿੱਚ ਆ ਜਾਂਦਾ ਸੀ A ਦਾ ਗੈਪ ਇਨਟੂ B ਦਾ ਗੈਪ, ਉਹਦਾ ਸਕੁਆਇਰ ਰੂਟ। ਤਾਂ ਆਹ ਗੈਪ ਹੈ 24 32, ਪਰ 32 A ਦਾ ਗੈਪ ਹੈ ਕਿਉਂਕਿ A ਐਂਡ B ਟੁਗੇਦਰ ਤੋਂ ਦੇਖਣਾ ਤਾਂ A 32 ਦਿਨ ਜ਼ਿਆਦਾ ਲੈ ਰਿਹਾ, ਪਰ B ਦਾ ਗੈਪ ਤਾਂ ਆਪਾਂ ਇੱਥੋਂ ਦੇਖਣਾ। ਤਾਂ ਬੱਚੇ ਜੇ B ਤੋਂ A 24 ਅੱਗੇ ਹੈ ਤੇ ਕੁੱਲ 32 ਅੱਗੇ, ਤਾਂ ਆਹ ਕਲੀਅਰ ਹੈ ਕਿ 24 ਕੱਢ ਦੋ, ਉਹਦੇ ਵਿੱਚੋਂ 8 ਅੱਗੇ ਹੋਊਗਾ। ਤਾਂ ਬੱਚੇ A ਦਾ ਗੈਪ ਜਿਵੇਂ ਤੁਹਾਡਾ 32 ਹੈ ਟੁਗੇਦਰ ਤੋਂ, ਤਾਂ B ਦਾ ਗੈਪ 8 ਆ ਗਿਆ। 32 ਚੋਂ 24 ਮਾਈਨਸ ਕਰ ਦੋ, 8 ਆ ਗਿਆ। ਤਾਂ A plus B ਜਿਹਨੂੰ ਤੁਸੀਂ C ਵੀ ਲਿਖ ਸਕਦੇ ਹੋ, A plus B ਜਿਹਨੂੰ ਤੁਸੀਂ C ਵੀ ਲਿਖ ਸਕਦੇ ਹੋ, ਉਹ ਕਿੰਨਾ ਸਮਾਂ ਲੈ ਰਹੇ ਹੈ? 32 ਇੰਟੂ 8 ਦਾ ਸਕੁਆਇਰ ਰੂਟ। A ਦਾ ਗੈਪ ਇੰਟੂ B ਦਾ ਗੈਪ, ਉਹਦਾ ਸਕੁਆਇਰ ਰੂਟ। 32 ਇੰਟੂ 8 ਹੁੰਦਾ 256, ਉਹਦਾ ਸਕੁਆਇਰ ਰੂਟ ਆ ਗਿਆ 16 ਦਿਨ। ਤਾਂ A plus B ਟੁਗੇਦਰ ਵੀ 16 ਆ ਗਿਆ, A plus B ਟੁਗੇਦਰ ਵੀ 16 ਆ ਗਿਆ, ਤੇ C ਉਹੀ ਹੁੰਦਾ, C ਵੀ 16 ਹੀ ਆ ਗਿਆ। ਤਾਂ ਤੁਸੀਂ ਜਿਹੜਾ A ਐਂਡ B ਐਂਡ C ਦੱਸਣਾ ਹੈ, ਤਾਂ A plus B 16, ਉਸੇ ਨੂੰ ਆਪਾਂ C ਲਿਖਿਆ, ਉਹ ਵੀ 16। ਤਾਂ 16 1 1 2 ਹੋ ਗਿਆ, ਤਾਂ 16/2 8 ਦਿਨ ਬੱਚੇ ਆਨਸਰ ਆ ਗਿਆ। ਤਾਂ ਜਦੋਂ ਤੁਸੀਂ ਇੱਕ ਜਾਣਾ 16 ਦਿਨਾਂ 'ਚ, ਇੱਕ ਹੋਰ ਜਾਣਾ 16 ਦਿਨਾਂ 'ਚ, ਇਕੱਠਿਆਂ ਦਾ ਦੇਖਣਾ ਤਾਂ 16 ਦਾ ਅੱਧ ਹੋ ਜਾਊਗਾ। ਇਸ ਕੁਐਸਚਨ ਦਾ ਆਨਸਰ ਬੱਚੇ ਤੁਹਾਡਾ 8 ਡੇਜ਼ ਆ ਜਾਊਗਾ। ਤਾਂ ਬੱਚੇ ਇਹ ਆਪਣੇ ਆਪ 'ਚ ਕੁਐਸਚਨ ਕੋਈ ਬਹੁਤਾ ਔਖਾ ਨਹੀਂ ਹੈਗਾ, ਪਰ ਸਟੇਟਮੈਂਟ ਬਹੁਤ ਇੰਟਰਸਟਿੰਗ ਆ। ਇਹ ਕੁਐਸਚਨ ਜਿਹੜੇ ਬੱਚਿਆਂ ਨੇ ਗੈਪ ਵਾਲੇ ਕੁਐਸਚਨਸ ਕੀਤੇ, ਬਿਲਕੁਲ ਉਹਦੇ ਨਾਲ ਦਾ ਮਿਲਦਾ ਜੁਲਦਾ ਕੁਐਸਚਨ ਹੈ। ਸਿੱਧਾ A ਐਂਡ B ਟੁਗੇਦਰ ਦੀ ਥਾਂ ਤੇ ਉਹਨੇ C ਲਿਖਤਾ, ਤੇ ਅੱਗੇ ਕਹਿੰਦੇ C ਹੈ ਜਿਹੜਾ A plus B ਦੇ ਜਿੰਨਾ ਹੀ ਕੰਮ ਕਰਦਾ, ਤਾਂ C ਨੂੰ ਆਪਾਂ A plus B ਲਿਖ ਸਕਦੇ ਹਾਂ। ਤਾਂ ਟੁਗੇਦਰ ਤੋਂ A 32 ਜ਼ਿਆਦਾ, B ਕਿੰਨਾ ਜ਼ਿਆਦਾ? ਉਹਦੇ ਲਈ ਇੱਥੋਂ ਜੇ A B ਨਾਲੋਂ 24 ਜ਼ਿਆਦਾ ਤਾਂ 8 ਜ਼ਿਆਦਾ ਹੋਊਗਾ। ਤਾਂ A ਦਾ ਗੈਪ 32, B ਦਾ ਗੈਪ 8 ਆ ਗਿਆ, ਤਾਂ A ਐਂਡ B ਟੁਗੇਦਰ ਆ ਗਿਆ। A ਦਾ ਗੈਪ ਇੰਟੂ B ਦਾ ਗੈਪ, ਉਹਦਾ ਸਕੁਆਇਰ ਰੂਟ। 32 ਇੰਟੂ 8 ਦਾ ਸਕੁਆਇਰ ਰੂਟ 16। ਤਾਂ A plus B 16, C ਵੀ ਉਹੀ ਹੈ 16, ਤਾਂ A plus B plus C ਦੱਸਣਾ ਸੀਗਾ, 16/2 ਆ ਗਿਆ 8 ਡੇਜ਼। ਤਾਂ ਬੱਚੇ ਇਹਦੇ ਨਾਲ ਦਾ ਅਗਲਾ ਕੁਐਸਚਨ ਦੇਖੋ, A takes 5 days more than B। ਸੇਮ ਕੁਐਸਚਨ, A ਹੈ ਜਿਹੜਾ B ਤੋਂ 5 ਦਿਨ ਜ਼ਿਆਦਾ, ਐਂਡ 9 days more than C। A and B together can do the same job in the same time as C। A and B together ਕਿੰਨੇ ਸਮੇਂ 'ਚ ਕੰਮ ਕਰਦੇ ਆ? ਜਿੰਨੇ 'ਚ C ਕਰਦਾ, ਯਾਨੀ ਕਿ C ਨੂੰ ਆਪਾਂ A plus B ਲਿਖ ਸਕਦੇ ਹਾਂ। How many days would B and C together? ਆਪਾਂ ਇਹ 'ਚ B and C ਫਾਈਂਡ ਕਰਨਾ ਬੱਚੇ। ਤਾਂ ਆਹ ਦੇਖੋ ਜੀ, A B C। A ਹੈ ਜਿਹੜਾ B ਤੋਂ 5 ਦਿਨ ਜ਼ਿਆਦਾ ਲੈ ਰਿਹਾ, ਤੇ C ਤੋਂ 9 ਦਿਨ ਜ਼ਿਆਦਾ ਲੈ ਰਿਹਾ। ਤਾਂ ਬੱਚੇ C ਨੂੰ ਤਾਂ ਆਪਾਂ A plus B ਲਿਖ ਸਕਦੇ ਹਾਂ, ਕਿਉਂਕਿ A plus B ਟੁਗੇਦਰ ਉਨਾ ਹੀ ਸਮਾਂ ਲੈ ਰਿਹਾ ਜਿੰਨਾ C ਲੈ ਰਿਹਾ ਹੈ। ਤਾਂ ਬੱਚੇ ਇੱਥੇ ਆ ਗਿਆ ਗੈਪ 4 ਦਿਨ ਦਾ, 9 ਚੋਂ 5 ਕੱਢੇ 4 ਆ ਗਿਆ। ਤਾਂ ਬੱਚੇ A ਦਾ ਗੈਪ 9 ਦਿਨ ਦਾ, B ਦਾ ਗੈਪ 4 ਦਿਨ ਦਾ। ਤਾਂ ਜਿਹੜਾ C ਹੈ ਜਿਹਨੂੰ ਕਿ ਆਪਾਂ A plus B ਵੀ ਲਿਖ ਸਕਦੇ ਹਾਂ, ਉਹਦਾ ਸਮਾਂ ਕਿੰਨਾ ਆ ਗਿਆ? A ਦਾ ਗੈਪ ਇੰਟੂ B ਦਾ ਗੈਪ, ਉਹਦਾ ਸਕੁਆਇਰ ਰੂਟ 36 ਦਾ ਸਕੁਆਇਰ ਰੂਟ 6 ਦਿਨ। ਤਾਂ ਇਹੀ C ਹੈ, A plus B ਨੂੰ ਹੀ ਤੁਸੀਂ C ਕਹਿਣਾ, ਤਾਂ C ਦਾ ਸਮਾਂ 6 ਦਿਨ ਆ ਗਿਆ। C ਦਾ ਸਮਾਂ ਜੇ ਮੈਂ ਵਾਈਟ ਮਾਰਕਰ ਨਾਲ ਲਿਖਦਾ, C ਦਾ ਸਮਾਂ ਜੇ 6 ਦਿਨ ਹੈ, ਤੁਸੀਂ B plus C ਟੁਗੇਦਰ ਫਾਈਂਡ ਕਰਨਾ ਹੈ। ਤਾਂ B ਦਾ ਕੀ ਹੈ? 6 ਤੋਂ 4 ਜ਼ਿਆਦਾ 10। ਤਾਂ ਬੱਚੇ B ਦਾ 10 ਦਿਨ ਦਾ ਸਮਾਂ, C ਦਾ 6 ਦਿਨ ਦਾ ਸਮਾਂ, LCM 30, 3 ਤੇ 5, 3 ਤੇ 5 ਹੋ ਗਿਆ 8, 30/8 ਦਿਨ ਲੱਗੇ। ਤਾਂ 30/8 ਕਿੰਨਾ ਹੋ ਗਿਆ? 3.75 ਡੇਜ਼। ਤਾਂ ਬੱਚੇ ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। B ਐਂਡ C ਪੁੱਛਿਆ ਸੀ ਟੁਗੇਦਰ, ਤਾਂ C ਤਾਂ ਆਪਾਂ ਕੱਢ ਲਿਆ, ਜਿਹੜਾ A plus B ਕੱਢਿਆ ਉਹ ਬੇਸਿਕਲੀ C ਹੈ। ਤਾਂ C ਦੇ 6 ਦਿਨ, B ਉਹਦੇ ਤੋਂ 4 ਜ਼ਿਆਦਾ ਹੈ, ਤਾਂ 6 ਤੇ 4 10 ਦਿਨ। ਤਾਂ B 10 C 6 ਇਕੱਠਿਆਂ ਦਾ ਆ ਗਿਆ 3.75 ਡੇਜ਼। ਤਾਂ ਬੱਚੇ ਇਹ ਤੁਹਾਡਾ ਉਸੇ ਤਰ੍ਹਾਂ ਦਾ ਬਿਲਕੁਲ ਸਿਮਿਲਰ ਕੁਐਸਚਨ ਹੈ, ਪਰ ਬਸ ਪਿਛਲੇ ਕੁਐਸਚਨ 'ਚ ਆਪਾਂ A ਐਂਡ B ਐਂਡ C ABC ਟੁਗੇਦਰ ਦੱਸਣਾ ਸੀ, ਇਹ 'ਚ ਇਕੱਲਾ BC ਟੁਗੇਦਰ ਦੱਸਣਾ। ਤਾਂ BC ਟੁਗੇਦਰ ਕੱਢਣ ਲਈ C ਕੱਢ ਲਿਆ, B ਕੱਢਣਾ ਪਿਆ, ਇਕੱਠਿਆਂ ਦਾ ਦੇਖ ਲਿਆ, ਆਨਸਰ ਆ ਗਿਆ ਬੱਚੇ। ਅਗਲਾ ਕੁਐਸਚਨ ਦੇਖੋ ਬੱਚੇ, ਅਗਲਾ ਕੁਐਸਚਨ ਕੀ ਹੈ ਬੱਚੇ? ਆਪਣੇ ਥੋੜੇ ਜਿਹੇ ਕੁਐਸਚਨ ਰਹਿ ਗਏ, ਸੈਸ਼ਨ ਆਪਣਾ ਕਾਫੀ ਲੰਬਾ ਚੱਲ ਗਿਆ ਮੇਰੇ ਖਿਆਲ 'ਚ, ਦੇਖਦੇ ਹਾਂ ਕਿੰਨਾ ਕੁ ਲੰਬਾ ਚੱਲ ਗਿਆ। ਕੁਐਸਚਨ ਹੈ A takes 3 times as long as B and C together। ਤਾਂ ਬੱਚੇ ਟਾਈਮ ਦੀ ਗੱਲ ਹੋ ਰਹੀ ਹੈ, A takes ਟਾਈਮ ਦੀ ਗੱਲ ਹੋ ਰਹੀ ਹੈ ਕਿ A ਨੂੰ ਕਿੰਨਾ ਸਮਾਂ ਲੱਗਦਾ ਹੈ B and C together ਤੋਂ 3 ਗੁਣਾ। ਤਾਂ ਆਹ ਟਾਈਮ ਦੀ ਰੇਸ਼ੀਓ 3:1। B takes B ਨੂੰ ਕਿੰਨਾ ਸਮਾਂ ਲੱਗਦਾ? 4 times as long as A and C together। ਤਾਂ ਅੱਗੇ ਸਾਨੂੰ B ਦਾ ਰਿਲੇਸ਼ਨ ਦਿੱਤਾ ਹੋਇਆ A plus C ਨਾਲੋਂ 4 times, ਯਾਨੀ ਕਿ 4:1। ਤਾਂ ਬੱਚੇ A ਦਾ ਸਮਾਂ B plus C ਨਾਲੋਂ 3:1, B ਦਾ ਸਮਾਂ A plus C ਨਾਲੋਂ 4 times ਦਾ, ਤਾਂ 4:1। ਇਹ ਬੱਚੇ ਜੇ ਤੁਹਾਡੀ ਟਾਈਮ ਦੀ ਰੇਸ਼ੀਓ ਹੈ, ਤਾਂ ਤੁਹਾਡੀ ਐਫੀਸ਼ੀਐਂਸੀ ਦੀ ਰੇਸ਼ੀਓ ਕੀ ਆ ਜੂਗੀ?
ਐਫੀਸ਼ੀਐਂਸੀ ਦੀ ਰੇਸ਼ੋ ਉਲਟੀ ਹੁੰਦੀ ਹੈ 1:3, ਇੱਧਰ ਐਫੀਸ਼ੀਐਂਸੀ ਦੀ ਰੇਸ਼ੋ ਉਲਟੀ ਹੋ ਗਈ 1:4। ਤਾਂ ਬੱਚੇ ਐਫੀਸ਼ੀਐਂਸੀ ਦੇ ਮਾਮਲੇ 'ਚ ਇਹ ਕੁਐਸਚਨ ਬਹੁਤ ਈਜ਼ੀ ਹੋ ਜਾਊਗਾ, ਕਿਉਂਕਿ ਆ ਜਿਹੜਾ ਪਹਿਲਾ ਕੇਸ ਹੈ ਤੇ ਆ ਜਿਹੜਾ ਦੂਜਾ ਕੇਸ ਹੈ, ਦੋਨਾਂ ਦੇ ਵਿੱਚ ਕੌਣ ਹੈ? ਇੱਧਰ ਵੀ ABC, ਇੱਧਰ ਵੀ ABC, ਦੋਨੇ ਕੇਸ ਨੇ। ਉਧਰ ਵੀ ABC ਹੈ ਨਾ, A ਇੱਕ ਪਾਸੇ ਹੈ, BC ਇੱਕ ਪਾਸੇ ਹੈ, ਤੇ ਜਿਹੜਾ ਦੂਜਾ ਕੇਸ ਹੈ ਉਹਦੇ ਵਿੱਚ ਵੀ ABC ਹੈ, B ਇੱਕ ਪਾਸੇ, AC ਇੱਕ ਪਾਸੇ। ਤਾਂ ਦੋਨੇ ਪਾਸੇ ਟੋਟਲ ਤਾਂ ABC ਹੀ ਨੇ। ਤਾਂ ਦੋਨੇ ਪਾਸੇ ਜੇ ਕੁੱਲ ਪਰਸਨ ABC ਹੈ ਤਾਂ ਕੁੱਲ ਐਫੀਸ਼ੀਐਂਸੀ ਬਰਾਬਰ ਹੋਣੀ ਚਾਹੀਦੀ। ਤਾਂ ਬੱਚੇ ਦੋਨੇ ਪਾਸੇ ਕੁੱਲ ਐਫੀਸ਼ੀਐਂਸੀ ਬਰਾਬਰ ਕਰੋ। ਇੱਧਰ ਐਫੀਸ਼ੀਐਂਸੀ ਕਿੰਨੀ ਬਣੀ ਹੋਈ ਹੈ? 1 ਤੇ 3 ਦਾ ਕੁੱਲ 4। ਇੱਧਰ ਐਫੀਸ਼ੀਐਂਸੀ ਕਿੰਨੀ ਬਣੀ ਹੋਈ ਹੈ? 1 ਤੇ 4 ਦਾ ਕੁੱਲ 5। ਤਾਂ ਬੱਚੇ A, B ਤੇ C ਦੀ ਕੁੱਲ ਐਫੀਸ਼ੀਐਂਸੀ ਮੰਨੋ 4 ਤੇ 5 ਦਾ LCM 20। 4 ਤੇ 5 ਦਾ LCM 20, ਤਾਂ ਇਹਨੂੰ 20 ਬਣਾਵਾਂਗੇ 5 ਗੁਣਾ ਕਰਕੇ, ਤਾਂ 5 ਗੁਣਾ ਕਰਕੇ 5, 5 ਗੁਣਾ ਕਰਕੇ 15। ਇਹਨੂੰ 20 ਬਣਾਵਾਂਗੇ 4 ਗੁਣਾ ਕਰਕੇ, ਤਾਂ 4 ਗੁਣਾ ਕਰਕੇ 4, 4 ਗੁਣਾ ਕਰਕੇ 16। ਤਾਂ ਬੱਚੇ ਕੱਲੇ ਕੱਲੇ ਦੀ ਐਫੀਸ਼ੀਐਂਸੀ ਕਿਵੇਂ ਆ ਜੂਗੀ? A ਦੀ ਐਫੀਸ਼ੀਐਂਸੀ ਤੁਹਾਡੀ ਨਿਕਲ ਆਈ 5, B ਦੀ ਕੱਲੇ ਦੀ ਐਫੀਸ਼ੀਐਂਸੀ ਤੁਹਾਡੀ ਨਿਕਲ ਆਈ 4। ਤਾਂ A ਦੀ ਐਫੀਸ਼ੀਐਂਸੀ 5, B ਦੀ 4, 9 ਹੋ ਗਈ। ਕੁੱਲ 20 ਬਣਾਉਣ ਲਈ C ਦੀ 11। ਤਾਂ ਬੱਚੇ ਕੱਲੇ ਕੱਲੇ ਦੀ ਐਫੀਸ਼ੀਐਂਸੀ ਦੀ ਰੇਸ਼ੋ ਕਿਵੇਂ ਕੱਢਣੀ ਹੈ? ਸਾਨੂੰ A ਦਾ ਰਿਲੇਸ਼ਨ B + C ਨਾਲ ਦਿੱਤਾ ਹੈ, टाइम की रेशो दी है पुट्ठी करके एफिशिएंसी की रेशो। फिर B का रिलेशन A एंड C नाल दिता है, टाइम की रेशो दी है पुट्ठी करके एफिशिएंसी की रेशो। तो टोटल एफिशिएंसी दोनों पासे इधर 4 तो इधर 5 बनती है, वो सेम होनी चाहिए। तो उन्होंने सेम करो, LCM 20 आ गया। ਇਹਨੂੰ ਵੀ ਬਣਾਇਆ 5 ਗੁਣਾ ਤਾਂ 5 ਗੁਣਾ, ਉਹਨੂੰ ਬਣਾਉਣਾ 20 ਤਾਂ 4 ਗੁਣਾ 4 ਗੁਣਾ। ਉਸ ਤੋਂ ਬਾਅਦ A ਦੀ ਐਫੀਸ਼ੀਐਂਸੀ 5, B ਦੀ 4, ਤਿੰਨਾਂ ਦੀ 20 ਹੈ ਤਾਂ C ਦੀ ਆ ਗਈ 11। ਉਹ ਕਹਿੰਦੇ ਇਕੱਠੇ 24 ਦਿਨਾਂ 'ਚ ਕੰਮ ਖਤਮ ਕਰਦੇ ਆ, ਤਿੰਨੇ ਜਾਣੇ ਰਲ ਕੇ ਵਰਕਿੰਗ ਟੁਗੇਦਰ ਕੈਨ ਕੰਪਲੀਟ ਦਾ ਜੌਬ ਇਨ 24 ਡੇਜ਼। ਤਾਂ ਬੱਚੇ ਡੇਲੀ 20 ਟੌਫੀਆਂ ਖਾਂਦੇ ਆ, ਤਾਂ 24 ਦਿਨਾਂ 'ਚ ਕੰਮ ਖਤਮ ਕਰਨ ਦਾ ਮਤਲਬ ਟੋਟਲ ਵਰਕ ਆ ਗਿਆ ਐਫੀਸ਼ੀਐਂਸੀ ਇਨਟੂ ਟਾਈਮ 20 × 24। ਤਾਂ ਉਹ ਕਹਿੰਦੇ A ਇਕੱਲਾ ਕਿੰਨੇ ਦਿਨਾਂ 'ਚ ਨਿਬੇੜੂ? A ਇਕੱਲਾ ਜੋ ਡੇਲੀ 5 ਟੌਫੀਆਂ ਖਾਂਦਾ, ਤਾਂ ਡਿਵਾਈਡ ਬਾਈ 5 ਕਰਕੇ ਬੱਚੇ ਤੁਹਾਡਾ ਆਨਸਰ ਆ ਗਿਆ 96 ਡੇਜ਼। ਤਾਂ ਬੱਚੇ ਇਹ ਤੁਹਾਡਾ ਆਨਸਰ ਆ ਗਿਆ। ਓਕੇ, ਮੈਂ ਇਹਦੇ ਆਪਸ਼ਨਸ ਗਲਤ ਲਿਆਇਆ ਬੱਚੇ, ਇਹਦਾ ਆਨਸਰ ਤੁਹਾਡਾ ਆ ਜਾਊਗਾ 96 ਡੇਜ਼। ਤਾਂ ਇਸ ਕੁਐਸਚਨ ਦੇ ਮੈਂ ਆਪਸ਼ਨਸ ਕਿਸੇ ਹੋਰ ਕੁਐਸਚਨ 'ਚ ਗਲਤੀ ਨਾਲ ਪਿਕ ਕਰ ਲਿਆ, ਤਾਂ ਇੱਥੇ ਆਨਸਰ 96 ਡੇਜ਼ ਆ ਜਾਊਗਾ। ਸੋਲੂਸ਼ਨ ਤੁਸੀਂ ਧਿਆਨ ਨਾਲ ਦੇਖ ਲਿਓ ਮਾੜਾ ਜਿਹਾ, ਮੈਂ ਪਤਾ ਨਹੀਂ ਕਿਹੜੇ ਕੁਐਸਚਨ ਦੇ ਆਪਸ਼ਨਸ ਲਿਆ। ਅਗਲਾ ਕੁਐਸਚਨ ਦੇਖੋ ਬੱਚੇ, ਅਗਲਾ ਕੁਐਸਚਨ ਇਹਦੇ ਨਾਲ ਦਾ ਬਿਲਕੁਲ ਮਿਲਦਾ ਜੁਲਦਾ ਕੁਐਸਚਨ ਹੈ, ਅੱਜ ਦੇ ਸੈਸ਼ਨ ਦਾ ਆਖਰੀ ਕੁਐਸਚਨ ਹੈ। ਤਾਂ ਬੱਚੇ ਕੁਐਸਚਨ ਕੀ ਆ? क्वेश्चन है A एंड B कैन कंप्लीट वर्क इन 40% लैस टाइम दैन C। तो A एंड B का रिलेशन दिता है C दे नाल, टाइम का रिलेशन की दिता है कि A + B का टाइम की है C नालों 40% घट है। बच्चे 40% घट की हुंदा? 5 तो 2 घट, तो यानी कि ਇਹਦਾ टाइम C का टाइम 5 है तो ਇਹਨਾਂ ਦਾ 3 है। ये टाइम की रेशियो है। फिर B and C can complete the same work in 60% less time than A। ਤਾਂ B and C ਦਾ ਰਿਲੇਸ਼ਨ ਦਿੱਤਾ ਹੋਇਆ A ਦੇ ਨਾਲ 60% ਲੈਸ, ਮਤਲਬ 60% ਹੁੰਦਾ 3/5। 3/5 ਦਾ ਮਤਲਬ 3/5 ਲੈਸ ਹੈ, 5 ਤੋਂ 3 ਘੱਟ। ਤਾਂ ਜੇ A 5 ਸਮਾਂ ਲੈਂਦਾ ਤਾਂ ਇਹ 3 ਘੱਟ ਯਾਨੀ ਕਿ 2 ਸਮਾਂ ਲੈਂਦੇ ਆ। ਤਾਂ ਬੱਚੇ ਟਾਈਮ ਦੀ ਰੇਸ਼ੋ ਆ ਗਈ 3:5 ਤੇ ਉਧਰ ਆ ਗਈ 2:5। ਤਾਂ ਐਫੀਸ਼ੀਐਂਸੀ ਦੀ ਰੇਸ਼ੋ ਕੀ ਹੋ ਜੂਗੀ ਤੁਹਾਡੀ? ਉਲਟਾ ਕਰ ਦੋ, ਐਫੀਸ਼ੀਐਂਸੀ ਦੀ ਰੇਸ਼ੋ ਆ ਗਈ 5:3। इधर आ गई एफिशिएंसी की रेशो 5:2। तो बच्चे एफिशिएंसी की रेशो आ गई। फिर इधर भी ABC, इधर भी ABC। आप बेसिकली यही देखना ना कि जो दो केस ने दोनों पासे ABC है, दोनों पासे टोटल पर्सन सेम ने, तो एफिशिएंसी बराबर होनी चाहिए। तो बच्चे एफिशिएंसी कितनी है? इधर बनी 8, इधर बनी 7। तो A + B + C की टोटल एफिशिएंसी, A + B + C की टोटल एफिशिएंसी 8, 7 का LCM 56। तो बच्चे इधर 56 बनावांगे 7 गुणा करके, तो 7 गुणा करके 35, 7 गुणा करके 21। इधर 56 बनावांगे 8 गुणा करके, तो 8 गुणा करके 40, 8 गुणा करके 16। तो इंडिविजुअल एफिशिएंसी बच्चे C दी आ गई 21, A दी आ गई 16, तो B ਦੀ ਕਿੰਨੀ ਹੋਊਗੀ? 21 ਤੇ 16 37 ਹੋ ਗਿਆ। 56 ਚੋਂ 37 ਕੱਢੋ 19। ਤਾਂ ਬੱਚੇ A B C ਦੀ ਰੇਸ਼ੋ ਆ ਗਈ। ਉਹ ਕਹਿੰਦੇ ਇਕੱਠੇ 20 ਦਿਨਾਂ 'ਚ ਕੰਮ ਖਤਮ ਕਰਦੇ ਆ, ਤਾਂ ਇਕੱਠੇ 56 ਟੌਫੀਆਂ 20 ਦਿਨਾਂ 'ਚ ਕੰਮ ਖਤਮ ਕੀਤਾ ਤਾਂ 56 × 20। ਤਾਂ C ਇਕੱਲਾ ਕਿੰਨੇ ਦਿਨਾਂ 'ਚ ਕਰ ਦੂ? C ਡੇਲੀ 21 ਟੌਫੀਆਂ ਖਾਂਦਾ ਹੈ, ਤਾਂ 21 ਦੇ ਹਿਸਾਬ ਨਾਲ ਕਿੰਨੇ ਦਿਨਾਂ 'ਚ? 7 ਦੇ ਟੇਬਲ 'ਚ 8/3, 160/3। 160/3 ਕਿੰਨਾ ਹੋ ਗਿਆ ਬੱਚੇ? 53, 1/3
3 ਡੇਜ਼। ਤਾਂ ਬੱਚੇ ਇਸ ਕੁਐਸਚਨ ਦਾ ਆਨਸਰ ਤੁਹਾਡਾ ਕਿੰਨਾ ਆ ਗਿਆ? ਸੈਕਿੰਡ ਆਪਸ਼ਨ 53 1/3 ਡੇਜ਼। ਤਾਂ ਇਹ ਬੱਚੇ ਅੱਜ ਆਪਣਾ ਸੈਸ਼ਨ ਮੇਰੇ ਖਿਆਲ 'ਚ ਖਤਮ ਹੋ ਗਿਆ। ਤਾਂ ਇਹ ਬੱਚੇ ਅੱਜ ਦਾ ਆਪਣਾ ਸੈਸ਼ਨ, ਮੈਨੂੰ ਨਹੀਂ ਪਤਾ, ਮੇਰੇ ਖਿਆਲ 'ਚ 1.5 ਘੰਟਾ ਹੋ ਗਿਆ, ਥੋੜਾ ਜਿਹਾ ਲੰਬਾ ਸੈਸ਼ਨ ਹੋ ਗਿਆ। ਟਾਈਮ ਐਂਡ ਵਰਕ ਮੈਂ ਇਹਦੇ ਵਿੱਚ ਕਵਰ ਕਰਵਾਉਣਾ ਸੀਗਾ, ਤਾਂ ਅੱਜ ਦੇ ਸੈਸ਼ਨ 'ਚ ਆਪਾਂ ਟਾਈਮ ਐਂਡ ਵਰਕ ਕੰਪਲੀਟ ਕੀਤਾ ਤੇ ਸਿਰਫ ਟਾਈਮ ਐਂਡ ਵਰਕ ਕੰਪਲੀਟ ਕੀਤਾ, ਪਾਈਪਸ ਐਂਡ ਸਿਸਟਮ ਰਹਿੰਦਾ, ਚੇਨ ਰੂਲ ਵੀ ਰਹਿੰਦਾ। ਤਾਂ ਉਹਨਾਂ ਦੀ ਪ੍ਰੈਕਟਿਸ ਵੀ ਹੋਪਫੁਲੀ ਮੈਂ ਸੋਮਵਾਰ ਵਾਲੀ ਕਲਾਸ ਦੇ ਵਿੱਚ ਟਾਈਮ ਐਂਡ ਵਰਕ ਤੇ ਪਾਈਪਸ ਐਂਡ ਸਿਸਟਮ ਤੇ ਚੇਨ ਰੂਲ ਦਾ ਸੈਸ਼ਨ ਲਵਾਂਗਾ, ਉਹਦੇ ਕੁਐਸਚਨਸ ਕਰਵਾਉਂਗਾ। ਤੇ ਅਗਲੇ ਜਿਹੜੇ ਆਪਣੇ ਸੈਸ਼ਨਸ ਹੋਣਗੇ ਉਹਦੇ ਵਿੱਚ ਇੱਕ ਆਪਣਾ ਐਵਰੇਜ ਆਊਗਾ, ਮਿਕਸਚਰ ਐਲੀਗੇਸ਼ਨ ਆਊਗਾ, ਟਾਈਮ ਸਪੀਡ ਡਿਸਟੈਂਸ ਆਊਗਾ, ਟਾਈਮ ਸਪੀਡ ਡਿਸਟੈਂਸ ਦੇ ਨਾਲ ਮੈਂ ਟ੍ਰੇਨਸ ਵੀ ਕਰਾਉਂਗਾ, ਬੋਟਸ ਐਂਡ ਸਟ੍ਰੀਮਸ ਵੀ ਕਰਾਉਂਗਾ, ਪ੍ਰੋਫਿਟ ਲਾਸ ਆਊਗਾ ਤੇ ਅਖੀਰ ਤੇ ਆਪਾਂ ਮੈਂਸੂਰੇਸ਼ਨ ਵੀ ਕਰਾਂਗੇ। ਇਹਦੇ ਵਿੱਚ ਇੱਕ ਸੈਸ਼ਨ ਮੈਂ ਨੰਬਰ ਸਿਸਟਮ ਦਾ ਰੱਖੂੰਗਾ, ਜਿਹਦੇ ਵਿੱਚ ਮੈਂ ਤੁਹਾਡੇ ਅਲਜੈਬਰਿਕ ਐਕਸਪ੍ਰੈਸ਼ਨਸ ਦੇ ਕੁਐਸਚਨਸ ਕਰਵਾਉਂਗਾ। ਇਸ ਤੋਂ ਬਿਨਾ ਰਿਮਾਈਂਡਰ ਥਿਓਰਮ ਵਾਲੇ ਕੁਐਸਚਨਸ ਕਰਵਾਉਂਗਾ। ਇਸ ਤੋਂ ਬਿਨਾ LCM HCF ਸਭ ਤੋਂ ਇੰਪੋਰਟੈਂਟ ਹੈ, ਹਰ ਪੇਪਰ 'ਚ 1-1 2-2 ਕੁਐਸਚਨ ਹੁੰਦੇ। LCM HCF ਕਰਾਂਗੇ, ਡਿਵੀਜ਼ਿਬਿਲਿਟੀ ਰੂਲ ਕਰਾਂਗੇ, ਯੂਨਿਟ ਡਿਜਿਟ ਕਰਾਂਗੇ। ਤਾਂ ਉਹ ਸਾਰਾ ਨੰਬਰ ਸਿਸਟਮ ਦਾ ਪਾਰਟ ਇੱਕ ਕਲਾਸ ਮੈਂ ਉਹਦੀ ਵੀ ਅਗਲੇ ਦਿਨਾਂ ਚਲਾਉਂਗਾ। ਤਾਂ ਹੋਪਫੁਲੀ ਅਗਲੀ ਜਿਹੜੀ ਸੋਮਵਾਰ ਦੀ ਕਲਾਸ ਹੈ ਮੈਂ ਕੋਸ਼ਿਸ਼ ਕਰੂੰਗਾ ਪਾਈਪਸ ਐਂਡ ਸਿਸਟਮ ਤੇ ਚੇਨ ਰੂਲ ਦੀ ਕਲਾਸ, ਫਿਰ ਉਸ ਤੋਂ ਬਾਅਦ ਆਪਣਾ ਟਾਈਮ ਸਪੀਡ ਡਿਸਟੈਂਸ ਵਗੈਰਾ ਜੋ ਸਾਰਾ ਕੁਝ ਚੱਲਦਾ ਜਾਣਾ ਉਹ ਆਪਾਂ ਲੈਂਦੇ ਜਾਵਾਂਗੇ। ਤਾਂ ਬੱਚੇ ਅਗਲੇ ਸੈਸ਼ਨ ਦੇ ਵਿੱਚ ਮਿਲਦੇ ਹਾਂ ਜੀ, ਧੰਨਵਾਦ।